ਅੱਜ ਆਪਾਂ 14ਵੀਂ ਪੌੜੀ ਜਿਹੜੀ ਹੈਗੀ ਆ ਇਹ ਜਿਹੜੀ ਆਪਾਂ ਨੇ ਸ੍ਰੀ ਰਾਗ ਦੇ ਵਿੱਚ ਵਾਰ ਲਈ ਆ ਚੌਥੀ ਪਾਤਸ਼ਾਹੀ ਦੀ ਵਾਰ ਅੰਗ 88 ਤੋਂ ਆਪਾਂ ਗਿਆਨ ਸ਼ੁਰੂ ਕਰ ਰਹੇ ਹਾਂ 14ਵੀਂ ਪੌੜੀ ਤੋਂ। ਇਹ ਜਿਹੜੀ ਹੈਗੀ ਆ ਸ਼ਲੋਕ ਤੀਸਰੀ ਪਾਤਸ਼ਾਹੀ ਦੇ ਸ਼ਲੋਕ ਹੈ ਇਹਦੇ ਵਿੱਚ, ਔਰ ਇਹਦੇ ਵਿੱਚ ਮਹਾਰਾਜ ਜਿਹੜੇ ਹੈਗੇ ਉਹ ਆਪਾਂ ਨੂੰ ਦੱਸ ਰਹੇ ਵੀ ਗਿਆਨ ਲੈਣ ਵਾਲਿਓ ਬਈ ਅੱਜ ਇਸ ਟਾਈਮ ਆਹ ਚੀਜ਼ ਜਿਹੜੀ ਹੈਗੀ ਆ ਜੋ ਮਹਾਰਾਜ ਜਿਹੜੇ ਹੈਗੇ ਦੱਸਣਾ ਚਾਹੁੰਦੇ ਆ ਇਸ ਗੱਲ ਨੂੰ ਕਹਿੰਦੇ ਵਿਚਾਰ ਕਰੋ। ਜੋ ਮੈਂ ਕਹਿਣਾ ਚਾਹ ਰਿਹਾ ਹਾਂ ਆਪਣੇ ਉੱਤੇ ਆਪਣੇ ਜੀਵਨ ਨੂੰ ਘੋਖੋ, ਇਸ ਵਿਚਾਰ ਦੇ ਰਾਹੀਂ ਆਪਣੇ ਜੀਵਨ ਨੂੰ ਘੋਖੋ। ਸ਼ਲੋਕ ਮਹਲਾ ਤੀਜਾ। ਸਤਿਗੁਰ ਜਿਨੀ ਨਾ ਸੇਵਿਓ ਸ਼ਬਦੇ ਨਾ ਕੀਤੋ ਵਿਚਾਰ। ਸਤਿਗੁਰ ਜਿਨੀ ਨਾ ਸੇਵਿਓ ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਦੇ ਅਨੁਸਾਰ ਜਿਹੜੀ ਜੋ ਸਤਿਗੁਰੂ ਕਹਿ ਰਹੇ ਸੇਵਾ ਵਾਸਤੇ, ਜੋ ਇਹ ਗਿਆਨ ਕਹਿ ਰਿਹਾ ਸੇਵਾ ਵਾਸਤੇ, ਜਿਨ੍ਹਾਂ ਨੇ ਉਹ ਸੇਵਾ ਨਹੀਂ ਕੀਤੀ। ਪਹਿਲਾਂ ਤਾਂ ਜਿਹੜਾ ਹੈਗਾ ਉਹ ਸੇਵਾ ਕਿਹੜੀ ਹੈ ਜਿਹੜਾ ਗਿਆਨ ਕਹਿ ਰਿਹਾ। ਆ ਪਿਛਲੀ ਪੌੜੀ ਦੇ ਵਿੱਚ ਦੇਖੋ ਪੰਜ ਲਾਈਨਾਂ ਦੇ ਵਿੱਚ ਉਹ ਸੇਵਾ ਦੱਸੀ। ਹਰ ਹਰ ਨਾਮ ਜਪੋ ਮਨ ਮੇਰੇ, ਹਰ ਹਰ ਨਾਮ ਜਪੋ ਮਨ ਮੇਰੇ, ਬਾਰ ਉਹੀ ਗੱਲ ਕਹਿ ਰਹੇ ਮਹਾਰਾਜ, ਇੱਕੋ ਹੀ ਗੱਲ। ਇਸ ਤੋਂ ਅੱਗੇ ਆ ਪੌੜੀ ਲਾਈ। ਹੁਣ ਕਹਿੰਦੇ ਭਾਈ ਦੇਖੋ ਜੇ ਉਹ ਕੰਮ ਨਹੀਂ ਕੀਤਾ, ਉਹ ਸੇਵਾ ਆਪਾਂ ਨੇ ਨਹੀਂ ਕੀਤੀ ਤੇ ਫਿਰ ਸਾਡਾ ਕੀ ਹੋਊਗਾ। ਮਹਾਰਾਜ ਕਹਿੰਦੇ ਫਿਰ ਮੈਂ ਦੱਸ ਦਿੰਦਾ ਤੁਹਾਨੂੰ ਕੀ ਹੋਊਗਾ। ਹਾਂ ਮੇਰੀ ਗੱਲ ਧਿਆਨ ਨਾਲ ਸੁਣ ਲਓ। ਸਤਿਗੁਰ ਜਿਨੀ ਨਾ ਸੇਵਿਓ ਸ਼ਬਦੇ ਨਾ ਕੀਤੋ ਵਿਚਾਰ। ਕਹਿੰਦੇ ਸ਼ਬਦਾਂ ਦੇ ਦੁਆਰਾ ਜਿਹੜਾ ਹੈਗਾ ਵਿਚਾਰ ਨਹੀਂ ਕੀਤੀ। ਕਾਹਦੀ ਵਿਚਾਰ ਕਰਨੀ ਸੀ? ਪਿੱਛੇ ਦੱਸਿਆ ਹੈ ਭਾਈ ਹਰ ਹਰ ਨਾਮ ਜਪੋ ਮਨ ਮੇਰੇ, ਆਦਿ ਵਿਚਾਰ ਕਰਨੀ ਸੀਗੀ। ਨਾਮ ਪਦਾਰਥ ਦੀ, ਨਾਮ ਪਦਾਰਥ ਤੱਕ ਪਹੁੰਚਣਾ ਸੀ ਆਪਾਂ ਨੇ ਧਿਆਨ ਸਿਮਰਨ ਦੇ ਦੁਆਰਾ। ਜਿਨ੍ਹਾਂ ਨੇ ਆਹ ਵਿਚਾਰ ਵੀ ਨਹੀਂ ਕੀਤੀ ਤੇ ਉਹ ਸੇਵਾ ਤਾਂ ਉਹਨਾਂ ਨੇ ਕੀ ਕਰਨੀ ਸੀਗੀ। ਸਤਿਗੁਰ ਜਿਨੀ ਨਾ ਸੇਵਿਓ ਸ਼ਬਦੇ ਨਾ ਕੀਤੋ ਵਿਚਾਰ। ਉਹਨਾਂ ਨੇ ਅੰਦਰ ਆਪਣੇ ਗੱਲ ਨੂੰ ਵਿਚਾਰਿਆ ਵੀ ਨਹੀਂ। ਇਹ ਨਾਮ ਜਿਹੜਾ ਹੈਗਾ, ਨਾਮ ਦੀ ਵਿਚਾਰ ਸ਼ਬਦ ਦੇ ਦੁਆਰਾ ਕੀਤੀ ਨਹੀਂ ਉਹਨਾਂ ਨੇ। ਅੰਤਰ ਗਿਆਨ ਨਾ ਆਇਓ, ਕਹਿੰਦੇ ਗਿਆਨ ਨਹੀਂ ਆਉਣਾ ਉਹਨਾਂ ਦੇ ਅੰਦਰ। ਉਹਨਾਂ ਦੇ ਅੰਦਰ ਗਿਆਨ, ਬਾਣੀ ਜਿਹੜੀ ਸਾਰੀ ਬਾਣੀ ਜਿਹੜੀ ਹੈਗੀ ਆ ਉਹ ਪਰਮਾਰਥ ਜਿਹੜਾ ਹੈਗਾ ਇਹ ਅਧਿਆਤਮਿਕ ਗਿਆਨ ਦੀ ਗੱਲ ਕਰਦੀ ਹੈ ਸਾਰੀ ਬਾਣੀ। ਅੰਤਰ ਗਿਆਨ ਨਾ ਆਇਓ ਮਿਰਤਕ ਹੈ ਸੰਸਾਰ। ਕਹਿੰਦੇ ਸੰਸਾਰ ਦੇ ਵਿੱਚ ਭਾਈ ਜਿਉਂਦਾ ਜਾਗਦਾ ਤੁਰਦਾ ਫਿਰਦਾ ਜਿੰਨਾ ਮਰਜੀ ਅਮੀਰ ਗਰੀਬ ਜਿਹੇ ਜਿਹਾ ਮਰਜੀ ਹੈਗਾ, ਕਹਿੰਦੇ ਭਾਈ ਮੁਰਦੇ ਦੇ ਬਰਾਬਰ ਹੈਗਾ। ਉਹਦਾ ਕੋਈ ਪਰਪਸ ਹੀ ਨਹੀਂ ਹੈਗਾ। ਮੁਰਦਾ ਕੀ ਕਰ ਸਕਦਾ? ਕੁਛ ਨਹੀਂ ਕਰ ਸਕਦਾ। ਕਹਿੰਦੇ ਉਹ ਕੁਛ ਵੀ ਨਹੀਂ ਕਰ ਰਿਹਾ ਦੁਨੀਆ ਦੇ ਵਿੱਚ। ਮਿਰਤਕ ਹੈ ਸੰਸਾਰ, ਰਾਰੇ ਦੀ ਸਿਹਾਰੀ ਹੈ ਭਾਈ। ਸੰਸਾਰ ਦੇ ਵਿੱਚ ਆਇਆ ਮਨੁੱਖੀ ਸਰੀਰ ਦੇ ਵਿੱਚ, ਸੋਹਣਾ ਸਰੀਰ ਲੈ ਕੇ ਆਇਆ, ਕਹਿੰਦੇ ਉਹ ਤਾਂ ਮੁਰਦਾ ਹੈਗਾ ਭਾਈ, ਮੁਰਦਾ ਹੈਗਾ ਸੰਸਾਰ ਦੇ ਵਿੱਚ। ਮਹਾਰਾਜ ਕਹਿੰਦੇ ਆ ਮੇਰੀ ਗੱਲ ਨੂੰ ਵਿਚਾਰ ਕਰ ਲਓ, ਜਾਂ ਦੱਸ ਦਿਓ ਵੀ ਤੁਸੀਂ ਜਿਹੜਾ ਹੈਗਾ ਆਪਾਂ ਮੁਰਦੇ ਨਹੀਂ ਹੈਗੇ ਤੇ ਤੁਹਾਡੀ ਆਊਟਪੁੱਟ ਦੇ ਦਿਓ ਵੀ ਕੀ ਆਊਟਪੁੱਟ ਆ ਅਧਿਆਤਮਿਕ ਰਸਤੇ ਦੇ ਉੱਤੇ, ਜਿਹਦੇ ਵਾਸਤੇ ਮਾਲਕ ਨੇ ਭੇਜਿਆ ਹੈਗਾ ਆਪਾਂ ਨੂੰ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਤੇ ਪਰਮਾਤਮਾ ਦੇ ਮਿਲਾਪ ਦੇ ਵਾਸਤੇ ਆਪਾਂ ਨੇ ਕੀ ਕੀਤਾ ਹੈ ਭਾਈ। ਸਤਿਗੁਰ ਜਿਨੀ ਨਾ ਸੇਵਿਓ ਸ਼ਬਦੇ ਨਾ ਕੀਤੋ ਵਿਚਾਰ। ਅੰਤਰ ਗਿਆਨ ਨਾ ਆਇਓ ਮਿਰਤਕ ਹੈ ਸੰਸਾਰ। 184 ਫੇਰ ਪਿਆ ਮਰ ਜੰਮੇ ਹੋਏ ਖੁਆਰ। ਆ ਲਓ ਆ ਹੋਊਗਾ ਭਾਈ। ਹੁਣ ਸਤਿਗੁਰ ਜਿਨੀ ਨਾ ਸੇਵਿਓ ਆ ਰਿਜ਼ਲਟ, ਆ ਨੈਕਸਟ ਜਿਹੜਾ ਹੈਗਾ ਆ ਹੋਣਾ ਹੈ। 184 ਫੇਰ ਪਿਆ ਮਰ ਜੰਮੇ ਵਾਰੋ ਵਾਰ। ਕਹਿੰਦੇ 84 ਲੱਖ ਦਾ ਫੇਰ ਪੈ ਗਿਆ ਭਾਈ। 84 ਲੱਖ ਜੂਨਾ, 84 ਲੱਖ ਡੰਡੇ, ਪਤਾ ਨਹੀਂ ਕਿੱਥੇ ਡਿਗੇਗਾ ਜਾ ਕੇ। 184 ਫੇਰ ਪਿਆ। ਫੇਰ ਕਹਿੰਦੇ ਫੇਰ ਚੱਕਰ ਪੈ ਗਿਆ ਭਾਈ। ਫਿਰ ਕੀ ਹੋਏਗਾ? ਮਰ ਜੰਮੇ ਹੋਏ ਖੁਆਰ। ਜੰਮਦਾ ਮਰਦਾ ਰਹੇਗਾ ਤੇ ਖੁਆਰ ਹੁੰਦਾ ਰਹੇਗਾ। ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਆਪ ਕਰਾਏ ਸੋਏ। ਕਹਿੰਦੇ ਮਾਲਕ ਜਿਹੜਾ ਹੈਗਾ ਇਹ ਸੇਵਾ ਵੀ ਮਾਲਕ ਨੇ ਕਰਵਾਉਣੀ ਹੈ ਭਾਈ।
ਤੂੰ ਮਾਲਕ ਤੋਂ ਡਿਮਾਂਡ ਕਰਨੀ ਆ। ਮਾਲਕ ਨੇ ਬ੍ਰਹਮ ਗਿਆਨੀ ਇਸੇ ਵਾਸਤੇ ਜਿਹੜਾ ਹੈਗਾ ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਉਹਨਾਂ ਦੀ ਪੈਜ ਵੀ ਰੱਖਦਾ ਹੈ, ਜਿਵੇਂ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ, ਇਸ ਤਰੀਕੇ ਦੇ ਨਾਲ। ਸਤਿਗੁਰ ਕੀ ਸੇਵਾ ਸੋ ਕਰੇ, ਜਿਸਨੂੰ ਆਪ ਕਰਾਏ ਸੋਏ। ਮਾਲਕ ਨੇ ਕਰਾਉਣੀ ਹੈ ਭਾਈ। ਇਹ ਸੇਵਾ ਵੀ ਬੜੀ ਔਖੀ ਹੈਗੀ, ਮਾਲਕ ਨੇ ਕਰਾਉਣੀ ਹੈ। ਪਰ ਜਿਹੜਾ ਕਰਨਾ ਚਾਹੇ, ਆਪਸ਼ਨ ਆਪਣੇ ਕੋਲ ਆ ਭਾਈ, ਇੱਛਾ ਆਪਣੀ ਹੈਗੀ ਆ। ਸਤਿਗੁਰ ਵਿੱਚ ਨਾਮ ਨਿਦਾਨ ਹੈ, ਕਰਮ ਪ੍ਰਾਪਤ ਹੋਏ। ਕਹਿੰਦੇ ਸਤਿਗੁਰੂ ਦੇ ਵਿੱਚ ਨਾਮ ਵਾਲੇ ਨਾਮ ਖਜ਼ਾਨਾ ਪਿਆ ਹੋਇਆ ਹੈ, ਅੰਮ੍ਰਿਤ ਰਸ ਪਿਆ ਹੈ, ਅਮਰ ਕਰਨ ਵਾਲੀ ਚੀਜ਼ ਹੈਗੀ ਆ ਭਾਈ। ਤੈਨੂੰ ਪੂਰੀ ਤਰ੍ਹਾਂ ਤੇਰਾ ਸੰਤੋਸ਼, ਤੇਰਾ ਜਿਹੜਾ ਹੈਗਾ, ਤੇਰੀ ਤ੍ਰਿਸ਼ਨਾ ਤੇਰੀ ਸ਼ਾਂਤ ਕਰ ਦੇਗੀ ਪੂਰੀ ਦੀ ਪੂਰੀ। ਆ ਜਨਮ ਮਰਨ ਦਾ ਗੇੜਾ ਤੇਰਾ 84 ਲੱਖ ਜੂਨਾਂ ਦਾ, ਇਹ ਖਤਮ ਹੋ ਜਾਏਗਾ। ਸਤਿਗੁਰੂ ਵਿੱਚ ਨਾਮ ਨਿਦਾਨ ਹੈ, ਕਰਮ ਪ੍ਰਾਪਤ ਹੋਏ। ਉਹ ਭਾਈ ਜੇ ਸੇਵਾ ਕਰੇਗਾ ਭਾਈ, ਜਿਹੜੀ ਸੇਵਾ ਕਹਿ ਰਹੇ ਸਤਿਗੁਰੂ, ਉਹ ਸੇਵਾ ਕਰੇਗਾ ਤੇ ਪ੍ਰਾਪਤ ਹੋ ਜਾਏਗਾ। ਆਹੀ ਹੈਗੇ ਬਖਸ਼ਿਸ਼ ਮਾਲਕ ਪਰਮਾਤਮਾ ਦੀ। ਸੱਚ ਰਤੇ ਗੁਰ ਸ਼ਬਦ ਸਿਓ, ਤਿੰਨ ਸੱਚੀ ਸਦਾ ਲਿਵ ਹੋਏ। ਜਿਹੜੇ ਇਸ ਸੇਵਾ ਦੇ ਵਿੱਚ ਜਿਹੜਾ ਗੁਰੂ ਦੇ ਸ਼ਬਦ ਦੇ ਦੁਆਰਾ ਰੱਤੇ ਜਾਂਦੇ ਆ, ਉਹਨਾਂ ਦੀ ਲਿਵ ਲੱਗ ਜਾਂਦੀ ਆ। ਤਿੰਨ ਸੱਚੀ ਸਦਾ ਲਿਵ ਹੋਏ, ਲਿਵ ਲੱਗ ਜਾਂਦੀ। ਲਿਵ ਦਾ ਕੀ ਮਤਲਬ ਆ ਬਈ? ਉਹਨਾਂ ਦੀ ਜਿਹੜੀ ਆ ਮਾਇਆ ਦੀਆਂ ਖਿੱਚਾਂ, ਉਹਨਾਂ ਦੇ ਜਿਚਰੇ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਹੰਕਾਰ, ਸ਼ਬਦੇ ਸਾਧ ਨਾ ਆਵੇ, ਨਾਮ ਨਾ ਲੱਗੇ ਪਿਆਰ। ਆ ਭਾਈ ਉਹਨਾਂ ਦੀ ਮਾਇਆ ਦੀਆਂ ਲਹਿਰਾਂ ਦੇ ਨਾਲ ਉਹਨਾਂ ਦੀ ਉਧਰੋਂ ਬਿਰਤੀ ਟੁੱਟ ਕੇ ਤੇ ਪਰਮਾਤਮਾ ਦੇ ਨਾਲ ਸੱਚੇ ਸ਼ਬਦ ਦੇ ਦੁਆਰਾ ਨਾਮ ਦੇ ਵਿੱਚ ਲਿਵ ਲੱਗ ਜਾਂਦੀ ਹੈ। ਨਾਨਕ ਜਿਸਨੂੰ ਮਿਲੇ ਨਾ ਵਿਛੜੈ। ਇਸ ਤਰੀਕੇ ਦੇ ਨਾਲ ਪਰਮਾਤਮਾ ਆਪਣੇ ਨਾਲ ਮਿਲਾਉਂਦਾ ਹੈਗਾ ਆ ਸੇਵਾ ਦੇ ਦੁਆਰਾ। ਜਿਹਨੂੰ ਵੀ ਮਿਲਾਉਂਦਾ ਆ ਉਹ ਫਿਰ ਦੁਬਾਰਾ ਵਿਛੜਦਾ ਨਹੀਂ ਹੈਗਾ। ਨਾਨਕ ਜਿਸਨੂੰ ਮਿਲੇ ਨਾ ਵਿਛੜੈ, ਸਹਿਜ ਸਮਾਵੇ ਸੋਏ। ਉਹ ਸਹਿਜ ਦੇ ਵਿੱਚ, ਸਹਿਜ ਅਵਸਥਾ ਦੇ ਵਿੱਚ ਉਹ ਸਮਾ ਜਾਂਦਾ ਹੈ ਭਾਈ। ਉਹਦੇ ਵਿਚਾਰ ਬੰਦ ਹੋ ਜਾਂਦੇ ਆ, ਉਹ ਜਿਹੜਾ ਹੈਗਾ ਉਹ ਆਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ। ਉਹਦੀ ਯਾਤਰਾ ਸਫਲ ਹੋ ਜਾਂਦੀ ਹੈ, ਨਾਮ ਪ੍ਰਾਪਤ ਹੋ ਜਾਂਦਾ ਹੈ। ਹਾਂਜੀ ਵੀਰ ਜੀ, ਠੀਕ ਹੈ ਜੀ। ਨਿਜੇ ਸਾਹਿਬ ਉਹ ਤੁਕ ਪਹਿਲੀ ਬੋਲੋ ਆਪ। ਸਤਿਗੁਰ ਜਿਨੀ ਨਾ ਸੇਵਿਓ, ਸ਼ਬਦੇ ਨਾ ਕੀਤੋ ਵਿਚਾਰ। ਸ਼ਬਦ ਦੇ ਦੁਆਰਾ ਨਾਮ ਦਾ ਵਿਚਾਰ ਕਰਨਾ ਸੀਗਾ, ਸਤਿਗੁਰੂ ਦੀ ਸੇਵਾ ਕਰਨੀ ਸੀ। ਜਿਨ੍ਹਾਂ ਨੇ ਨਹੀਂ ਕੀਤੀ ਉਹਨਾਂ ਦੇ ਅੱਗੇ ਗਿਆਨ ਵੀ ਨਹੀਂ ਆਇਆ, ਆਤਮ ਗਿਆਨ ਨਹੀਂ ਆਊਗਾ, ਤੇ ਉਹ ਤਾਂ ਕਹਿੰਦੇ ਮੁਰਦੇ ਦੇ ਬਰਾਬਰ ਹੈ, ਮ੍ਰਿਤਕ ਹੈ ਸੰਸਾਰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ, ਪਹਿਲੀ ਤੁਕ ਚ ਉਹਨਾਂ ਨੇ ਇੱਕ ਸਵਾਲ ਕੀਤਾ, ਦੂਸਰੀ ਤੁਕ ਚ ਨਾਲ ਜਵਾਬ ਦੇ ਦਿੱਤਾ। ਉਹ ਕਹਿੰਦੇ ਆ ਕਿ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਸ਼ਬਦ ਕਹਿਣ ਤੋਂ ਭਾਵ ਆ ਤੁਹਾਨੂੰ ਸੋਚ ਵਿਚਾਰ ਨਹੀਂ ਹੈਗੀ, ਤੁਸੀਂ ਕੋਈ ਵੀ ਕੰਮ ਕਰ ਰਹੇ ਜੋ ਨਹੀਂ ਸੋਚ ਰਹੇ, ਜੋ ਤੁਹਾਡਾ ਦਿਲ ਕੀਤਾ ਕਰ ਲਿਆ, ਜੋ ਤੁਹਾਡਾ ਦਿਲ ਕੀਤਾ ਖਾ ਲਿਆ, ਜੋ ਤੁਹਾਡਾ ਦਿਲ ਕੀਤਾ ਪਾ ਲਿਆ, ਜੋ ਤੁਹਾਡਾ ਦਿਲ ਕੀਤਾ ਬੋਲ ਦਿੱਤਾ, ਤੁਸੀਂ ਨਹੀਂ ਵਿਚਾਰ ਕੀਤੀ, ਫਿਰ ਤੇ ਨਿੱਜਾ ਸਾਹਿਬ ਉਹ ਕਿੱਦਾਂ ਦਾ ਵਿਚਾਰ ਦਾ ਮਤਲਬ ਤੇ ਇਹੋ ਹੀ ਆ ਕਿ ਜੀਵਨ ਆਪਾਂ ਕਿੱਧਰ ਲੈ ਕੇ ਜਾ ਰਹੇ ਹਾਂ। ਬਿਲਕੁਲ। ਵਿਚਾਰ ਦਾ ਮਤਲਬ ਇਹੋ ਹੀ ਹੈ ਸਾਧ ਸੰਗਤ ਜੀ। ਦੇਖੋ ਪਤਾ ਕੀ ਹੈ, ਵਿਚਾਰ ਦਾ ਮਤਲਬ ਹੈ ਧਰਮ, ਬੈਲੈਂਸ ਪਤਾ ਹੈ ਨਾ। ਬੈਲੈਂਸ, ਜਦੋਂ ਆਪਾਂ ਬੈਲੈਂਸ ਦੇ ਨਾਲ ਤੁਰ ਸਕਦੇ ਹਾਂ, ਬੈਲੈਂਸ ਦੇ ਨਾਲ ਹੀ ਮੋਟਰਸਾਈਕਲ ਚੱਲਦਾ ਹੈ, ਬੈਲੈਂਸ ਦੇ ਨਾਲ ਹੀ ਕਾਰ ਚੱਲਦੀ ਆ। ਥੋੜਾ ਜਿਹਾ ਧਿਆਨ ਆਪਣੀ ਤੁਸੀਂ ਸਟੀਅਰਿੰਗ ਤੋਂ ਪਰੇ ਕਰਕੇ ਤੁਸੀਂ ਕੈਸਟ ਵੀ ਚੇਂਜ ਕੀਤੀ ਨਾ, ਤੇ ਤੁਹਾਡੀ ਗੱਡੀ ਮਗਰਲੇ ਬੰਦੇ ਨੂੰ ਪਤਾ ਲੱਗ ਜਾਣਾ ਕਿ ਬੰਦੇ ਨੇ ਕੁਝ ਕੀਤਾ ਹੈ, ਇਹਦਾ ਥੋੜਾ ਜਿਹਾ ਸਟੀਅਰਿੰਗ ਡਾਵਾਡੋਲ ਹੋਇਆ। ਨੋਟਿਸ ਕਰੋਗੇ, ਪਤਾ ਲੱਗ ਜਾਣਾ ਤੁਹਾਨੂੰ ਮਗਰ ਬੈਠਿਆਂ ਨੂੰ, ਦੂਜਿਆਂ ਨੂੰ ਪਤਾ ਲੱਗੂ ਉਹਨੂੰ। ਇੱਥੇ ਵੀ ਉਹ ਕਹਿ ਰਹੇ ਨੇ ਕਿ ਜੇਕਰ ਤੂੰ ਸੱਜਣਾ ਆਪਣੀ ਜ਼ਿੰਦਗੀ ਦਾ ਬੈਲੈਂਸ ਹੀ ਨਹੀਂ ਕੀਤਾ, ਜਿੱਧਰ ਗੱਡੀ ਜਾਂਦੀ ਜਾਣ ਦਿੱਤੀ, ਹੁਣ ਤੁਸੀਂ ਚਲਾਉਣੀ ਤੇ ਸੜਕ ਦੇ ਉੱਤੇ ਆ, ਪਰ ਤੁਸੀਂ ਉਹਦਾ ਸਾਈਡ ਤੇ ਲਾ ਲਿਆ, ਤੇ ਨਿੱਜਾ ਸਾਹਿਬ ਕਿੱਡਾ ਕੁ ਵਧੀਆ ਕੰਮ ਕੀਤਾ। ਬਿਲਕੁਲ ਬਿਲਕੁਲ। ਜਿਹਨੂੰ ਮਕਸਦ ਹੀ ਨਹੀਂ ਪਤਾ ਜੀਵਨ ਦਾ, ਕਾਹਦੇ ਵਾਸਤੇ ਆਇਆ, ਮੈਂ ਕੰਮ ਕਰ ਰਿਹਾ, ਕੋਈ ਵੀ ਕੰਮ ਕਰ ਰਿਹਾ, ਕਿਤੇ ਵੀ ਸਵਾਸ ਲਗਾ ਰਿਹਾ ਆ, ਸਵਾਸ ਧਨ ਹੈਗਾ, ਤੇ ਉਹਦੇ ਨਾਲ ਮੈਨੂੰ ਆਊਟਪੁੱਟ ਆ ਰਹੀ ਹੈ ਕਿ ਮੈਨੂੰ ਨੁਕਸਾਨ ਹੋ ਰਿਹਾ, ਮੈਨੂੰ ਕੀ ਮਿਲ ਰਿਹਾ ਉਹਦੇ ਨਾਲ, ਆਹ ਵਿਚਾਰ ਆ। ਹਾਂਜੀ ਵਿੱਚ
ਤੇ ਸ਼ਬਦ ਦਾ ਤਾਂ ਮਤਲਬ ਤੇ ਇਹੋ ਹੀ, ਵਿਚਾਰ ਦਾ ਮਤਲਬ ਤੇ ਇਹੋ ਹੀ ਆ ਕਿ ਆਪਾਂ ਇੱਕ 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 ਟਾਰਗੇਟ ਹੈ ਆਪਣੀ ਜ਼ਿੰਦਗੀ ਦਾ ਕਿ ਬ੍ਰਹਮ ਗਿਆਨੀ ਬਣਨਾ ਆਪਾਂ। ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕੀ ਬਣਨਾ ਹੈ। ਤੁਸੀਂ ਬ੍ਰਹਮ ਗਿਆਨੀ ਬਣਨ ਵਾਸਤੇ ਸਾਰੀ ਭਗਤੀ ਕਰ ਰਹੇ ਜੋ, ਇੱਥੇ ਘੰਟਾ ਸਾਡੀਆਂ ਗੱਲਾਂ ਨਹੀਂ ਸੁਣਨ ਵਾਸਤੇ ਆਏ, ਕਿਉਂਕਿ ਤੁਹਾਡਾ ਜਿਹੜਾ ਜੀਵਨ ਦਾ ਸਭ ਤੋਂ ਵੱਡਾ ਟਾਰਗੇਟ ਹੈ, ਤੁਹਾਡਾ ਨਹੀਂ, ਜੋ ਵੀ ਸੰਸਾਰ ਦੇ ਵਿੱਚ ਹੈਗਾ ਉਹਦਾ ਟਾਰਗੇਟ ਹੈ ਉਹ ਬ੍ਰਹਮ ਗਿਆਨੀ ਹੋਵੇਗਾ ਤੇ ਤਾਂ ਹੀ ਇਸ ਸੰਸਾਰ ਤੋਂ ਉਹ ਅਲੱਗ ਹੋ ਸਕਦਾ। ਅਦਰਵਾਈਜ਼ ਉਹਨੂੰ ਰੀ ਅਪੀਅਰ ਹੋਣਾ ਪਊ। ਜਿੱਦਾਂ ਆਈਲੈਟਸ ਦਾ ਪੇਪਰ ਹੁੰਦਾ ਨਾ, ਬੰਦਾ ਫੇਲ ਹੋ ਜਾਂਦਾ, ਫਿਰ ਦੁਬਾਰਾ ਫੇਰ ਬਿਲਕੁਲ ਬਾਰ ਉਹ ਕੋਸ਼ਿਸ਼ ਕਰਦਾ ਹੈ। ਕੰਮ ਉਹੀ ਹੈ ਨਿੱਜਾ ਸਾਹਿਬ, ਹੋਰ ਕੋਈ ਔਖਾ ਕੰਮ ਨਹੀਂ ਹੈ। ਠੀਕ ਹੈ ਜੀ, ਬਿਲਕੁਲ। ਤੇ ਆਈਲੈਟਸ ਵਾਲਿਆਂ ਦਾ ਕੋਈ ਜਾਂਦਾ ਵਾ, ਉਹ ਕਹਿੰਦੇ ਆਈ ਜਾ, ਪੜ੍ਹੀ ਜਾ, ਪੇਪਰ ਦੇਈ ਜਾ। ਪਰ ਜਿਹੜੇ ਥੋੜਾ ਜਿਹਾ ਧਿਆਨ ਦਿੰਦੇ ਆ, ਜਿਹੜੇ ਵਿਚਾਰ ਕਰਦੇ ਆ, ਜਿਹੜਾ ਵੇਂਦੇ ਆ ਕਿ ਆਪਣੇ ਟਾਈਮ ਨੂੰ ਜਿਹੜਾ ਕੰਜ਼ਿਊਮ ਕਰਨਾ ਹੈ, ਹੁਣ ਮੈਂ ਪੜ੍ਹਾਈ ਕਰਨੀ ਆ, ਉਹ ਮੈਂ ਫਾਲਤੂ ਦੀਆਂ ਫਿਲਮਾਂ, ਟੀਵੀ, ਗੱਪਾਂ ਛੱਪਾਂ, ਮੋਬਾਇਲ ਤੇ ਗੇਮਾਂ ਨਹੀਂ ਖੇਡਣੀਆਂ। ਤੇ ਨਿੱਜਾ ਸਾਹਿਬ ਫਿਰ ਕੀ ਹੁੰਦਾ, ਉਹ ਗੇਮ ਚ ਪਾਰ ਹੋ ਜਾਂਦੇ ਨੇ, ਉਹਨਾਂ ਨੂੰ ਨੰਬਰ ਆ ਜਾਂਦੇ ਨੇ ਜਿੰਨੇ ਚਾਹੀਦੇ ਆ। ਤੇ ਜਿਹੜੇ ਨਹੀਂ ਧਿਆਨ ਦਿੰਦੇ ਆ, ਇੱਧਰ ਉੱਧਰ ਘੁੰਮਦੇ ਰਹਿੰਦੇ ਆ, ਤੇ ਉਹ ਫਿਰ ਕਹਿੰਦੇ ਆ ਸੰਸਾਰ ਬੈਠਾ, ਉਹ ਤੁਰਿਆ ਫਿਰਦਾ, ਇੱਕ ਨਹੀਂ ਕਰੋੜਾਂ ਹੀ ਹੈਗੇ ਨੇ। ਸੋ ਉਹ ਕਹਿ ਰਹੇ ਨੇ ਕਿ ਵਿਚਾਰ ਦਾ ਮਤਲਬ ਇਹੋ ਹੀ ਆ ਕਿ ਤੁਸੀਂ ਆਪਣੇ ਟਾਈਮ ਨੂੰ ਪਹਿਲਾਂ ਦੇਖੋ, ਟਾਰਗੇਟ ਕਰੋ ਕਿ ਤੁਸੀਂ ਕਰਨਾ ਕੀ ਹੈ, ਜਾਣਾ ਕਿੱਥੇ ਆ। ਹੁਣ ਤੁਸੀਂ ਇੱਕ ਕੰਮ ਆ, ਹੁਣ ਤੁਹਾਨੂੰ ਪਤਾ ਹੈ ਕਿ ਇਹ ਕੰਮ ਜਿਹੜਾ ਹੈਗਾ 20,000 ਰੁਪਏ ਨਾਲ ਹੋਣਾ, ਤੁਹਾਨੂੰ ਪਤਾ ਤੇ ਲੱਗੇ ਨਾ ਕਿ ਉਹ ਚੀਜ਼ ਕਿੰਨੇ ਦੀ ਬਣਨੀ ਆ, ਫਿਰ ਉਸ ਤੋਂ ਬਾਅਦ ਕੋਸ਼ਿਸ਼ ਕਰੋ 20,000 ਲਿਆਉਣਾ ਕਿੱਥੋਂ ਆ। ਬਿਲਕੁਲ। ਹੁਣ ਤੁਹਾਨੂੰ ਪਤਾ ਹੀ ਨਹੀਂ ਚੀਜ਼ ਕਿੰਨੇ ਦੀ ਹੈ, ਕਿੱਥੋਂ ਲਿਆਉਣੀ ਹੈ, ਕਿੱਥੋਂ ਪੈਦਾ ਕਰਨੀ ਆ, ਤੇ ਫਿਰ ਉਹ ਕੰਮ ਕਿਦੋਂ ਹੋਊਗਾ ਉਹ ਤੁਹਾਨੂੰ ਪਤਾ ਵੀ ਨਹੀਂ ਲੱਗਣਾ, ਤੁਹਾਡਾ ਜੀਵਨ ਲੰਘ ਜਾਣਾ, ਉਹ ਕੰਮ ਕੰਪਲੀਟ ਨਹੀਂ ਹੋਣਾ। ਸੋ ਇਹ ਟਾਰਗੇਟ ਧਰੀਏ ਆਪਣੇ ਜੀਵਨ ਚ ਕਿ ਅਸੀਂ ਜਿਹੜੀ ਗੱਡੀ ਆ ਉਹ ਸੜਕ ਤੇ ਚਲਾਉਣੀ ਆ, ਨਾ ਸੱਜੇ ਨਾ ਖੱਬੇ, ਨਿੱਜਰ ਸਾਹਿਬ ਸੈਂਟਰ ਚ। ਬਿਲਕੁਲ ਬੈਲੈਂਸ ਕਰਨਾ ਹੈ। ਬੈਲੈਂਸ ਕਰੋਗੇ ਤੇ ਗੱਡੀ ਤੁਹਾਡੀ ਵਧੀਆ ਚੱਲੂਗੀ। ਜੇ ਤੁਸੀਂ ਸਟੀਅਰਿੰਗ ਤੇ ਨਹੀਂ ਧਿਆਨ ਦਿੱਤਾ, ਕਹਿਣ ਤੋਂ ਭਾਵ ਹੈ ਕਿ ਤੁਹਾਡਾ ਜੀਵਨ ਵੇਖੋ ਕੀ ਆ। ਹੁਣ ਗੁਰੂਆਂ ਦਾ ਜੀਵਨ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ। ਆਪ ਗੁਰੂ ਨਾਨਕ ਪਾਤਸ਼ਾਹ ਨੂੰ ਵੇਖੋ, ਉਹਨੇ ਲੰਗਰ ਲਾਇਆ, ਲੋਕਾਂ ਦੇ ਪਿਆਂ ਦਾ ਲੰਗਰ ਨਹੀਂ ਲਾਇਆ, ਆਪਣੇ ਪਿਆਂ ਦਾ ਲੰਗਰ ਲਾਇਆ ਹੀ ਜਾ ਕੇ। ਨਿੱਜਾ ਸਾਹਿਬ ਬਿਲਕੁਲ, ਇਹ ਵੀ ਬੜਾ ਵਹਿਮ ਪਾ ਜਾਂਦਾ ਲੋਕਾਂ ਨੂੰ। ਜਿਹੜੀ ਚੀਜ਼ ਤੁਹਾਡੀ ਆ ਉਹਦਾ ਹੀ ਮੁੱਲ ਹੈ ਉਹਦੀ। ਤੁਸੀਂ ਇੱਧਰ ਉੱਧਰ ਫੜ ਕੇ ਜਿਹੜਾ ਕਰ ਰਹੇ ਜੋ, ਉਹ ਉਹਨਾਂ ਕਾਮਯਾਬ, ਉਹਨਾਂ ਪਾਵਰਫੁਲ ਨਹੀਂ ਹੈਗਾ। ਬਾਣੀ ਕਹਿੰਦੀ ਆ, ਕਾਲ ਕਰੇ ਕੁਛ ਹੱਥੋਂ ਦੇ, ਨਾਨਕ ਸੱਚ, ਨਾਨਕ ਰਾਹ ਪਛਾਣੇ ਸੇ। ਹਾਂਜੀ ਹਾਂ, ਰਾਹ ਪਛਾਣੇ ਸੇ। ਉਹ ਬੰਦਾ ਰਾਹ ਪਛਾਣਦਾ ਜਿਹੜਾ ਘਾਲਾ ਨਾਲ ਘੱਲਦਾ ਹੈ। ਤੇ ਘਾਲਣਾ ਤੇ ਤੁਹਾਨੂੰ ਪਤਾ ਹੀ, ਘਾਲਣਾ ਤੇ ਕਿਹਦੀ ਸਟੀਅਰਿੰਗ ਤੋਂ ਸੱਜੇ ਬੰਨੇ ਨਾ ਵੇਖ, ਨਾ ਖੱਬੇ ਵੇਖ, ਤੇਰਾ ਧਿਆਨ ਸੜਕ ਤੇ ਚਾਹੀਦਾ। ਖੱਡੇ ਖੁੱਡੇ ਆਉਣੇ ਹੀ, ਐ ਹਿਸਾਬ ਨਾਲ ਗੱਡੀ ਚਲਾ, ਤੂੰ ਖੱਡੇ ਚ ਨਾ ਮਾਰਦੀ। ਜੇ ਤੂੰ ਖੱਡੇ ਚ ਮਾਰੇਗਾ ਨਾ ਅੱਜ ਨਹੀਂ ਤੇ ਕੱਲ ਨੂੰ ਤੇਰੀ ਗੱਡੀ ਡੈਮੇਜ ਹੋ ਜਾਣੀ। ਤੇ ਉੱਥੇ ਵੀ ਉਹ ਕਹਿੰਦੇ ਮਿਸਯੂਜ਼ ਕੀਤਾ, ਇਹ ਵਾਰੰਟੀ ਚ ਨਹੀਂ ਹੈਗਾ, ਤੁਸੀਂ ਗਲਤ ਤਰੀਕੇ ਨਾਲ ਗੱਡੀ ਚਲਾਈ ਹੈ, ਉਹ ਚੀਜ਼ਾਂ ਤੁਹਾਨੂੰ ਨਹੀਂ ਮਿਲਣਗੀਆਂ। ਗੋਰਖੀ ਸਾਹਿਬ, ਆਪਾਂ ਤਾਂ ਗੱਡੀ ਜਿਹੜੀ ਹੈਗੀ ਆ ਉਸ ਰਸਤੇ ਤੇ ਹੀ ਨਹੀਂ ਚਲਾ ਰਹੇ ਨਾ, ਪਰਮਾਤਮਾ ਵਾਲੇ ਰਸਤੇ ਤੇ ਹੀ ਨਹੀਂ ਚਲਾ ਰਹੇ ਉਸ ਸੜਕ ਤੇ। ਆਪਾਂ ਤਾਂ ਗੱਡੀ ਜਿਹੜੀ ਆਪਣਾ ਤਾਂ ਗੱਡੀ ਜਿਹੜੀ ਹੈਗੀ ਜਾ ਹੀ ਹੋਰ ਕਿਸੇ ਪਾਸੇ ਨੂੰ ਰਹੀ ਹੈ, ਉਲਟੀ ਦਿਸ਼ਾ ਨੂੰ ਜਾ ਰਹੀ ਹੈ, ਬਾਹਰ ਵੱਲ ਨੂੰ। ਤੇ ਉਹੀ ਪੰਗਾ, ਕੋਈ ਹੋਰ ਮਸਲਾ ਹੋ ਗਿਆ। ਠੀਕ ਹੈ ਜੀ, ਉਹ ਕਹਿੰਦੇ ਆ ਕਿ ਇਹ ਵਿਚਾਰ ਕਰੋ। ਠੀਕ ਹੈ ਜੀ, ਤੇ ਜੇ ਨਹੀਂ ਵਿਚਾਰ ਕਰੋਗੇ ਅੰਤਰ ਗਿਆਨ ਨਾ ਆਇਓ। ਹੁਣ ਕਹਿੰਦੇ ਗਿਆਨ ਕਿਹਨੂੰ ਕਹਿੰਦੇ? ਗਿਆਨ ਦਾ ਦੇਖੋ ਪਤਾ ਕੀ ਹੈ, ਗਿਆਨ ਦਾ ਮਤਲਬ ਹੈਗਾ ਵਿਵੇਕ ਬੁੱਧੀ। ਬਿਲਕੁਲ। ਜਦੋਂ ਮਤਲਬ ਆਪਾਂ ਕੋਈ ਕਿਸੇ ਚੀਜ਼ ਤੋਂ ਆਪਾਂ ਲੌਂਗ ਟਰਮ, ਵੀ ਆਰ ਵੈਰੀ ਓਲਡ, ਬਹੁਤ ਪੁਰਾਣੇ ਆ, ਬਹੁਤ ਪੁਰਾਣੇ। ਇਹ ਧਰਤੀਆਂ, ਸੂਰਜ, ਚੰਦਰਮਾ, ਤਾਰੇ ਵੀ ਨਹੀਂ ਹੈਗੇ ਸੀ ਜਦੋਂ ਦੇ, ਆਪਾਂ ਬਹੁਤ ਪੁਰਾਣੇ ਆਪਾਂ। ਇਹ ਤੁਹਾਨੂੰ ਵੀ ਪਤਾ, ਤੁਸੀਂ ਬਹੁਤ ਪੁਰਾਣੇ ਜੋ। ਇਸ ਕਰਕੇ ਕੀ ਹੁੰਦਾ ਕਿ ਸਾਡੇ ਨਾਲ ਸੰਸਕਾਰ ਬਣ ਗਏ, ਸਾਨੂੰ ਪਤਾ ਨਹੀਂ ਲੱਗਣ ਦੇ। ਬਹੁਤ ਜ਼ਿਆਦਾ, ਕਈ ਜਨਮ ਮੈਂ ਕੀਟ ਪਤੰਗਾ, ਕਈ ਜਨਮ ਮੈਂ, ਬਹੁਤ ਲੌਂਗ ਟਾਈਮ ਤੋਂ ਮੈਂ ਚੱਲ ਰਿਹਾ। ਉਹ ਚੀਜ਼ਾਂ ਅਜੇ ਵੀ ਮੇਰੇ ਅੰਦਰ ਹੈਗੀਆਂ, ਮੇਰੇ ਅੰਦਰ ਉਹ ਜਾਨਵਰ ਵੀ ਹੈਗਾ। ਨਿੱਜਾ ਸਾਹਿਬ ਹੈ, ਹੁੰਦਾ ਹੈ, ਬੰਦਾ ਮੰਨੇ ਨਾ ਮੰਨੇ, ਹੁੰਦੇ ਜਾਨਵਰਾਂ ਦੇ ਅੰਦਰ ਕੁਝ ਸਾਡੇ ਚ ਲੱਛਣ ਹੁੰਦੇ। ਉਹ ਵੱਖਰੀ ਗੱਲ, ਪ੍ਰਗਟ ਹੋਣ ਨਾ ਹੋਣ, ਅਸੀਂ ਉਹਨੂੰ ਬੁੱਧੀ ਦੇ ਨਾਲ ਉਹਨੂੰ ਕੰਟਰੋਲ ਕਰ ਲਈਏ। ਹਰ ਇੱਕ ਇਨਸਾਨ ਦੇ ਅੰਦਰ ਨਾ ਜਾਨਵਰ ਦੀ ਫਿਤਰਤ ਹੁੰਦੀ ਹੈ, ਕਿਉਂਕਿ ਆਪਾਂ ਉੱਥੋਂ ਲੰਘ ਕੇ ਆਏ ਹਾਂ। ਬਿਲਕੁਲ। ਉਹਦੇ ਕੁਛ ਨਾ ਕੁਛ ਅਣੂ ਸਾਡੇ ਅੰਦਰ ਹੁੰਦੇ, ਸਾਡੇ ਜੀਨਸ ਤੇ ਹੁੰਦੇ। ਹੁਣ ਉੱਥੇ ਇੱਕ ਚੀਜ਼ ਨੂੰ ਸਮਝੋ, ਜਿਹੜਾ ਗਿਆਨ ਹੈ ਨਾ, ਉਹ ਗਿਆਨ ਇੱਕ ਹੁੰਦਾ ਹੈ ਵਿਵੇਕ ਬੁੱਧੀ, ਇੱਕ ਹੁੰਦੀ ਸਧਾਰਨ ਬੁੱਧੀ। ਦੇਖੋ ਪਤਾ ਕੀ ਹੈ ਕਿ
ਜਿਹੜੀ ਸਧਾਰਨ ਬੁੱਧੀ ਹੈ ਨਾ ਉਹ 'ਚ ਪੋਟੈਂਸ਼ੀਅਲ ਨਹੀਂ ਹੁੰਦਾ। ਮੈਂ ਆਪ ਨੂੰ ਸੌਖਾ ਕਰਕੇ ਸਮਝਾਉਣਾ, ਗੱਲ ਮੇਰੀ ਪਕੜ 'ਚ ਆ ਜੇ, ਤੁਹਾਨੂੰ ਯਾਦ ਰਹਿ ਜੇ, ਉਹਦਾ ਗੱਲ ਭੁੱਲ ਜਾਂਦੀ ਹੈ ਜਿੰਨਾ ਚਿਰ ਤੋਂ ਉਦਾਹਰਨਾਂ ਦਿੱਤੀ ਜਾਵੇ। ਬੜੀ ਮਾਮੂਲੀ ਜਿਹੀ ਚੀਜ਼ ਹੈ, ਐ ਸਲਿੱਪ ਹੋ ਜਾਏਗੀ। ਉਦੋਂ ਮੈਂ ਗੱਡੀ ਦਾ ਮੇਰਾ ਨਾ ਮਤਲਬ ਸਰਵਿਸ ਕਰਾਉਣ ਗਿਆ ਤੇ ਇੱਕ ਗੱਡੀ ਥੋੜੀ ਪੁਰਾਣੀ ਸੀ ਤੇ ਉਹਦਾ ਰੇਡੀਏਟਰ ਨਿੱਜਾ ਸਾਹਿਬ ਨਾਲ ਕੱਢ ਕੇ ਬਾਹਰ ਰੱਖਿਆ ਹੋਇਆ। ਮੈਂ ਕਿਹਾ ਇਹਨੂੰ ਕੀ ਪ੍ਰੋਬਲਮ ਹੈ? ਇਹ ਕਹਿੰਦੇ ਕਿ ਸਰ ਇਹਦੇ ਨਾ ਅੰਦਰ ਜਿਹੜੀ ਰੇਡੀਏਟਰ ਦੇ ਅੰਦਰ ਜਿਹੜੀ ਨਾ ਇਹ ਅੰਦਰ ਹੁੰਦੀ ਆ ਕਿ ਇਹਦੇ ਅੰਦਰ ਜਿਹੜੀ ਪਾਈਪਾਂ ਲੱਗੀਆਂ ਹੁੰਦੀਆਂ ਨਾ ਤੇ ਉਹਦੇ ਅੰਦਰ ਕਾਰਬਨ ਜੀ ਜੰਮ ਜਾਂਦੀ ਆ ਗਰਮ ਪਾਣੀ ਨੂੰ ਠੰਡਾ ਕਰਨ ਦੇ ਵਿੱਚ। ਤੇ ਹੁਣ ਕੀ ਹੁੰਦਾ ਕਿ ਉਹ ਪਾਣੀ ਦਾ ਫਲੋ ਉਹਨਾਂ ਵਧੀਆ ਨਹੀਂ ਰਹਿੰਦਾ ਤੇ ਇਸ ਕਰਕੇ ਕਿ ਇੰਜਣ ਛੇਤੀ ਗਰਮ ਹੋ ਜਾਂਦਾ। ਤੇ ਹੁਣ ਅਸੀਂ ਕੀ ਕਰਦੇ ਹਾਂ ਕਿ ਉਹ ਜਿਹੜੀਆਂ ਪਾਈਪਾਂ ਚੋਕ ਹੋ ਗਈਆਂ, ਜਿਹੜੀਆਂ ਬਲੌਕ ਹੋ ਗਈਆਂ, ਉਹਨੂੰ ਅਸੀਂ ਕੀ ਕਰਦੇ ਹਾਂ ਕਿ ਸਾਡੇ ਕੋਲ ਹੈ ਨੇ ਅਰੇਂਜਮੈਂਟ, ਅਸੀਂ ਉਹਨੂੰ ਕਲੀਨ ਕਰਦੇ ਹਾਂ। ਹਾਂ, ਗਰਮ ਕਰਕੇ ਜਿਹੜਾ ਹੈਗਾ ਗਰਮ ਕਰਕੇ ਕਲੀਨ ਕਰ ਦਿੰਦੇ ਆ। ਬਿਲਕੁਲ, ਹਾਂਜੀ। ਹਾਂ, ਫਿਰ ਮੈਂ ਸੋਚਦਾ ਕਿ ਇਹ ਟੈਕਨੀਕਲੀ ਗੱਲ ਤੇ ਸਾਡੇ ਨਾਲ ਹੀ ਰਿਲੇਟਡ ਹੈ। ਹਿਊਮਨ ਬ੍ਰੇਨ ਆਲਸੋ ਸੇਮ ਲਾਈਕ ਅ ਮਸ਼ੀਨ, ਵੀ ਆਰ ਆਲਸੋ ਮਸ਼ੀਨ। ਸਾਧ ਸੰਗਤ ਜੀ, ਆਪਾਂ ਮਸ਼ੀਨ ਆ, ਤੁਹਾਨੂੰ ਪਤਾ ਹੋਣਾ ਚਾਹੀਦਾ। ਵੀ ਆਰ ਜਸਟ ਮਸ਼ੀਨ, ਥੋੜੀ ਜਿਹੀ ਹਾਈ ਮੋਡੀਫਾਈ ਮਸ਼ੀਨ। ਉਹ ਫਿਰ ਮੈਂ ਕਹਿੰਦੇ ਆ ਕਿ ਜਿੱਦਾਂ ਕਾਰਬਨ ਜੰਮ ਜਾਂਦੀ ਹੈ ਰੇਡੀਏਟਰ ਦੇ ਵਿੱਚ, ਕਿਉਂਕਿ ਰੇਡੀਏਟਰ ਦਾ ਕੰਮ ਹੈਗਾ ਚੀਜ਼ ਨੂੰ ਠੰਡੀ ਕਰ ਦੇਣਾ। ਉਹ ਕੀ ਕਰਦਾ ਹੈ ਕਿ ਗਰਮ ਪਾਣੀ ਨੂੰ ਠੰਡਾ ਕਰਕੇ ਉਹਨੂੰ ਨਾਰਮਲ ਕਰਕੇ ਫਿਰ ਇੰਜਨ 'ਚ ਵਾਪਸ ਭੇਜਦਾ ਤਾਂ ਜੋ ਇੰਜਨ ਦਾ ਇੱਕ ਬੈਲੈਂਸ ਬਣਿਆ ਰਹੇ। ਇਸੇ ਤਰ੍ਹਾਂ ਸਾਡੀ ਬੁੱਧੀ ਆ, ਸਾਡੀ ਬੁੱਧੀ ਨੂੰ ਕੀ ਹੁੰਦਾ ਕਿ ਕਾਰਬਨ ਜੰਮ ਜਾਂਦੀ ਆ। ਜਦੋਂ ਸੰਸਾਰ 'ਚ ਆਪਾਂ ਵਿਚਰਦੇ ਆ ਨਾ, ਗਲਤ ਲੋਕਾਂ ਦੀ ਸੰਗਤ 'ਚ ਰਹਿੰਦੇ ਆ ਤੇ ਕੀ ਹੁੰਦਾ ਕਿ ਸਾਡੀ ਬੁੱਧੀ ਕੀ ਹੁੰਦੀ ਆ, ਕਬੁੱਧੀ ਹੋ ਜਾਂਦੀ ਹੈ। ਪਰ ਕਬੁੱਧੀ ਦੇ ਵਿੱਚ ਕੀ ਹੁੰਦਾ ਹੈ ਕਿ ਕਾਰਬਨ ਜੰਮ ਜਾਂਦੀ ਹੈ। ਹੁਣ ਕਹਿਣ ਤੋਂ ਭਾਵ ਆ ਇਹ ਚੀਜ਼ ਨੂੰ ਮਤਲਬ ਜਸਟੀਫਾਈ ਨਹੀਂ ਕਰ ਪਾਉਂਦੀ, ਡਿਸਾਈਡ ਨਹੀਂ ਕਰ ਪਾਉਂਦੀ ਕਿ ਹਾਲਤ ਸਹੀ ਆ ਕੀ ਗਲਤ ਆ। ਫਿਰ ਉਹ ਕੀ ਕਹਿੰਦੇ ਆ ਕਿ ਇਹ ਚੀਜ਼ ਜਿਹੜੀ ਹੈ ਤੇਰੀ ਅੰਦਰ ਖਰਾਬ ਹੋ ਗਈ ਹੈ, ਇਹਨੂੰ ਆਪਾਂ ਸੈੱਟ ਕਰਨਾ। ਜਿੱਦਾਂ ਰੇਡੀਏਟਰ ਦੀ ਰਿਪੇਅਰ ਕੀਤੀ ਜਾ ਸਕਦੀ, ਉਸੇ ਤਰ੍ਹਾਂ ਇੱਕ ਮੇਨਟੇਨੈਂਸ ਵਰਡ ਆ, ਮੇਨਟੇਨੈਂਸ। ਕਿਸੇ ਚੀਜ਼ ਨੂੰ ਮੇਨਟੇਨੈਂਸ ਕਰਨੀ। ਬਾਣੀ ਦੇ ਵਿੱਚ ਜੋ ਬਾਣੀ ਗੱਲ ਕਹਿ ਰਹੀ ਆ, ਜੋ ਆਪਾਂ ਸੰਗਤ ਕਰ ਰਹੇ ਹਾਂ, ਇਟ ਕਾਈਂਡ ਆਫ ਮੇਨਟੇਨੈਂਸ ਵਰਕਸ਼ਾਪ ਹੈ। ਸਹੀ ਹੈ ਨਾ ਜੀ ਸਾਹਿਬ? ਬਿਲਕੁਲ ਠੀਕ ਹੈ ਗੋਰਖੀ ਸਾਹਿਬ। ਲੇਕਿਨ ਇੱਕ ਚੀਜ਼ ਹੈਗੀ, ਬੁੱਧੀ ਮੰਨ ਲਓ ਆਪਣੀ ਜਿਹੜੀ ਹੈ ਨਾ ਬਹੁਤ ਸ਼ਾਰਪ ਬੁੱਧੀ ਹੈਗੀ ਆ, ਤਾਂ ਵੀ ਜਿਹੜਾ ਹੈਗਾ ਜਦ ਤੱਕ ਆਪਾਂ ਨੂੰ ਗਿਆਨ ਨਹੀਂ ਹੋਊਗਾ ਵੀ ਜਾਣਾ ਕਿੱਥੇ, ਕਰਨਾ ਕੀ ਹੈ ਕੰਮ, ਉਹਦੀ ਵੀ ਜਾਣਕਾਰੀ ਚਾਹੀਦੀ ਆ। ਬਸ ਆ ਵੀ ਮੇਰੀ ਹਾਂ ਠੀਕ ਹੈ ਸਰ, ਉੱਥੇ ਵੀ ਆ ਜਾਂਦੇ ਆ। ਹਾਂਜੀ ਹਾਂਜੀ। ਹੁਣ ਇੱਥੇ ਪ੍ਰੋਬਲਮ ਪਤਾ ਕੀ ਹੁੰਦੀ ਹੈ, ਜਿਹੜੀ ਬੁੱਧੀ ਆ, ਬੁੱਧੀ ਨੂੰ ਆਪਾਂ ਵਿਵੇਕ 'ਚ ਕਨਵਰਟ ਕਰਨਾ ਹੈ ਔਰ ਵਿਵੇਕ 'ਚ ਕਨਵਰਟ ਕਰਾਂਗੇ ਤਾਂ ਹੀ ਸਾਡੇ ਜਿਹੜੇ ਥਾਟ ਪ੍ਰੋਸੈਸ ਆ ਉਹਨੂੰ ਸਹੀ ਤਰ੍ਹਾਂ ਇਹ ਪ੍ਰੋਸੈਸ ਕਰੇਗੀ, ਅਦਰਵਾਈਜ਼ ਨਹੀਂ ਕਰੇਗੀ। ਕਿਉਂਕਿ ਤੁਹਾਡੇ ਕੋਲ ਵਿਵੇਕ ਹੀ ਨਹੀਂ ਹੈਗਾ। ਕਹਿਣ ਤੋਂ ਭਾਵ ਤੁਹਾਡਾ ਰੇਡੀਏਟਰ ਕੰਮ ਹੀ ਨਹੀਂ ਕਰ ਰਿਹਾ। ਹੁਣ ਕਿਸੇ ਨੇ ਕੋਈ ਗੱਲ ਕੀਤੀ, ਤੁਸੀਂ ਐਕਸ਼ਨ ਕਰ ਦੋਗੇ, ਫਟਾਕ ਐਕਸ਼ਨ ਕਰ ਦੋਗੇ, ਕਿਉਂਕਿ ਪ੍ਰੋਸੈਸ ਨਹੀਂ ਕੀਤੀ ਤੁਸੀਂ ਚੀਜ਼। ਤੁਸੀਂ ਅਜੇ ਰੇਡੀਏਟਰ 'ਚ ਜਾਣ ਨਹੀਂ ਦਿੱਤੀ, ਪਹਿਲੇ ਬਾਹਰ ਕੱਢ ਲਈ ਹੈ। ਹਜੇ ਰੇਡੀਏਟਰ ਦਾ ਮਤਲਬ ਕਿ ਬੁੱਢੀ ਦੇ ਵਿੱਚ ਜਾਣਾ ਸੀ, ਬੁੱਧੀ ਨੇ ਉਹਨੂੰ ਪ੍ਰੋਸੈਸ ਕਰਨਾ ਸੀ, ਉਹਨੂੰ ਕੂਲ ਡਾਊਨ ਕਰਨਾ ਸੀ। ਕਿਉਂਕਿ ਦੂਜੇ ਨੇ ਥੋੜੀ ਕੋਈ ਗਲਤ ਕੰਮ ਕੀਤਾ ਤੇ ਅਸੀਂ ਵੀ ਬੰਦੇ ਆ ਯਾਰ, ਅਸੀਂ ਕੋਈ ਜਾਨਵਰ ਥੋੜੀ ਆ। ਹੁਣ ਕੁੱਤੇ ਦੀ ਪੂਛ ਤੇ ਪੈਰ ਰੱਖੋ, ਕੁੱਤੇ ਨੇ ਭੌਂਕਣਾ ਸ਼ੁਰੂ ਕਰਤਾ ਕਿਉਂਕਿ ਜਾਨਵਰ ਆ। ਪਰ ਯਾਰ ਆਪਾਂ ਤੇ ਸੋਚ ਸਕਦੇ ਆ ਨਾ ਕਿ ਸਾਡਾ ਐਕਸ਼ਨ ਕਿੰਨਾ ਕੁ ਇੰਪੋਰਟੈਂਟ ਆ ਔਰ ਸਾਨੂੰ ਕਿਸ ਲੈਵਲ ਤੇ ਐਕਸ਼ਨ ਕਰਨਾ ਚਾਹੀਦਾ। ਦੇਖੋ ਇਹ ਚੀਜ਼ ਨੂੰ ਸਮਝੋ। ਇਹ ਚੀਜ਼ਾਂ ਦਾ ਉਦਾਹਰਨਾਂ ਮਹਾਤਮਾ ਬੁੱਧ ਨੇ, ਗੁਰੂ ਨਾਨਕ ਪਾਤਸ਼ਾਹ ਨੇ ਬੜੇ ਤਰੀਕੇ ਨਾਲ ਦਿੱਤੀਆਂ ਨੇ। ਗੁਰੂ ਨਾਨਕ ਪਾਤਸ਼ਾਹ ਨੇ ਲੋਕੀ ਕੁਰਾਈਆ ਕਹੀ ਜਾਂਦੇ, ਕੋਈ ਭੂਤਨਾ ਕਹੀ ਜਾਂਦਾ, ਕੋਈ ਬੇਤਾਲਾ ਕਹੀ ਜਾਂਦਾ। ਕਹਿਣ ਤੋਂ ਭਾਵ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਅੰਦਰ ਵਿਵੇਕ ਹੈਗਾ। ਉਹ ਪ੍ਰੋਸੈਸ ਕਰਦੇ ਨੇ, ਸੰਸਾਰ ਦੇ ਨਾਲ ਰਿਐਕਸ਼ਨ ਨਹੀਂ ਕਰਦੇ, ਕਿਉਂਕਿ ਉਹ ਬੜੇ ਕੂਲ ਹੋ ਕੇ ਬੈਠੇ ਨੇ, ਸ਼ਾਂਤ ਨੇ, ਸ਼ਾਂਤ ਚਿੱਤ ਨਾਲ ਬੈਠੇ ਨੇ। ਹੁਣ ਜਿਹੜਾ ਬੰਦਾ ਸ਼ਾਂਤ ਨਾਲ ਬੈਠਾ, ਦਫ਼ਤਰ 'ਚ ਵਹਿ ਰਮਾਨ ਨਾਲ ਸ਼ਾਂਤੀ ਨਾਲ ਬੈਠਾ, ਤੇ ਉਹ ਕਿਸੇ ਵੀ ਕੰਮ ਨੂੰ ਬੜੇ ਚੰਗੇ ਤਰੀਕੇ ਨਾਲ ਹੈਂਡਲ ਕਰ ਸਕਦਾ। ਤੇ ਜਿਹੜਾ ਬੰਦਾ ਐਵੇਂ ਭੱਜਾ ਫਿਰਦਾ ਹੈ, ਉਹ ਥੋੜਾ ਜਿਹਾ ਕੰਮ ਵੀ ਆਊਗਾ। ਹੁਣ ਕਈ ਜਨਾਨੀਆਂ ਵੇਖੋਗੇ ਨਾ, ਉਹਨਾਂ ਦੇ ਘਰ 5-7 ਪ੍ਰਾਹੁਣੇ ਆਉਣਗੇ ਨਾ, ਬੜੇ ਆਰਾਮ ਦੇ ਨਾਲ ਰੋਟੀਆਂ ਬਣਾ ਲੈਣਗੀਆਂ। ਤੇ ਕਈਆਂ ਨੂੰ ਕਿਤੇ ਚਾਹ ਬਣਾਉਣੀ ਪੈ ਜੇ ਤੇ ਨਿੱਜਰ ਸਾਹਿਬ ਸਾਰਾ ਘਰ ਹੀ ਸਿਰ ਤੇ ਚੁੱਕ ਲੈਂਦੀਆਂ। ਇਹ ਸੁਭਾਅ ਹੁੰਦਾ ਬੰਦੇ ਦਾ। ਇਹ ਨਹੀਂ ਤੇ ਤੁਸੀਂ ਪਲੀਜ਼, ਤੁਹਾਡੀ ਜ਼ਿੰਦਗੀ ਮੇਰੇ ਹਿਸਾਬ ਨਾਲ ਸਾਰੇ ਆਪਾਂ ਵੱਡੀ ਉਮਰ ਦੇ ਆ, ਤੁਸੀਂ ਲਾਗੇ ਬੰਨੇ ਨਜ਼ਰ ਮਾਰ ਕੇ ਵੇਖੋ, ਉਹਨਾਂ ਦੀ ਸ਼ਕਲ ਵੇਖੋ। ਚਾਹ ਬਣਾਉਣੀ ਸਮਝ ਲਓ ਕਿ ਉਹਨਾਂ ਨੂੰ ਏਦਾਂ ਕਹਿਤਾ ਕਿ ਜਿੱਦਾਂ 100 ਬੰਦੇ ਦਾ ਲੰਗਰ ਪਕਾਉਣਾ। ਕਈ ਬੰਦੇ ਦਾ ਸੁਭਾਅ ਹੁੰਦਾ ਔਰ ਕਈ ਬੰਦੇ ਆ ਸ਼ਾਂਤੀ ਨਾਲ ਲੱਗੇ ਆ, ਸਮੁੰਦਰਾਂ ਨੂੰ ਤੁਰੇ ਜਾਂਦੇ ਆ। ਕੀ ਮਜਾਲ ਆਵਾਜ਼ ਆ ਜੇ, ਜ਼ਿੰਦਗੀ ਹੈ ਹੀ ਉਹ। ਹੁਣ ਇੱਥੇ ਆਪਾਂ ਗੱਲ ਕਰੀਏ, ਉਹ ਰੇਡੀਏਟਰ ਤੇ ਆਪਾਂ ਬਾਹਰ ਕੱਢ ਲਿਆ,
ਉਹਦੀ ਤੇ ਸਰਵਿਸ ਕਰ ਦਿੱਤੀ। ਹੁਣ ਸਾਡੀ ਜਿਹੜੀ ਬੁੱਧੀ ਆ ਇਹਨੂੰ ਸਰਵਿਸ ਕਰਨ ਦਾ ਇੱਕ ਛੋਟਾ ਜਿਹਾ ਤਰੀਕਾ ਹੈ, ਇਹਨੂੰ ਕਹਿੰਦੇ ਧਿਆਨ ਤੇ ਸਿਮਰਨ। ਧਿਆਨ ਸਿਮਰਨ ਦੇ ਵਿੱਚ ਕੀ ਕਰਦੇ ਆ, ਧਿਆਨ ਦੇ ਵਿੱਚ ਕੀ ਕਰਦੇ ਆ ਕਿ ਆਪਣੇ ਧਿਆਨ ਨੂੰ ਆਪਣੇ ਚ ਰੋਕ ਦੇਣਾ, ਇਹੋ ਹੀ ਦੀ ਮੇਨਟੇਨੈਂਸ ਹੈ। ਔਰ ਸਾਡੇ ਗੁਰੂਆਂ ਨੇ ਸਾਨੂੰ ਕੇਵਲ ਇਹੋ ਦੱਸਿਆ ਹੈ ਕਿ ਤੇਰੀ ਬੁੱਧੀ ਜਿਹੜੀ ਹੈ ਨਾ ਹੁਣ ਉਹਨਾਂ ਕੰਮ ਨਹੀਂ ਕਰ ਪਾ ਰਹੀ, ਇਹਨੂੰ ਸਹੀ ਤੇ ਗਲਤ ਦਾ ਭੇਦ ਹੀ ਨਹੀਂ ਪਤਾ। ਔਰ ਤੈਨੂੰ ਇਸ ਭੇਦ ਨੂੰ ਜਾਣਨ ਦੇ ਲਈ ਬ੍ਰਹਮ ਗਿਆਨੀਆਂ ਦੀਆਂ ਕਿਤਾਬਾਂ ਪੜ੍ਹਨੀਆਂ ਪੈਣੀਆਂ, ਉਹਨਾਂ ਦੇ ਨਿਰਦੇਸ਼ ਪੜ੍ਹਨੇ ਪੈਣਗੇ, ਜੋ ਕਹਿਣਗੇ ਤੈਨੂੰ ਕਰਨਾ ਪਊਗਾ। ਜੇ ਤੂੰ ਉਸ ਅਨੁਸਾਰ ਜੀਵਨ ਬਤੀਤ ਕਰੇਗਾ ਨਾ, ਸੰਗਤ ਕਰਨਾ ਮਤਲਬ ਇਹੋ ਹੀ ਹੈ, ਕਾਈਂਡ ਆਫ ਉਹਨਾਂ ਦੀ ਗਿਆਨ ਨੂੰ ਪ੍ਰਾਪਤ ਕਰਨਾ, ਫਿਰ ਆਪਣੇ ਅੰਦਰ ਗ੍ਰਹਿਣ ਕਰਨਾ, ਫਿਰ ਉਹਨੂੰ ਪ੍ਰੋਸੈਸ ਕਰਨਾ। ਪ੍ਰੋਸੈਸ ਕਰਨਾ ਮਤਲਬ ਦੇਖੋ ਆਪਣੇ ਜਿੰਨੇ ਵੀ ਬ੍ਰਹਮ ਗਿਆਨੀ ਨੇ ਨਾ, ਆਪ ਪਲੀਜ਼ ਇਸ ਗੱਲ ਨੂੰ ਨੋਟਿਸ ਕਰੋ। ਕਈ ਵਾਰ ਨਾ ਮਾਂ-ਬਾਪ ਕਹਿੰਦੇ ਨੇ ਕਿ ਅਸੀਂ ਬੱਚਿਆਂ ਨੂੰ ਕਹਿੰਦੇ ਯਾਰ ਪੜ੍ਹੋ, ਫਲਾਨਾ ਕੰਮ ਕਰੋ, ਜੁੱਤੀ ਉੱਥੇ ਰੱਖੋ, ਤੁਸੀਂ ਬੋਲੋ, ਅਸੀਂ ਬੋਲੋ, ਤੂੰ ਦਾ ਇਸਤੇਮਾਲ ਘੱਟ ਕਰੋ, ਏਦਾਂ ਦੇ ਅੱਖਰ ਆਪਾਂ ਸਿਖਾਉਣਾ ਚਾਹੁੰਦੇ ਹਾਂ। ਪਰ ਬੱਚੇ ਕਹਿਣ ਦੇ ਨਾਲ ਥੋੜੀ ਸਿੱਖਦੇ ਆ। ਬੱਚੇ ਸਿੱਖਦੇ ਆ ਜਿੱਦਾਂ ਦਾ ਅਸੀਂ ਜੀਵਨ ਖੁਦ ਬਤੀਤ ਕਰਾਂਗੇ, ਸਾਨੂੰ ਉਹਨਾਂ ਨੇ ਕਾਪੀ ਕਰਨਾ ਹੈ। ਨਿੱਜਰ ਸਾਹਿਬ ਇਹ ਗੱਲ ਨਾਲ ਤੁਸੀਂ ਐਗਰੀ ਕਰਦੇ ਜੋ? ਬਿਲਕੁਲ ਹਾਂ, ਇਹੋ ਹੀ ਗੱਲ ਆ। ਗੁਰੂ ਨਾਨਕ ਪਾਤਸ਼ਾਹ ਜੀ ਨੇ, ਕਬੀਰ ਜੀ ਨੇ, ਹੋਰ ਜਿੰਨੇ ਵੀ ਬ੍ਰਹਮ ਗਿਆਨੀ ਹੋਏ ਨੇ, ਉਹਨਾਂ ਨੇ ਉਹ ਪ੍ਰੈਕਟੀਕਲ ਉਸ ਜੀਵਨ ਨੂੰ ਬਤੀਤ ਕੀਤਾ, ਕੇਵਲ ਗੱਲਾਂ ਨਹੀਂ ਕੀਤੀਆਂ। ਫਿਰ ਉਹਨੇ ਕਿਹਾ ਵਾ ਕਿ ਗੱਲੀਆਂ ਸੀ ਚੰਗੀਆਂ, ਆਚਾਰੀ ਬੁਰੀਆਂ। ਮਤਲਬ ਹੀ ਇਹੋ ਸੀ ਕਿ ਮੈਂ ਕੇਵਲ ਗੱਲਾਂ ਨਹੀਂ ਕਰਦਾ ਪਿਆ, ਮੈਂ ਪ੍ਰੈਕਟੀਕਲ ਉਸ ਜੀਵਨ ਨੂੰ ਬਤੀਤ ਕਰ ਰਿਹਾ। ਸਾਨੂੰ ਉਹ ਏਦਾਂ ਦਾ ਜੀਵਨ ਬਤੀਤ ਕਰਕੇ ਸਾਨੂੰ ਉਦਾਹਰਨ ਦੇ ਕੇ ਗਏ ਨੇ। ਔਰ ਇਹੋ ਗੱਲ ਸਾਡੇ ਲਈ ਆ। ਹੁਣ ਅਸੀਂ ਚਾਹੁੰਦੇ ਹਾਂ ਕਿ ਬੱਚੇ ਸਾਡੇ ਸੁਧਰ ਜਾਣ, ਸਾਰੇ ਓਕੇ ਰਿਪੋਰਟ ਹੋ ਜਾਣ, ਪਰ ਮੈਂ ਜਿਹੜਾ ਵਾ ਮੈਂ ਨਹੀਂ ਆਪਣੇ ਆਪ ਨੂੰ ਬਦਲਣਾ। ਜਿਹੜਾ ਮੇਰਾ ਜੀਵਨ ਆ ਮੇਰਾ ਉਦਾਂ ਹੀ ਰਵੇ। ਤੇ ਬੰਦਾ ਪੁੱਛੇ ਜਦੋਂ ਤੁਸੀਂ ਰੋਲ ਮਾਡਲ ਹੀ ਨਹੀਂ ਸਹੀ ਕਰੋਗੇ ਤੇ ਨਿੱਜਰ ਸਭ ਤੁਹਾਨੂੰ ਫੋਲੋ ਕਿਹਨੇ ਕਰਨਾ? ਬਿਲਕੁਲ ਉਹ ਤੇ ਫਿਰ ਡਰੇ ਹੋਏ ਨੇ, ਸਹਿਮੇ ਹੋਏ ਨੇ, ਕਿਉਂਕਿ ਇਕਨੋਮਿਕਲੀ ਤੁਹਾਡੇ ਤੇ ਡਿਪੈਂਡਡ ਆ। ਹਜੇ ਉਹਨਾਂ ਦੇ ਪਰ ਨਹੀਂ ਹੈਗੇ, ਕਿਉਂਕਿ ਹਜੇ ਉਹ ਵਿਚਾਰੇ ਰੋਟੀ ਪਾਣੀ ਦਾ ਮਸਲਾ ਹੈ, ਮੁੜ ਕੇ ਫੀਸਾਂ ਫੂਸਾਂ ਤੁਸੀਂ ਦੇਣੀਆਂ ਨੇ, ਇਸ ਕਰਕੇ ਤੁਸੀਂ ਹਿਟਲਰ ਬਣ ਕੇ ਬੈਠੇ ਜੋ। ਪਰ ਜਦੋਂ ਉਹ ਇਕਨੋਮਿਕਲੀ ਸਟਰੋਂਗ ਹੋ ਗਏ, ਉਹ ਤੁਹਾਡੇ ਵਰਗੇ ਹਿਟਲਰ ਨੂੰ ਛੱਡ ਕੇ ਅਲੱਗ ਹੋ ਜਾਣਗੇ। ਕਿਉਂਕਿ ਕਾਫੀ ਜ਼ਿਆਦਾ ਹੋ ਗਿਆ ਨਾ ਪ੍ਰੋਬਲਮ। ਤੁਸੀਂ ਵੇਖੋ ਰਿਸ਼ਤੇ ਕਿੱਥੋਂ ਟੁੱਟਦੇ ਨੇ। ਹਰ ਇੱਕ ਰਿਸ਼ਤੇ ਦੀ ਇੱਕ ਲਿਮਟ ਆ। ਲਿਮਟ ਇੱਕ ਅੰਗਰੇਜ਼ੀ ਦਾ ਵਰਡ ਆ, ਕਹਿਣ ਤੋਂ ਭਾਵ ਇੱਕ ਗਲਾਸ ਆ, ਉਹਦੀ ਲਿਮਟ ਆ, ਉਹ ਚ 100 ਗ੍ਰਾਮ 200 300 400 ਗ੍ਰਾਮ ਪਾਣੀ ਪੈ ਸਕਦਾ, ਹੋ ਸਕਦਾ ਲੀਟਰ ਪੈ ਸਕਦਾ, ਪਰ ਓਵਰਫਲੋ ਹੋ ਜਾਂਦਾ ਜੀ ਜੇ ਜ਼ਿਆਦਾ ਪਾਲਤਾ ਤੇ। ਨਿੱਜਰ ਸਾਹਿਬ ਬਿਲਕੁਲ ਇਸੇ ਤਰ੍ਹਾਂ ਰਿਸ਼ਤੇ ਨੇ, ਤੁਹਾਡੇ ਰਿਸ਼ਤੇਦਾਰ ਨੇ, ਤੁਹਾਡੇ ਭੈਣ ਭਰਾ, ਤੁਹਾਡੇ ਮੰਮੀ ਪਾਪਾ, ਤੁਹਾਡੀ ਵਾਈਫ, ਤੁਹਾਡਾ ਹਸਬੈਂਡ, ਉੱਥੇ ਵੀ ਲਿਮਟ ਹੈਗੀ ਆ। ਤੁਸੀਂ ਲਿਮਟ ਕ੍ਰਾਸ ਕੀਤੀ ਨਾ ਤੇ ਹੌਲੀ ਹੌਲੀ ਰਿਸ਼ਤਾ ਜਿਹੜਾ ਗਲ ਜਾਣਾ ਵਾ, ਬੰਦੇ ਨੂੰ ਪਤਾ ਨਹੀਂ ਲੱਗਦਾ। ਆਖਿਰ ਤੇ ਬੰਦਾ ਪਹੁੰਚ ਜਾਂਦਾ ਡਿਵੋਰਸ ਦੇ। ਕਿਉਂ? ਉਹ ਇੱਕ ਵੱਖਰੀ ਜੀਵਨ ਨੂੰ ਬਤੀਤ ਕਰਦਾ। ਇਹ ਮੈਂ ਅੱਜ ਟੌਪਿਕ ਇਸ ਕਰਕੇ ਫੜਿਆ ਕਿ ਇੱਕ ਸਾਡੇ ਨਾ, ਮੈਨੂੰ ਅੱਜ ਕਿਸੇ ਦਾ ਫੋਨ ਆਇਆ ਸੀ, ਵਿਚਾਰੀ ਉਹ ਏਦਾਂ ਦਾ ਜੀਵਨ ਬਤੀਤ ਕਰ ਰਹੀ ਸੀ। ਮੈਂ ਉਹਨੂੰ ਦੱਸਣਾ ਚਾਹੁੰਦਾ ਸਾਂ ਕਿ ਰਿਸ਼ਤਾ 1 ਮਿੰਟ 'ਚ ਖਤਮ ਨਹੀਂ ਹੋਇਆ, ਉਹਦੇ ਲਈ ਬਹੁਤ ਟਾਈਮ ਲੱਗਾ। ਯੂ ਕੈਨ ਉੱਥੇ ਕੁਝ ਕਰ ਸਕਦਾ ਸਾਂ ਜਾਂ ਤੂੰ ਕਰ ਸਕਦੀ ਸਾਂ, ਕਿਉਂਕਿ ਇੱਕਦਮ ਤੇ ਰੱਸੀ ਟੁੱਟਦੀ ਨਹੀਂ ਹੈ ਨਿੱਜਰ ਸਾਹਿਬ, ਉਹ ਤੇ ਹੌਲੀ ਹੌਲੀ ਟੁੱਟਦੀ ਹੈ ਨਾ। ਔਰ ਤੈਨੂੰ ਵੀ ਪਤਾ ਤੂੰ ਕਿੰਨਾ ਵਜਨ ਪਾ ਰਿਹਾ ਵਾ ਜਾਂ ਪਾ ਰਹੀ ਆ। ਤੇ ਹੁਣ ਜੇ ਤੇ ਉਸ ਨੂੰ ਤੂੰ ਨਾਲ ਨਾਲ ਰਿਪੇਅਰ ਕਰਦਾ ਰਹਿੰਦਾ ਤੇ ਐਡਾ ਵੱਡਾ ਮੋੜ ਨਹੀਂ ਹੋਣਾ ਸੀ। ਪਰ ਹੁਣ ਕੋਈ ਫਾਇਦਾ ਨਹੀਂ ਆ। ਹੁਣ ਤੇ ਜੋ ਹੋਣਾ ਸੀ ਹੋ ਗਿਆ। ਹੁਣ ਤੇ ਇਹੋ ਹੀ ਆ ਕਿ ਜੋ ਡਿਸੀਜਨ ਲਿਆ ਉਹ ਤੇ ਸਟੇ ਕਰੋ ਤੇ ਅੱਗੇ ਤੁਰ ਪੋ। ਇਹੋ ਬਾਣੀ ਕਹਿੰਦੀ ਹੈ। ਪਰ ਬਾਣੀ ਇਹ ਵੀ ਕਹਿੰਦੀ ਆ ਕਿ ਜਦ ਤੱਕ ਮੇਨਟੇਨੈਂਸ ਦੀ ਜ਼ਰੂਰਤ ਹੈ, ਸੱਜਣਾ, ਜਦੋਂ ਤੂੰ ਗੱਡੀ ਨੂੰ ਮੇਨਟੇਨ ਕਰਦਾ ਨਾ, ਕਾਰਾਂ ਨੂੰ ਮੇਨਟੇਨ ਕਰਦਾ ਹੈ, ਘਰ ਨੂੰ ਮੇਨਟੇਨ ਕਰਦਾ, ਮੈਂ ਪੱਖਿਆਂ ਦੀ ਸਰਵਿਸ, ਹੋਰ ਹਰ ਚੀਜ਼ ਦੀ ਸਰਵਿਸ ਕਰਦਾ, ਇਸੇ ਤਰ੍ਹਾਂ ਤੈਨੂੰ ਆਪਣੇ ਜੀਵਨ ਦੇ ਵਿੱਚ ਵੀ ਸਰਵਿਸ ਵਰਗੇ ਗੁਣ ਨੂੰ ਅਖਤਿਆਰ ਕਰਨ ਦੀ ਲੋੜ ਹੈ। ਜਿੱਥੇ ਰਿਸ਼ਤੇ ਕਮਜ਼ੋਰ ਹੋ ਗਏ ਨੇ, ਸਰਵਿਸ ਕਰੋ, ਉੱਥੇ ਇਨਵੈਸਟਮੈਂਟ ਕਰੋ, ਉਸ ਰਿਸ਼ਤਿਆਂ ਨੂੰ ਫੇਰ ਮਜ਼ਬੂਤ ਕੀਤਾ ਜਾਵੇ। ਸਹੀ ਹੈ ਨਿੱਜਰ ਸਾਹਿਬ? ਬਿਲਕੁਲ, ਕੋਈ ਗਲਤ ਤੇ ਨਹੀਂ ਕਹਿਤਾ? ਨਹੀਂ ਠੀਕ ਹੈ ਜੀ। ਥੋੜਾ ਕਥਾ ਤੋਂ ਬਾਹਰ ਚੱਲ ਜਾਈਦਾ, ਪਰ ਕੀ ਕਰੀਏ, ਇਹ ਵੀ ਬੜੇ ਜ਼ਰੂਰੀ ਮੈਟਰ ਹੈਗੇ ਨੇ। ਦੇਖੋ ਬਾਣੀ ਕੀ ਕਹਿੰਦੀ ਆ ਕਿ ਜੇ ਤੂੰ ਘਰ ਤੇਰਾ ਸ਼ਾਂਤ ਨਹੀਂ ਆ, ਤੁਸੀਂ ਬ੍ਰਹਮ ਗਿਆਨੀ ਨਹੀਂ ਬਣ ਸਕਦੇ। ਘਰੇ ਲੜਾਈ ਪਈ ਆ, 2 ਟਾਈਮ ਦੀ ਰੋਟੀ ਮਿਲਦੀ ਨਹੀਂ, ਅਗਲੀ ਕਿਲੋ ਸ਼ਬਦ ਬੋਲਦੀ ਆ, ਉਹ ਫਿਰ ਉੱਥੇ ਘਰ 'ਚ ਤੁਸੀਂ ਕਰੋਗੇ ਨਾ ਸਮਾਧੀ ਲਾ ਲਓ, ਤੁਹਾਨੂੰ ਸਮਾਧੀ ਕਦੇ ਚੰਗੀ ਲੱਗਣੀ? ਘਰ ਦੇ ਹਾਲਾਤ ਤੁਹਾਡੇ ਬੜੇ ਇੰਪੋਰਟੈਂਟ ਨੇ। ਔਰ ਮੋਸਟਲੀ ਬੰਦਾ ਜਿਹੜਾ ਵਾ ਉਹਦੇ ਘਰ ਦੇ ਤਾਣਾ ਉਲਝਿਆ। ਹਾਂਜੀ, ਇਹ ਨਾ ਸੁਖਜੀਤ ਜੀ ਤੇ ਉਹ ਨਵਾਬ ਸਾਹਿਬ ਕੁਝ ਕਹਿਣਾ ਚਾਹੁੰਦੇ ਆ। ਹਾਂਜੀ ਸੁਖਜੀਤ। ਹਾਂਜੀ ਆਜੋ ਸਰ, ਆਜੋ। ਨਹੀਂ, ਆਪਣੇ ਗੁਰਕੇ ਸਾਹਿਬ, just to add to that,
ਤੁਸੀਂ ਕਿਹਾ ਵੀ ਸਾਰਿਆਂ ਨੂੰ ਆਪਣਾ ਮੇਨਟੇਨੈਂਸ ਕਰਨਾ ਪੈਂਦਾ। ਰਿਸ਼ਤੇ ਬਣਾਉਣ 'ਚ ਉਮਰਾਂ ਲੱਗ ਜਾਂਦੀਆਂ, ਤੋੜਨ ਨੂੰ ਕੀ ਹੈਗਾ? ਤੁਸੀਂ ਮੈਨੂੰ ਗਾਲ ਕੱਢੋ, ਮੈਂ ਤੁਹਾਨੂੰ ਗਾਲ ਕੱਢੀ, ਡਨ। ਹਾਂਜੀ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਤੇ ਹਾਂਜੀ ਹਾਂਜੀ ਸਾਧ ਸੰਗਤ ਜੀ ਔਰ ਗੁਰਕੀ ਸਾਹਿਬ ਔਰ ਨਿਜਰ ਸਾਹਿਬ, ਬਸ ਮੈਂ ਇੱਕੋ ਹੀ ਵਿਚਾਰ ਸਾਂਝਾ ਕਰਨਾ ਜਿਹੜੀ ਡਿਸਕਸ਼ਨ ਚੱਲ ਰਹੀ ਸੀ ਕਿ ਇਹ ਗੇਮ ਹੀ ਮਾਈਂਡ ਐਂਡ ਮੈਟਰ ਦੀ ਹੈ। ਸਾਡਾ ਮੈਟਰ ਹੋ ਜਾਂਦਾ ਬਾਡੀ ਔਰ ਮਾਈਂਡ ਸਾਡਾ ਮਨ। ਅਸੀਂ ਮੈਟਰ ਨੂੰ ਤਾਂ ਜਦੋਂ ਬਚਪਨ ਤੋਂ ਰੋਜ਼ ਕਲੀਨ ਕਰਦੇ ਆ, ਸਵੇਰੇ ਸ਼ਾਮ ਵੀ ਨਹਾਉਂਦੇ ਆ, ਬਰਸ਼ ਕਰਦੇ ਆ, ਪੂਰਾ ਸਵਾਰ ਕੇ ਰੱਖਦੇ ਆ, ਪਰ ਮਾਈਂਡ ਨੂੰ ਸਾਨੂੰ ਸਿਖਾਇਆ ਹੀ ਨਹੀਂ ਜਾਂਦਾ। ਮਾਈਂਡ ਨੂੰ ਕਿੱਦਾਂ ਕਰਾਉਣਾ, ਇਹ ਤਾਂ ਹੁਣ ਜੇ ਪੁਰਾਣੇ ਜਨਮ ਦੇ ਤਾਂ ਚਲੋ ਛੱਡ ਦੋ, ਮਾਈਂਡ ਤੇ ਕਿੰਨੀ ਉਹ ਮੈਲ ਹੈ, ਪਰ ਇਸ ਜਨਮ 'ਚ ਵੀ ਹੁਣ ਪਤਾ ਲੱਗਦਾ ਜਦੋਂ ਅਸੀਂ ਸਵੇਰੇ ਸ਼ਾਮ ਮੈਡੀਟੇਸ਼ਨ ਕਰਦੇ ਆ, ਉਹਦੇ ਨਾਲ ਕਿੱਦਾਂ ਕਲੀਨਿੰਗ ਹੁੰਦੀ ਹੈ। ਨਹੀਂ ਤਾਂ ਸਾਡੇ ਜਿਹੜੇ ਸੰਕਾਰੇ ਬਣਦੇ ਆ ਨਾ, ਜਿਹੜੀ ਕ੍ਰੇਵਿੰਗ ਹੈ ਜਾਂ ਕਿਸੇ ਚੀਜ਼ ਨੂੰ ਨਹੀਂ ਚਾਹੁੰਦੇ, ਉਹ ਬਾਡੀ 'ਚ ਐਮਬੈਡ ਹੋ ਜਾਂਦੀ ਹੈ, ਰਿਕਾਰਡ ਹੋ ਜਾਂਦੀ ਹੈ। ਉਹ ਰਿਕਾਰਡ ਇੰਨੇ ਹੋ ਜਾਂਦੇ, ਉਹ ਰਿਕਾਰਡ ਹੀ ਚਲਾਉਂਦੇ ਰਹਿੰਦੇ ਸਾਡੀ ਬਾਡੀ ਨੂੰ। ਤਾਂ ਅਸੀਂ ਜਦੋਂ ਆਪਣਾ ਵਿਚਾਰਾਂ ਤੋਂ ਮੁਕਤ ਹੁੰਦੇ ਆ, ਉਦੋਂ ਫਿਰ ਉਹ ਕਲੀਨਿੰਗ ਸ਼ੁਰੂ ਹੁੰਦੀ ਹੈ। ਜਿੱਦਾਂ ਪੁਰਾਣੀ ਕੋਈ ਕੈਸੇਟ ਭਰੀ ਹੁੰਦੀ ਆ ਜਾਂ ਸੌਫਟਵੇਅਰ ਦੇ ਨਾਲ ਕੰਪਿਊਟਰ ਭਰਿਆ ਆ, ਉਹਦੀ ਕਲੀਨਿੰਗ ਨਾ ਕਰੋ ਤਾਂ ਉਹ ਫਿਰ ਕਿਸੇ ਦਿਨ ਫਟ ਜਾਏਗਾ। ਬਿਲਕੁਲ ਉਹ ਪ੍ਰੋਬਲਮ ਹੈ। ਤਾਂ ਸਾਨੂੰ ਆ ਜਿਹੜੀ ਮੈਡੀਟੇਸ਼ਨ ਸਵੇਰੇ ਸ਼ਾਮ ਜਾਂ ਸਿਮਰਨ ਹੈ ਜਾਂ ਜਪ ਕਰਦੇ ਆ, ਉਹ ਸਾਡਾ ਜ਼ਰੂਰੀ ਬਣ ਜਾਂਦਾ ਕਿ ਰੋਜ਼ ਦੀ ਰੋਜ਼ ਕਲੀਨਿੰਗ ਕਰੀਏ ਔਰ ਪੁਰਾਣੇ ਵੀ ਜਿਹੜੇ ਆ ਉਹਨੂੰ ਕਲੀਨ ਕਰਦੇ ਰਹੀਏ। ਜਦੋਂ ਮਾਈਂਡ ਬਿਲਕੁਲ ਕਲੀਨ ਹੋ ਜਾਏਗਾ ਤਾਂ ਆਪੇ ਪਰਮਾਤਮਾ ਨੇ ਸਾਨੂੰ ਚੁੱਕ ਲੈਣਾ। ਮੇਰਾ ਵਿਚਾਰ ਹੈ ਜੀ। ਥੈਂਕ ਯੂ। ਬਿਲਕੁਲ ਵਧੀਆ ਜੀ। ਹਾਂਜੀ ਗੁਰਕੀ ਸਾਹਿਬ। ਹਾਂਜੀ ਨਿਜਰ ਸਾਹਿਬ, ਬਸ ਇੰਨਾ ਹੀ ਗਿਆਨ ਬੜਾ ਜੀ। ਹੁਣ ਬਾਣੀ ਤੇ ਆ ਜਾਓ, ਅੱਗੇ ਚੱਲੀਏ। ਹਾਂਜੀ ਲੱਖ ਅਜੀ ਤੁਕ ਬੋਲੋ। ਸੁਖਜੀਤ ਜੀ, ਤੁਹਾਡਾ ਉਹ ਨਿਸ਼ਾਨ ਜਿਹੜਾ ਹੈਗਾ ਹੱਥ ਦਾ ਬੰਦ ਕਰ ਦਿਓ। ਹਾਂਜੀ ਸੌਰੀ ਕਰਤਾ ਜੀ। ਹਾਂਜੀ। 184 ਫੇਰ ਪਿਆ ਮਰ ਜੰਮੇ ਹੋਏ ਖੁਆਰ। ਕਹਿੰਦੇ ਨਹੀਂ ਤਾਂ ਭਾਈ ਜੇ ਤੂੰ ਗਿਆਨ ਨਹੀਂ ਲਏਗਾ, ਜੇ ਤੂੰ ਗਿਆਨ ਨਹੀਂ ਲਏਗਾ ਤੇ ਜੇ ਵਿਚਾਰ ਨਹੀਂ ਕਰੇਗਾ, ਵੀ ਜਿਹੜਾ ਬ੍ਰਹਮ ਗਿਆਨੀ ਹੈਗੇ ਉਹ ਗਿਆਨ ਦੇ ਰਹੇ ਆ, ਉਹ ਸਿੱਧ ਦਿਖਾ ਰਹੇ ਆ ਭਾਈ ਵੀ ਤੂੰ ਜਾਣਾ ਕਿਹੜੇ ਪਾਸੇ ਨੂੰ ਹੈ ਤੇ ਤੂੰ ਜਾ ਕਿੱਥੇ ਰਿਹਾ ਹੈ। ਤੇ ਜੇ ਆ ਗਿਆਨ ਨਹੀਂ ਲਿਆ, ਇਹ ਵਿਚਾਰ ਨਹੀਂ ਕੀਤੀ, ਫਿਰ ਤਾਂ ਕਹਿੰਦੇ ਬੜਾ ਲੰਬਾ ਫੇਰਾ ਪੈ ਜਾਊਗਾ। ਭਾਈ ਪਰਮਾਤਮਾ ਦਾ ਨਿਯਮ ਹੈਗਾ ਨਾ, ਮਾਲਕ ਨੇ ਐਸੀ ਇਸ ਸੰਸਾਰ ਦੀ ਰਚਨਾ ਹੀ ਇਸ ਤਰੀਕੇ ਦੇ ਨਾਲ ਕੀਤੀ ਹੋਈ ਆ। 84 ਲੱਖ ਜੂਨਾਂ ਬਣਾਈਆਂ ਮਾਲਕ ਪਰਮਾਤਮਾ ਨੇ। 184 ਫੇਰ ਪਿਆ ਮਰ ਜੰਮੇ ਹੋਏ ਖੁਆਰ, ਤੇ ਜੰਮਦਾ ਮਰਦਾ ਰਹੇਗਾ, ਖੁਆਰ ਹੁੰਦਾ ਰਹੇਗਾ। ਤੇ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ। ਆ ਵੀ ਦੇਖੋ, ਮਾਲਕ ਪਰਮਾਤਮਾ ਜਿਹੜਾ ਹੈਗਾ ਇਸੇ ਸੇਵਾ ਵਾਸਤੇ, ਇਸੇ ਕੰਮ ਵਾਸਤੇ ਜਿਹੜਾ ਹੈਗਾ ਉਹਨੇ ਆ ਗੇਮ ਜਿਹੜੀ ਆ ਜੋ ਖੇਡ ਰਿਹਾ ਮਾਲਕ ਪਰਮਾਤਮਾ ਆਪ ਸੰਸਾਰ ਦੇ ਵਿੱਚ, ਉਹਨੇ ਬਣਾਈ ਹੈ ਜਿਹੜੀ ਹੈਗੀ ਆ, ਇਹ ਇਸੇ ਕੰਮ ਦੇ ਵਾਸਤੇ ਜਿਹੜਾ ਹੈਗਾ ਉਹਨੇ ਜਿਹੜਾ ਹੈਗਾ ਇਹ ਗੇਮ ਬਣਾਈ ਆ। ਵੀ ਕਿਹੜਾ ਹੈ ਜਿਹੜਾ ਇਹ ਮੈਂ ਜਿਹੜਾ ਹੈਗਾ ਇਹ ਜਿਹੜੀ ਮਾਇਆ ਜਿਹੜੀ ਹੈਗੀ ਆ, ਇੰਨਾ ਜ਼ਬਰਦਸਤ ਜਿਹੜੇ ਹੈਗੇ ਸਵਾਦ ਪਦਾਰਥ, ਇਹ ਦੁਨੀਆ ਦੇ ਭੋਗ, ਦੁਨੀਆ ਦੀਆਂ ਜਿਹੜੀਆਂ ਹੈਗੀਆਂ ਇਹ ਜਿਹੜੇ ਪਾਏ ਹੋਏ ਆ, ਐਸੀਆਂ ਜਿਹੜੀਆਂ ਵਿਸ਼ੇ ਵਿਕਾਰ, ਇਹਨਾਂ 'ਚੋਂ ਕਿਹੜਾ ਹੈ ਨਿਕਲਦਾ ਪਾਏ। ਤੇ ਜਿਹੜਾ ਨਿਕਲਦਾ ਹੈ ਫਿਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਹੈਲਪ ਕਰਦਾ ਹੈ ਪਾਏ। ਹਾਂਜੀ ਗੁਰਕੀ ਸਾਹਿਬ। ਠੀਕ ਹੈ ਸਾਧ ਸੰਗਤ ਜੀ, ਦੇਖੋ ਇੱਥੇ ਆਪਾਂ ਨੂੰ ਉਹ ਸਮਝਾ ਰਹੇ 184 ਫੇਰ ਪਿਆ ਮਰ ਜੰਮੇ ਹੋਏ ਖੁਆਰ। ਖੁਆਰ ਦਾ ਮਤਲਬ ਪਤਾ ਹੈ ਨਾ, ਕਹਿੰਦੇ ਖੱਜਲ ਖਵਾਰ ਹੋਣਾ। ਬਿਲਕੁਲ ਲੱਭਣਾ ਕੁਛ ਵੀ ਨਹੀਂ, ਐਵੇਂ ਖੱਜਲ ਖੁਆਰੀ। ਸਵੇਰ ਤੋਂ ਕਈ ਵਾਰੀ ਜਾਈਦਾ, ਹੁਣ ਮੇਰੇ ਹਿਸਾਬ ਨਾਲ 3 ਦਿਨ ਤੇ ਮੈਨੂੰ ਜਾਂਦਿਆਂ ਨੂੰ ਹੋਏ। ਅੱਜ ਮੇਰਾ ਪਾਸਪੋਰਟ ਜਿਹੜਾ ਰੀਨਿਊ ਹੋ ਗਿਆ। ਪਹਿਲੀ ਗੱਲ ਤੇ ਮੈਂ ਗਲਤ ਪਾਸਪੋਰਟ ਦੇ ਨਾਲ ਹੀ 20 ਸਾਲ ਕੱਢਤੇ। ਚਲੋ ਗਲਤੀ ਮੇਰੀ ਹੋਣੀ। ਹੁਣ ਮੈਨੂੰ ਪਤਾ ਲੱਗ ਗਿਆ, ਉਸ ਗਲਤੀ ਨੂੰ ਸਹੀ ਕਰਨ ਦੇ ਲਈ ਸਾਧ ਸੰਗਤ ਜੀ ਮੈਨੂੰ 3 ਦਿਨ ਜਾਣਾ ਪਿਆ। ਉਸ ਤੋਂ ਬਾਅਦ ਅਖਬਾਰਾਂ ਦੇ ਵਿੱਚ ਇਹ ਉਹ ਕਢਵਾ ਕੇ ਉਸ ਮਸਲੇ ਨੂੰ ਕਲੋਜ਼ ਕੀਤਾ। ਬਾਣੀ ਕਹਿੰਦੀ ਆ ਕਿ ਜੇ 84 ਦੇ ਤੂੰ ਫੇਰ ਵਿੱਚ ਪੈ ਗਿਆ ਤੇ ਫਿਰ ਤੂੰ ਜੰਮੇਗਾ, ਮਰੇਗਾ ਤੇ ਖੱਜਲ ਖੁਆਰੀ ਹੋਏਗਾ। ਲੱਭਣਾ ਨਹੀਂ ਤੈਨੂੰ ਕੁਛ ਉੱਥੇ। ਇੱਕ ਤਾਂ ਹੁੰਦਾ ਨਾ ਕੋਈ ਆਊਟਪੁੱਟ ਨਹੀਂ ਹੈਗਾ। ਜਿੱਦਾਂ ਉਹ ਛੋਟੇ ਬੱਚੇ ਨੂੰ ਚੂਸਣੀ ਦੇ ਦਈਦੀ ਨਾ, ਹੁੰਦੀ ਚੂਸਣੀ ਆ, ਸ਼ਹਿਦ ਦਾ ਵਿੱਚ 2-4 ਬੂੰਦਾਂ ਹੈਗੀਆਂ ਨੇ, ਪਰ ਉਹ ਬੱਚੇ ਨੂੰ ਕਿਤੇ ਮਿਲਦੀਆਂ ਨਹੀਂ ਆ। ਬਸ ਬੱਚਿਆਂ ਵਿੱਚ ਚੂਸੀ ਜਾਂਦੇ ਆ। ਉਹ ਹਿਸਾਬ ਸਾਡਾ, ਅਸੀਂ ਉਹ ਚੂਸਣੀ ਫੜੀ ਹੋਈ ਆ।
ਪਰ ਜਿੱਥੇ ਜ਼ਰੂਰਤ ਹੈ ਤੁਹਾਡੇ ਤਨ ਦੀ ਜ਼ਰੂਰਤ ਹੈ, ਇਹ ਥੋੜੀ ਆਪਾਂ ਸਾਹ ਥੋੜੀ ਹੋ ਜਾਣਾ, ਆਪਾਂ ਜੰਗਲਾਂ 'ਚ ਥੋੜੀ ਚੱਲ ਜਾਣਾ। ਰਹਿਣਾ ਸੰਸਾਰ 'ਚ ਹੀ ਆ, ਘਰ-ਬਾਰ ਤੁਹਾਨੂੰ ਚਾਹੀਦੇ ਨੇ। ਇਹ ਨਾ ਸੋਚਿਓ ਕਿ ਤੁਸੀਂ ਘਰ-ਬਾਰ ਦਾ ਤਿਆਗ ਕਰ ਦੋਗੇ ਤੇ ਤੁਸੀਂ ਬੜੇ ਸੁਖੀ ਹੋ ਜਾਓਗੇ। ਤੇ ਭਾਈ ਸਾਹਿਬ ਪੈਸੇ ਦੇ ਨਾਲ ਦੂਜਾ ਸਿਸਟਮ ਕਿੱਦਾਂ ਚੱਲੂਗਾ? ਜਿਹੜਾ ਮਹੀਨੇ ਦਾ ਐਕਸਪੈਂਸ ਹੈ ਉਹ ਕਿਹਨੇ ਦੇਣੇ ਆ? ਇਹ ਕੱਪੜੇ ਕਿੱਥੋਂ ਹੋਣੇ? ਇਹ ਦੈਟ ਇਜ਼ ਵੈਰੀ ਇੰਪੋਰਟੈਂਟ। ਉਹ ਤੁਹਾਡੀ ਲਾਈਫ ਦੀ ਜ਼ਰੂਰਤ ਹੈ। ਪਰ ਉਹ ਬਾਣੀ ਕਹਿੰਦੀ ਪਾਗਲਪਨ, ਇੱਕ ਲੋੜ ਤੋਂ ਜ਼ਿਆਦਾ ਜਿਹੜਾ ਤੈਨੂੰ ਬੁਖਾਰ ਹੋ ਜਾਏ ਨਾ, ਉਹ ਨਹੀਂ ਚੰਗਾ। ਠੀਕ ਹੈ ਜੀ। ਇੱਥੇ ਆਪਾਂ ਇਹ ਸਮਝੀਏ ਖੱਜਲ ਖੁਆਰ ਨਹੀਂ ਹੋਣਾ। ਖੱਜਲ ਖੁਆਰਨ ਦਾ ਮਤਲਬ ਇਹ ਹੁੰਦਾ ਕਿ ਦੇਖੋ ਪਤਾ ਕੀ ਬਾਣੀ ਕਹਿੰਦੀ ਤੂੰ ਜਾਣਾ ਸੱਜੇ ਬੰਨੇ, ਆਪਾਂ ਤੁਰੇ ਖੱਬੇ ਬੰਨੇ ਜਾਂਦੇ ਆ ਤੇ ਖੱਜਲ ਖੁਆਰੀ ਹੋ ਰਹੇ ਆ। ਫਿਰ ਬਿਲਕੁਲ ਇੱਕੋ ਹੀ ਚੀਜ਼ ਆ। ਉਹ ਕਹਿੰਦੇ ਸੱਜੇ ਬੰਨੇ ਸਹੀ ਆ ਉਹ ਕਰ, ਜੋ ਗਲਤ ਹੈ ਨਾ ਕਰ। ਤੇ ਆਪਾਂ ਸਹੀ ਤੇ ਕਰਦੇ ਹੀ ਨਹੀਂ, ਆਪਾਂ ਗਲਤੀ ਕਰੀ ਜਾਂਦੇ ਆ। ਤੇ ਫਿਰ ਗਲਤ ਦਾ ਮਤਲਬ ਤੇ ਪਤਾ ਹੀ ਹੈ, ਉਹ ਫਿਰ ਘੜੀ ਵਾਂਗੂ ਖੱਜਲ ਖੁਆਰੀ ਹੈ। 84 ਚ ਘੁੰਮੀ ਜਾਓ, ਆਈ ਜਾਓ, ਜਾਈ ਜਾਓ। ਠੀਕ ਹੈ ਜੀ। ਅਗਲੀ ਤੋਂ ਬੋਲਣੇ ਜੋ ਸਾਹਿਬ। ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ। ਇਹ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਆਪਾਂ ਨੇ ਚੁਆਇਸ ਕਰਨੀ ਆ। ਮਾਲਕ ਨੇ ਜਿਹੜਾ ਹੈਗਾ ਫੈਸਿਲਿਟੀ ਮਾਲਕ ਨੇ ਦੇਣੀ ਆ ਭਾਈ। ਸਤਿਗੁਰ ਵਿੱਚ ਨਾਮ ਨਿਧਾਨ ਹੈ, ਕਰਮੇ ਪ੍ਰਾਪਤ ਹੋਏ। ਕਹਿੰਦੇ ਜਿਹੜੇ ਸਤਿਗੁਰੂ ਕਹਿ ਰਹੇ ਆ ਧਿਆਨ ਸਿਮਰਨ ਜਿਹੜਾ ਹੈਗਾ ਇਹ ਸੇਵਾ ਕਰਨ ਵਾਸਤੇ ਕਹਿ ਰਹੇ, ਆਪਣੇ ਵਿਚਾਰ ਬੰਦ ਕਰਨ ਵਾਸਤੇ ਜਿਹੜਾ ਹੈਗਾ ਸਵੇਰੇ ਸ਼ਾਮ ਦੀ ਭਗਤੀ ਕਹਿ ਰਹੇ ਆ। ਕਹਿੰਦੇ ਇਹਦੇ ਵਿੱਚ ਬਹੁਤ ਹੀ ਕੀਮਤੀ ਖਜ਼ਾਨਾ ਛੁਪਿਆ ਹੋਇਆ ਇਹਦੇ ਵਿੱਚ ਨਾਮ ਆ, ਨਾਮ ਪਦਾਰਥ ਅੰਮ੍ਰਿਤ ਰਸ। ਔਰ ਇਸ ਕਰਮ ਦੇ ਨਾਲ ਹੀ ਪ੍ਰਾਪਤ ਹੋਣਾ ਹੈ ਭਾਈ, ਇਸ ਸੇਵਾ ਦੇ ਨਾਲ ਹੀ ਪ੍ਰਾਪਤ ਹੋਣਾ ਹੈ। ਔਰ ਜਿਹੜੇ ਇਹ ਮਾਲਕ ਪਰਮਾਤਮਾ ਦੀ ਬਖਸ਼ਿਸ਼ ਵੀ ਇਸੇ ਦੇ ਨਾਲ ਹੋਣੀ ਆ। ਹਾਂਜੀ ਗੁਰੂ ਸਾਹਿਬ। ਹਾਂਜੀ ਠੀਕ ਹੈ ਜੀ। ਥੋੜੀ ਗੇਮ ਔਖੀ ਆ ਇਸ ਕਰਕੇ ਪਾਈ ਆ। ਉਹਦਾ ਸ੍ਰਿਸ਼ਟੀ ਚੱਲ ਨਹੀਂ ਸਕਦੀ ਜੇ ਗੇਮ ਆਸਾਨ ਹੋਵੇ। ਤੁਸੀਂ ਦੇਖੋ ਸਵਾਲ ਆਸਾਨ ਹੋਵੇ। ਹੁਣ IPS ਅਫਸਰ ਬਣਨਾ, ਕਿਉਂ ਔਖਾ ਰੱਖਿਆ ਹੈ ਐਗਜ਼ਾਮ? ਕਿਉਂਕਿ ਉਹ ਚਾਹੁੰਦੇ ਆ ਕਿ ਬਹੁਤ ਘੱਟ ਬੱਚੇ ਉੱਤੇ ਆਉਣ, ਔਰ ਆਉਣ ਉਹ ਜਿਨ੍ਹਾਂ ਨੂੰ ਕੁਝ ਪਤਾ ਹੈ। ਤੇ ਜੇ ਆਸਾਨ ਹੋਵੇ ਤੇ ਨੇਜਰ ਸਾਹਿਬ ਇੰਨੀਆਂ ਨੌਕਰੀਆਂ ਨਹੀਂ ਹੈਗੀਆਂ ਆਪਣੇ ਕੋਲ। ਸੋ ਕਹਿਣ ਤੋਂ ਭਾਵ ਹੈ ਇੱਕ ਬ੍ਰਹਮ ਗਿਆਨੀ ਹੋਣ ਵਾਸਤੇ ਉਹਨਾਂ ਨੇ ਇੱਕ ਕ੍ਰਾਈਟੇਰੀਆ ਰੱਖਿਆ। ਔਰ ਜਦੋਂ ਕੋਈ ਰੇਅਰ ਬੰਦਾ ਕੋਟਾਂ ਦੇ ਵਿੱਚ ਇੱਕ ਉਹ ਕ੍ਰਾਈਟੇਰੀਆ ਪੂਰਾ ਕਰਦਾ ਹੈ, ਉਹ ਏਦਾਂ ਦੀ ਰਿਕੁਆਇਰਮੈਂਟ ਹੈਗੀ ਹੈ। ਸੱਚਾ ਜੀਵਨ, ਸੱਚ ਤੇ ਚੱਲਣਾ, ਸੱਚ ਬੋਲਣਾ, ਸੱਚ ਖਾਣਾ, ਸੱਚ ਪਾਉਣਾ, ਸੱਚ ਸੂੰਘਣਾ, ਸੱਚ ਸੁਣਨਾ, ਸੱਚ ਦੇਖਣਾ। ਤੇ ਫਿਰ ਉਹ ਜਦੋਂ ਕ੍ਰਾਈਟੇਰੀਆ ਪੂਰਾ ਹੋ ਗਿਆ ਤਾਂ ਬੰਦਾ ਬ੍ਰਹਮ ਗਿਆਨੀ ਹੋ ਗਿਆ। ਬ੍ਰਹਮ ਗਿਆਨੀ ਹੋ ਗਿਆ ਭਾਵ ਕਿ ਬੂੰਦ ਸਾਗਰ ਚ ਗਈ, ਸਾਗਰ ਦਾ ਰੂਪ ਹੋ ਗਈ। ਬੂੰਦ ਖਤਮ ਨਹੀਂ ਹੋ ਗਈ, ਬਸ ਉਹ ਟਰਾਂਸਫਾਰਮ ਹੋ ਗਈ। ਕੁਛ ਵੀ ਚੀਜ਼ ਖਤਮ ਨਹੀਂ ਹੁੰਦੀ, ਨਾ ਕੁਝ ਆਉਂਦਾ ਤੇ ਨਾ ਕੁਝ ਆਉਂਦਾ। ਰਹਿਣਾ ਸਾਰਾ ਕੁਝ ਇੱਥੇ ਹੀ ਆ, ਪਰ ਉਹਦਾ ਰੂਪ ਬਦਲ ਗਿਆ। ਹਉਮੈ ਕਰਕੇ ਅਲੱਗ ਬਣਿਆ ਸੀ, ਬ੍ਰਹਮ ਗਿਆਨੀ ਹੋ ਗਿਆ। ਬ੍ਰਹਮ ਗਿਆਨੀ ਬ੍ਰਹਮ ਚ ਲੀਨ ਹੋ ਗਿਆ। ਹੁਣ ਦੁਬਾਰਾ ਉਹ ਜਨਮ ਨਹੀਂ ਲਵੇਗਾ। ਠੀਕ ਹੈ ਜੀ। ਹੁਣ ਇੱਥੇ ਕਹਿ ਰਹੇ ਨੇ ਕਿ ਨਾਮ ਨਿਧਾਨ ਹੈ, ਇੱਕ ਖਜ਼ਾਨਾ ਹੈ। ਤੇ ਜਦੋਂ ਆਪਾਂ ਬ੍ਰਹਮ ਗਿਆਨੀਆਂ ਦੀ ਗੱਲਾਂ ਬਾਰ-ਬਾਰ ਸੁਣੀ ਜਾਂਦੇ ਆ ਤੇ ਫਿਰ ਸਾਡੇ ਅੰਦਰ ਸਭ ਤੋਂ ਪਹਿਲਾਂ ਜਿਗਿਆਸਾ ਪੈਦਾ ਹੁੰਦੀ ਹੈ। ਦੇਖੋ ਤੁਸੀਂ ਖਜ਼ਾਨਾ ਕਿੱਥੋਂ ਲੱਭੋਗੇ? ਪਹਿਲਾਂ ਤੁਹਾਨੂੰ ਕੋਈ ਕਹੂਗਾ ਕਿ ਬਈ ਫਲਾਨੀ ਜਗ੍ਹਾ ਤੇ ਖਜ਼ਾਨਾ ਨੱਪਿਆ, ਤੂੰ ਜਾ ਕੇ ਪੁੱਟ। ਫਿਰ ਮੈਂ ਖੜੂੰਗਾ, ਬਾਲਟਾ ਖੜੂੰਗਾ ਜਾਂ ਕੋਈ ਮਸ਼ੀਨ ਲੈ ਕੇ ਜਾਊਂਗਾ। ਮੈਂ ਵੇਖੂੰਗਾ ਨਾ ਮੇਰੇ ਕੋਲ ਰਿਸੋਰਸ ਕੀ ਹੈਗੇ। ਫਿਰ ਉਹ ਰਿਸੋਰਸਾਂ ਦੇ ਨਾਲ ਮੈਂ ਉੱਥੇ ਖੁਦਾਈ ਕਰਾਂਗਾ। ਹੋ ਸਕਦਾ ਹੈ ਕਿ ਅੱਜ ਨਹੀਂ ਤੇ ਕੱਲ ਨੂੰ ਮੈਨੂੰ ਖਜ਼ਾਨਾ ਮਿਲ ਜੂਗਾ, ਕਿਉਂਕਿ ਬ੍ਰਹਮ ਗਿਆਨੀ ਨੇ ਕਿਹਾ ਹੈਗਾ ਹੈ। ਇਹਦਾ ਮਤਲਬ ਗਰੰਟੀ ਹੈ, ਫॉर ਗਰੰਟੀ ਹੈ, ਉੱਥੇ ਹੈਗਾ ਹੈ। ਤੇ ਮੈਂ ਖੁਦਾਈ ਕਰੀ ਜਾਊਂ ਤੇ ਅੱਜ ਨਹੀਂ ਤੇ ਕੱਲ ਨੂੰ ਉਹ ਚੀਜ਼ ਮੈਨੂੰ ਮਿਲਣੀ ਹੈ, ਕਿਉਂਕਿ ਉਹਨਾਂ ਨੇ ਪ੍ਰੂਫ ਕਰਤਾ ਕਿ ਹੈਗੀ ਹੈ ਚੀਜ਼ ਉੱਥੇ। ਇੱਕ ਤਾਂ ਹੁੰਦਾ ਨਾ ਕਿ ਆਈਡੀਆ ਬਿਨਾਂ ਮਤਲਬ ਦੇ, ਪਤਾ ਕੁਛ ਵੀ ਨਹੀਂ, ਇੱਥੇ ਜੀ ਖਜ਼ਾਨਾ ਹੈਗਾ, ਹੁਣ ਪੁੱਟੀ ਜਾਓ, ਉੱਥੇ ਹੈ ਹੀ ਨਹੀਂ, ਉੱਥੇ ਕਿੱਥੋਂ ਆ ਜੇ? ਪਰ ਬ੍ਰਹਮ ਗਿਆਨੀ ਕਹਿੰਦੇ ਹੈਗਾ, ਗਰੰਟੀ ਦੇ ਰਹੇ। ਤੇ ਫਿਰ ਉਹ ਕਹਿੰਦੇ ਨਿਧਾਨ ਹੈਗਾ, ਕਰਮ ਪ੍ਰਾਪਤ ਹੋਏ। ਫਿਰ ਤੈਨੂੰ ਜਦੋਂ ਤੂੰ ਕਰੀ ਜਾਵੇਂਗਾ, ਤੁਰਿਆ ਜਾਵੇਂਗਾ ਤੇ ਤੈਨੂੰ ਪ੍ਰਾਪਤ ਹੋ ਜਾਣਾ। ਗੱਲ ਖਤਮ ਹੋ ਗਈ। ਹੁਣ ਥੱਲੇ ਪਾਣੀ ਹੋਵੇ, ਤੁਸੀਂ ਖੂਹ ਪੁੱਟੀ ਜਾਓ, ਅੱਜ ਨਹੀਂ ਕੱਲ ਨੂੰ, ਸਾਲ ਨੂੰ, 2 ਸਾਲ ਨੂੰ, 5 ਸਾਲ, 20 ਸਾਲ, 50 ਸਾਲ, ਇੱਕ ਨਾ ਇੱਕ ਦਿਨ ਤੁਸੀਂ ਇੱਥੇ ਖੂਹ ਤੋਂ ਪਹੁੰਚ ਜਾਣਾ ਤੇ ਤੁਹਾਡੀ ਪਿਆਸ ਬੁੱਝ ਜਾਣੀ। ਹੋਣੀ ਚੀਜ਼ ਹੋਣੀ ਤੇ ਜ਼ਰੂਰੀ ਹੈ ਨਿਜ ਸਾਹਿਬ। ਇਹ ਗੱਲਾਂ ਨਾਲ ਤਾਂ ਥੋੜੀ ਗੱਲ ਬਣਨੀ ਹੈ। ਔਰ ਇੱਕ ਹੋਰ ਚੀਜ਼ ਹੈ ਗੁਰਕੀ ਸਾਹਿਬ, ਵੀ ਪਾਣੀ ਦੇ ਨੇੜੇ ਹੋਈ ਜਾਵਾਂਗੇ ਤੇ ਗਿੱਲ ਆਈ ਜਾਣੀ ਆ। ਹਾਂ ਨਿਕਲ ਸਰ, ਸਿਗਨਲ ਆਉਂਦੇ ਆ ਉੱਥੇ, ਸਿਗਨਲ ਆਉਣਗੇ ਤੁਹਾਨੂੰ ਪਤਾ ਲੱਗੇ। ਹਾਂਜੀ ਬਿਲਕੁਲ। ਸੱਚ ਰਤੇ ਗੁਰ ਸ਼ਬਦ ਸਿਓ ਤਿੰਨ ਸੱਚੀ ਸਦਾ ਲਿਵ ਹੋਏ। ਕਹਿੰਦੇ ਜਿਹੜੇ ਵੀ ਲੱਗ ਗਏ ਭਾਈ, ਜਿਹੜੇ ਵੀ ਇਸ ਕੰਮ ਦੇ ਵਿੱਚ ਲੱਗ ਗਏ, ਗੁਰੂ ਦੇ ਸ਼ਬਦ ਦੇ ਅਨੁਸਾਰ ਜਿਹੜਾ ਹੈ, ਜਿਹੜੇ ਵੀ ਧਿਆਨ ਸਿਮਰਨ ਕਰਨੇ, ਆਪਣੇ ਵਿਚਾਰ ਡ੍ਰੌਪ ਕਰਨ ਲੱਗ ਪਏ, ਕਹਿੰਦੇ ਉਹਨਾਂ ਦੀ ਜਿਹੜੀ ਹੈਗੀ ਸੱਚੀ ਲਿਵ ਲੱਗ ਜਾਂਦੀ ਹੈ, ਉਹਨਾਂ ਦੇ ਅੰਦਰ ਪ੍ਰੋਗਰੈਸ ਆ ਜਾਂਦੀ ਹੈ। ਉਹਨਾਂ ਨੂੰ ਨਾਨਕ ਜਿਸ ਨੂੰ ਮਿਲੇ ਨਾ ਵਿਛੜੇ। ਜਿਹਨੂੰ ਇੱਕ ਵਾਰੀ ਪਰਮਾਤਮਾ ਨੇ ਜਿਹੜਾ ਹੈਗਾ ਮਿਲ ਲਿਆ ਆਪਣੇ ਨਾਲ, ਜਿਹਨੇ ਟਾਰਗੇਟ ਅਚੀਵ ਕਰ ਲਿਆ,
ਤੇ ਫਿਰ ਜਿਹੜਾ ਹੈਗਾ ਵਿਛੜਦਾ ਨਹੀਂ ਹੈ ਭਾਈ। ਨਾਨਕ ਜਿਸ ਨੂੰ ਮਿਲੇ ਨਾ ਵਿਛੜੈ, ਸਹਿਜ ਸਮਾਵੇ ਸੋਏ। ਉਹ ਤਾਂ ਸਹਿਜ ਦੇ ਵਿੱਚ ਸਮਾ ਜਾਂਦਾ ਹੈ, ਮਾਲਕ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦਾ ਹੈ ਭਾਈ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਜਦੋਂ ਤੁਹਾਨੂੰ ਨਸ਼ਾ ਲੱਗ ਗਿਆ ਨਾ ਸੱਚ ਦਾ, ਬੜਾ ਖਤਰਨਾਕ ਨਸ਼ਾ, ਉਤਰਦਾ ਨਹੀਂ ਉਹ। ਫਿਰ ਤੁਹਾਡਾ ਸਾਰਾ ਜੀਵਨ ਸੱਚ ਦੇ ਵੱਲ ਹੀ ਜਾਵੇਗਾ, A to Z। ਸੱਚ ਬੜਾ ਪਾਵਰਫੁਲ ਹੈ। ਔਰ ਜਦੋਂ ਜਿਹੜੇ ਬੰਦੇ ਨੂੰ ਸੱਚ ਦੇ ਨਾਲ ਪਿਆਰ ਹੋ ਜੇ, ਫਿਰ ਸੱਚ ਵੀ ਉਹਦੇ ਲਈ ਬੜਾ ਭੱਜ ਕੇ ਆਉਂਦਾ। ਫਿਰ ਉਹ ਸੱਚ, ਇੱਧਰੋਂ ਸੱਚ ਉੱਧਰੋਂ ਸੱਚ, ਉਹਦਾ ਜੀਵਨ ਸੱਚ ਹੋ ਜਾਂਦਾ। ਫਿਰ ਲਿਵ ਲੱਗ ਜਾਂਦੀ ਉਹਦੀ। ਉਹ ਸੱਚ ਤੋਂ ਇਲਾਵਾ ਕੁਝ ਕਰਦਾ ਹੀ ਨਹੀਂ, ਕਿਉਂਕਿ ਉਹ ਹੈ ਹੀ ਸੱਚ ਆ। ਜੋ ਮਲੀਨਤਾ ਸੀ ਉਹਨੇ ਸਾੜ ਕੇ ਸਾਈਡ ਤੇ ਕਰਤੀ ਆ। ਬੁੱਧੀ ਇੱਕਦਮ ਵਿਵੇਕ ਚ ਬਦਲ ਚੁੱਕੀ ਆ। ਅਗਿਆਨ ਤੇ ਹੈ ਹੀ ਕੋਈ ਨਹੀਂ, ਹਨੇਰਾ ਕੋਈ ਨਹੀਂ। ਉਹਨੂੰ ਸਭ ਕੁਝ ਦਿਖਦਾ ਪਿਆ। ਉਹਨੂੰ ਪਤਾ ਲੱਗਦਾ ਕਿ ਇੱਥੇ ਕੀ ਪਿਆ ਹੈ, ਉੱਥੇ ਜ਼ਹਿਰ ਪਿਆ ਹੈ, ਉੱਥੇ ਅੰਮ੍ਰਿਤ ਪਿਆ ਹੈ। ਉਹਨੂੰ ਪਤਾ ਹੈ ਨਿੱਜਾ ਸਾਹਿਬ, ਬਿਲਕੁਲ, ਕਿਉਂਕਿ ਅੱਖਾਂ ਦਾ ਇਲਾਜ ਹੋ ਚੁੱਕਿਆ। ਹੁਣ ਤੁਹਾਨੂੰ ਪਤਾ ਹੋਵੇ ਨਾ, ਅੱਜ ਮੇਰੇ ਹਿਸਾਬ ਨਾਲ 2000 ਦੀ ਗੱਲ ਹੈ, ਮੈਂ ਬੰਬੇ ਗਿਆ ਤੇ ਉੱਥੇ ਨਾ ਇੱਕ ਮੇਰਾ ਵੀਰ ਸੀ, ਬੋਬੀ ਨਾਮ ਸੀ ਉਹਨਾਂ ਦਾ। ਉਹਨਾਂ ਦੀ ਅੱਖਾਂ ਦੇ ਵਿੱਚ ਨਾ ਇੱਕ ਨੁਕਸ ਸੀ। ਨੁਕਸ ਨੂੰ ਕਹਿ ਲਓ ਕਿ ਉਹਨੂੰ ਕਹਿੰਦੇ ਆ ਨਿੱਜਾ ਸਾਹਿਬ ਕਲਰ ਬਲਾਈਂਡਨੈਸ। ਹਾਂਜੀ। ਉਹ ਬੰਦਾ ਫੇਲ ਹੋ ਗਿਆ ਮੈਡੀਕਲ ਚ। ਮੈਂ ਕਿਹਾ ਸਰ ਕੀ ਹੋ ਗਿਆ? ਕਹਿੰਦੇ ਕਿ ਇਹਦੇ ਨੁੱਖਾਂ ਚ ਨੁਕਸ ਹੈ। ਮੈਂ ਕੀ ਉਹ ਨੁਕਸ? ਕਹਿੰਦੇ ਮੈਡੀਕਲ ਚ ਜਦੋਂ ਜਾਣਗੇ ਇਹਨੂੰ ਛੋਟੀ ਜਿਹੀ ਕਿਤਾਬ ਦੇਣਗੇ, ਉਹ ਕਿਤਾਬ ਦੇ ਵਿੱਚ ਨਾ ਰੰਗ ਬਣੇ ਆ, ਰੰਗਾਂ ਦੇ ਅੱਖਰ ਬਣੇ ਆ, 9 ਬਣਿਆ, 8 ਬਣਿਆ। ਉਹ ਕਹਿੰਦੇ ਕਿ ਇਹ ਕਿਹੜਾ ਰੰਗ ਆ? ਉਹ ਡਾਟ ਬਣੇ ਆ। ਇਹਨੂੰ ਨਹੀਂ ਪਤਾ ਲੱਗਦਾ ਇਹ ਹਰਿਆ ਹੈ, ਇਹਨੂੰ ਇਹ ਨਹੀਂ ਪਤਾ ਲੱਗਦਾ ਇਹ ਬਲੈਕ ਆ। ਕੁਝ ਰੰਗ ਜਿਹੜੇ ਇਹਨੂੰ ਇਹ ਨਹੀਂ ਪਤਾ ਲੱਗਦਾ ਇਹ ਰੈਡ ਆ। ਰੈਡ ਇਹਨੂੰ ਕੁਝ ਹੋਰ ਦਿਖਦਾ ਹੈ ਨਿੱਜਾ ਸਾਹਿਬ। ਬਿਲਕੁਲ ਇਸੇ ਤਰ੍ਹਾਂ ਕਹਿੰਦੇ ਮਾਇਆ ਧਾਰੀ ਅੰਨਾ ਬੋਲਾ। ਅੱਤ ਦਾ ਅੰਨਾ ਤੇ ਬੋਲਾ। ਕਿਉਂ? ਉਹ ਕਲਰ ਬਲਾਈਂਡ ਹੋ ਗਿਆ ਵਾ। ਉਹਦੀਆਂ ਅੱਖਾਂ ਦੇ ਵਿੱਚ ਕੁਝ ਵੜ ਗਿਆ, ਉਹਨੂੰ ਦਿਖਦਾ ਹੀ ਨਹੀਂ ਕੁਝ। ਉਹਨੂੰ ਦਿਖਦਾ ਪਤਾ ਕੀ ਆ? ਜੋ ਰੰਗ ਅਸਲੀ ਨਹੀਂ ਆ। ਹਾਂ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਬਸ ਉਹ ਨਹੀਂ, ਉਹਨੂੰ ਰੰਗ ਅਸਲੀ ਨਹੀਂ ਦਿਸਦਾ। ਹਾਂ, ਰੋਲ ਕਚੋਲਾ ਦਿਸਦਾ। ਮੈਂ ਸੋਚਿਆ ਉਹ ਬੰਦੇ ਕਲਰ ਬਲਾਈਂਡ ਹੋ ਜਾਂਦੇ ਆ ਮੁੜ ਕੇ, ਤਾਂ ਕਿ ਦਿਖਦਾ ਨਹੀਂ ਇਹਨਾਂ ਨੂੰ। ਬਿਲਕੁਲ। ਕਿਉਂ? ਬ੍ਰਹਮ ਗਿਆਨੀ ਕਲਰ ਬਲਾਈਂਡ ਨਹੀਂ ਆ। ਉਹਨਾਂ ਤੇ ਆਪਣੀ ਅੱਖਾਂ ਦਾ ਇਲਾਜ ਕਰ ਲਿਆ, ਉੱਥੇ ਧਿਆਨ ਕਾਗਰ ਕਰ ਲਿਆ। ਉਹਨਾਂ ਨੂੰ ਪਤਾ ਲੱਗ ਗਿਆ ਕੀ ਗਲਤ ਕੀ ਸਹੀ ਆ। ਇਹਨਾਂ ਨੂੰ ਵਿਚਾਰੇ ਨੂੰ ਦਿਖਦਾ ਹੀ ਨਹੀਂ। ਰੰਗ ਇਹ ਗ੍ਰੀਨ ਆ, ਇਹ ਰੈਡ ਆ, ਇਹ ਬਲੂ ਆ, ਕਿਉਂਕਿ ਕਲਰ ਬਲਾਈਂਡ ਹੋ ਗਏ। ਕਿਉਂ ਕਲਰ ਬਲਾਈਂਡ ਹੋ ਗਏ? ਲੈਂਜ ਖਰਾਬ ਕਰ ਲਿਆ ਆਪਣਾ, ਬੁੱਧੀ। ਵਿਵੇਕ ਨੂੰ ਖਤਮ ਕਰਕੇ ਬੁੱਧੀ ਪ੍ਰਾਪਤ ਕਰ ਲਈ। ਉਹ ਬੁੱਧੀ ਜਿਹੜੀ ਸੰਸਾਰਿਕ ਬੁੱਧੀ ਹੈ। ਇਹਨਾਂ ਨੂੰ ਕੇਵਲ ਸੰਸਾਰ ਦੇ ਪਦਾਰਥ ਦਿਖਦੇ ਨੇ, ਹੈ ਅਸਲ ਚ ਉਹ ਨਹੀਂ। ਪਰ ਉਹਨਾਂ ਨੂੰ ਦਿਖਦਾ ਪਿਆ ਕੁਝ ਹੋਰ। ਉਹਨੂੰ ਕੁਝ ਨੂੰ ਹੋਰ ਸਮਝ ਲੈਂਦੇ ਨੇ, ਕਿਉਂਕਿ ਉਹਨਾਂ ਦੀ ਜਿਹੜੀ ਕੈਪੈਸਿਟੀ ਆ ਉਹ ਉਹਨਾਂ ਨੇ ਖਰਾਬ ਕਰ ਲਈ ਹੈ। ਮਸ਼ੀਨ ਹੀ ਖਰਾਬ ਕਰਕੇ ਬਹਿ ਗਏ। ਹਾਂਜੀ ਨਿਜਾ ਸਾਹਿਬ, ਬਿਲਕੁਲ। ਜਿਹੜੀ ਗੱਲ ਹੈ ਨਾ, ਦੇਖੋ ਇਹੀ ਤਾਂ ਗੱਲ ਆ। ਇਹੀ ਤਾਂ ਬ੍ਰਹਮ ਗਿਆਨੀ ਕਹਿ ਰਹੇ ਆ। ਕਹਿੰਦੇ ਕਿ ਤੂੰ ਦੇਖ ਭਾਈ, ਜਿਹੜੀ ਚੀਜ਼ ਦੀ ਹੋਂਦ ਹੀ ਨਹੀਂ ਹੈਗੀ, ਇਹ ਜਿਹੜਾ ਕੱਚ ਹੈਗਾ, ਇਹ ਮਾਇਆ ਜਿਹੜੀ ਹੈਗੀ ਆ, ਇਹ ਤੇ ਪਦਾਰਥ 5 ਤੱਤਾਂ ਦੀ ਰਚਨਾ ਹੈਗੀ, ਇਹ ਤਾਂ ਪਰਮਾਤਮਾ ਦੀ ਸ਼ਕਤੀ ਦੇ ਨਾਲ ਹੈਗੀ ਆ। ਇਹਦਾ ਰੂਪ ਨਹੀਂ ਹੈਗਾ। ਤੇ ਜਿਹੜਾ ਪਰਮਾਤਮਾ ਨਹੀਂ ਦਿਸਦਾ, ਜਿਹੜਾ ਹੈਗਾ ਅਸਲ ਦੇ ਵਿੱਚ, ਉਹਦੇ ਬਾਰੇ ਆਪਾਂ ਨੂੰ ਕੋਈ ਗਿਆਨ ਨਹੀਂ ਹੁੰਦਾ। ਬਸ ਆਹੀ ਕਲਰ ਬਲਾਈਂਡਨੈਸ ਹੈਗੀ। ਹਾਂਜੀ ਵੀਰ ਜੀ। ਕਲਰ ਬਲਾਈਂਡਨੈਸ ਦਾ ਮਤਲਬ ਤੇ ਇਹੋ ਹੀ ਆ ਕਿ ਉਹਨੇ ਗਲਤ ਰਸਤੇ ਨੂੰ ਸਹੀ ਸਮਝ ਲੈਣਾ ਵਾ। ਹਾਂ, ਬਿਲਕੁਲ। ਔਰ ਉਹਨੂੰ ਬਥੇਰੇ ਕਹਿੰਦੇ ਨੇ ਉਹ ਇਹ ਬਲੂ ਆ, ਉਹ ਤੈਨੂੰ ਦਿਖਦਾ ਨਹੀਂ ਬਲੂ ਕਲਰ ਆ। ਉਹ ਕਹਿੰਦਾ ਨਹੀਂ, ਮੈਨੂੰ ਥੋੜੀ ਬਲੂ ਦਿਖਦਾ, ਮੈਨੂੰ ਤਾਂ ਕੁਝ ਹੋਰ ਦਿਖਦਾ ਪਿਆ। ਕਿਉਂਕਿ ਉਹਦਾ ਕਸੂਰ ਨਹੀਂ ਹੈ, ਪਰ ਕਸੂਰ ਤੁਹਾਡਾ ਵੀ ਨਹੀਂ ਹੈ। ਇਸੇ ਲਈ ਬਾਣੀ ਕਹਿੰਦੀ ਆ ਕਿ ਮੂਰਖ ਨਾ ਲੁੱਝੀਏ, ਕਿਉਂਕਿ ਉਹਨੂੰ ਤੂੰ ਸਮਝਾਵੇਂਗਾ ਵੀ, ਉਹਨੇ ਤੇਰੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ, ਕਿਉਂਕਿ ਜੋ ਦੇਖਦਾ ਪਿਆ ਉਹਨੇ ਵਿਸ਼ਵਾਸ ਉਸ ਤੇ ਕਰਨਾ। ਬਿਲਕੁਲ ਠੀਕ ਹੈ ਨਿੱਜਾ ਸਾਹਿਬ। ਤੇ ਅੱਗੇ ਚੱਲੀਏ। ਕਹਿੰਦੇ ਨਾਨਕ ਜਿਸ ਨੂੰ ਮੇਲੇ ਨਾ ਵਿਛੜੈ, ਸਹਿਜ ਸਮਾਵੇ ਸੋਏ। ਬਸ ਜਿਹਨੂੰ ਮੇਲ ਲਿਆ ਮਾਲਕ ਨੇ, ਉਹ ਥੋੜੀ ਨਾ ਵਿਛੜਦਾ। ਇੱਕ ਵਾਰੀ ਬੂੰਦ ਸਾਗਰ ਦੇ ਵਿੱਚ ਗਈ ਤੇ ਫਿਰ ਦੁਬਾਰਾ ਟੈਸਟ ਪਾ ਦੂਗਾ ਮਾਲਕ ਪਰਮਾਤਮਾ। ਫਿਰ ਕਰ ਲਈ ਟੈਸਟ ਪਾਊਗਾ ਉਹ ਮਾਲਕ ਪਰਮਾਤਮਾ। ਹਾਂਜੀ ਵੀਰ। ਜਿਹੜਾ ਬੰਦਾ ਪਾਸ ਹੋ ਗਿਆ ਨਾ ਨਿੱਜਾ ਸਾਹਿਬ, ਇੱਕੋ ਤੇ ਟੈਸਟ ਆ, ਧਰਮ ਤੇ ਚੱਲੋ, ਗੱਲ ਖਤਮ ਯਾਰ। ਕੋਈ ਕਿੱਥੇ ਜਾਣ ਦੀ ਲੋੜ ਹੈ? ਉਹ ਤੇ ਕਹਿੰਦੇ ਕਤ ਜਾਈਏ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਿਓ ਬੰਗ। ਹਾਂਜੀ। ਤੇ ਉਹ ਕਹਿੰਦੇ ਕਿੱਥੇ ਜਾਣਾ? ਮੈਂ ਧਰਮ ਤੇ ਚੱਲਣ ਦੇ ਆ। ਜੋ ਮੇਰਾ ਹੈਗਾ, ਮੈਨੂੰ ਰੈਡ ਦੀ ਜਗ੍ਹਾ ਰੈਡ ਨਜ਼ਰ ਆ ਰਿਹਾ, ਬਲੂ ਦੀ ਜਗ੍ਹਾ ਬਲੂ ਨਜ਼ਰ ਆ ਰਿਹਾ।
ਔਰ ਗ੍ਰੀਨ ਦੀ ਜਗ੍ਹਾ ਗ੍ਰੀਨ ਨਜ਼ਰ ਆ ਰਿਹਾ। ਉਹ ਕਹਿਣ ਤੋਂ ਭਾਵ ਹੈ ਕਿ ਮੇਰੇ ਅੰਦਰ ਜਿਹੜਾ ਵਿਵੇਕ ਹੈ ਉਹ ਕੰਮ ਕਰ ਰਿਹਾ, ਮੈਨੂੰ ਧਰਮ ਦਾ ਪਤਾ ਹੈ ਔਰ ਮੈਂ ਆਪਣਾ ਜੀਵਨ ਚਲਾ ਰਿਹਾ। ਤੇ ਫਿਰ ਹੋਰ ਬਾਕੀ ਕੀ ਰਹਿ ਗਿਆ? ਸੱਚ ਤੇ ਚੱਲਿਆ, ਤੁਸੀਂ ਪਾਸ ਹੋ ਜਾਣਾ, ਆਈਲੈਟਸ 'ਚ ਤੁਹਾਡੇ ਨੰਬਰ ਆ ਜਾਣੇ ਆ, ਤੁਸੀਂ ਟਾਈਮ ਜਿਹੜਾ ਵੇਸਟ ਕਰ ਰਹੇ ਸੀ ਉਹ ਬੰਦ ਕਰਤਾ। ਹੁਣ ਜਦੋਂ ਗੱਡੀ ਧਿਆਨ ਨਾਲ ਚਲਾਓਗੇ, ਖੱਡਿਆਂ 'ਚ ਨਹੀਂ ਮਾਰੋਗੇ ਤੇ ਗੱਡੀ ਨੂੰ ਤਾਂ ਕੁਝ ਹੋਣਾ ਹੀ ਨਹੀਂ, ਤੁਸੀਂ ਮੰਜ਼ਿਲ ਤੇ ਪਹੁੰਚ ਜਾਣਾ। ਤੇ ਜਦੋਂ ਤੁਸੀਂ ਆਪਣਾ ਐਕਸਲ ਤੋੜ ਕੇ ਬੈਠੇ ਹੋਏ ਜੋ, ਤੇ ਹੁਣ ਤੁਸੀਂ ਕਹਿੰਦੇ ਬੜਾ ਵਧੀਆ ਕੰਮ ਹੈ, ਐਕਸਲ ਟੁੱਟਿਆ ਵਾ ਲੱਗੇ, ਇੱਥੇ ਹੋਰ ਉਲਟੇ ਪੁਲਟੇ ਕੰਮ ਹੁੰਦੇ ਆ, ਆਪਾਂ ਇੱਥੇ ਬੈਠੇ ਆ, ਪਰ ਮੰਜ਼ਿਲ ਤੇ ਦੂਰ ਹੀ ਹੈ ਨਾ ਜੀ। ਮੰਜ਼ਿਲ ਤੇ ਥੋੜੀ ਤੁਸੀਂ ਪਹੁੰਚੋਗੇ। ਤੁਸੀਂ ਰਾਹ 'ਚ ਰੋਕ ਲਈ ਗੱਡੀ ਆਪਣੀ, ਤੁਸੀਂ ਤੰਬੂ ਲਾ ਕੇ ਬਹਿ ਗਏ, ਇੱਥੇ ਹੀ ਹਿੱਲਣਾ ਨਹੀਂ ਆਪਾਂ ਹੁਣ, ਤੇ ਜਾਣਾ ਤੁਸੀਂ ਕਿਤੇ ਹੋਰ ਸੀ। ਤੇ ਫਿਰ ਨੇਜਰ ਸਾਹਿਬ ਕਾਰੋਬਾਰ ਕਿੱਥੋਂ ਪੂਰਾ ਹੋਊਗਾ? ਹਾਂਜੀ, ਅੱਗੇ ਚਲੀਏ ਨੇਜਰ ਸਾਹਿਬ, ਕੁਝ ਕਹਿਣਾ ਆਪਨੇ? ਨਹੀਂ ਬਿਲਕੁਲ ਠੀਕ ਹੈ ਜੀ। ਅੱਗੇ ਤੀਸਰੀ ਪਾਤਸ਼ਾਹੀ ਫਿਰ ਜਿਹੜੀ ਹੈਗੀ ਆ ਕਸੌਟੀ ਦੇ ਰਹੇ ਭਾਈ, ਬਈ ਦੇਖ ਹੁਣ ਜੇ ਤਾਂ ਤੂੰ ਜਿਹੜਾ ਹੈਗਾ ਤੇਰੇ ਅੰਦਰ ਵਿਵੇਕ ਬੁੱਧੀ ਆ ਗਈ ਆ, ਤੇਰੇ ਅੰਦਰ ਬ੍ਰਹਮ ਗਿਆਨ ਦੇ ਉੱਤੇ ਤੇਰਾ ਵਿਸ਼ਵਾਸ ਆ ਗਿਆ ਔਰ ਬ੍ਰਹਮ ਗਿਆਨ ਦੇ ਨਾਲ ਤੂੰ ਆਪਣੇ ਆਪ ਨੂੰ ਗ੍ਰਾਈਂਡ ਕਰਨ ਲੱਗ ਪਿਆ, ਗਿਆਨ ਲੈਣ ਲੱਗ ਪਿਆ ਆ। ਤੇ ਕਹਿੰਦੇ ਆ ਸੋ ਮਹਲਾ ਤੀਜਾ, ਸੋ ਭਗਉਤੀ ਜੋ ਭਗਵੰਤੈ ਜਾਣੈ। ਕਹਿੰਦੇ ਉਹ ਆ ਭਾਈ ਭਗਤ, ਉਹ ਆ ਭਗਤ। ਭਗਤ ਮਤਲਬ ਕਿਹਦਾ ਭਗਤ ਭਾਈ? ਕਹਿੰਦੇ ਉਸ ਭਗਵੰਤ ਦਾ, ਉਸ ਮਾਲਕ ਪਰਮਾਤਮਾ ਦਾ, ਜਿਹੜਾ ਦੁਨੀਆ ਦਾ ਕੰਟਰੋਲਰ ਹੈਗਾ, ਜਿਹਦੀ ਹੋਂਦ ਆ ਹਮੇਸ਼ਾ ਹੀ। ਆਪਾਂ ਤਾਂ ਮਾਇਆ ਦੇ ਭਗਤ ਹੈਗੇ ਆ ਭਾਈ, ਆਪਾਂ ਤਾਂ ਮਾਇਆ ਨੂੰ ਜਾਣਦੇ ਹਾਂ, ਉਹ ਭਗਵੰਤ ਨੂੰ ਥੋੜ੍ਹੀ ਨਾ ਜਾਣਦੇ ਹਾਂ ਆਪਾਂ। ਸੋ ਭਗਉਤੀ ਜੋ ਭਗਵੰਤੈ ਜਾਣੈ, ਗੁਰ ਪ੍ਰਸਾਦੀ ਆਪ ਪਛਾਣੇ। ਸੈਕੰਡ ਉਹਦਾ ਜਿਹੜਾ ਹੈਗਾ ਮਤਲਬ ਭਗਵੰਤ ਨੂੰ ਕਿਹੜਾ ਜਾਣਦਾ ਹੈ? ਕਹਿੰਦੇ ਪਹਿਲਾਂ ਆਪਣੇ ਆਪ ਨੂੰ ਜਾਣਦਾ ਹੈ ਜਿਹੜਾ ਇਨਸਾਨ, ਵੀ ਮੈਂ ਕੌਣ ਆ, ਮੇਰੇ ਅੰਦਰ ਕੀ ਕੁਛ ਹੈਗਾ, ਮੈਂ ਜਿਹੇ ਜਿਹੇ ਦਿਸ ਰਿਹਾ ਬਾਹਰ, ਅੰਦਰੋਂ ਹੋਏ ਜਿਹਾ ਹੈਗਾ ਆ ਮੈਂ। ਆਇਆ ਗੁਰੂ ਦੇ ਪ੍ਰਸਾਦ ਦੇ ਨਾਲ ਭਾਈ ਉਹਦੇ ਅੰਦਰ ਜਿਹੜੀ ਐਸੀ ਵਿਵੇਕ ਬੁੱਧੀ ਆ ਜਾਂਦੀ ਆ ਕਿ ਉਹ ਆਪਣੇ ਅੰਦਰ ਜਿਹੜੇ ਹੈਗੇ ਆਪਣੇ ਆਪ ਨੂੰ ਪਛਾਣਦਾ ਹੈ, ਬਈ ਮੈਂ ਕੌਣ ਆ। ਆਪਣੇ ਅੰਦਰ ਜਿਹੜਾ ਹੈਗਾ ਆਪਣਾ ਘਰ ਜਿਹੜਾ ਹੈਗਾ, ਉਹ ਆਪਣਾ ਮਨ, ਆਪਣੇ ਸੰਸਕਾਰ ਜਿਹੜੇ ਹੈਗੇ ਉਹ ਉਹਨਾਂ ਨੂੰ ਹਟਾਉਂਦਾ ਹੈ ਧਿਆਨ ਸਿਮਰਨ ਦੇ ਦੁਆਰਾ। ਤਾਵਤ ਕਿਵੇਂ ਹਟਾਉਂਦਾ ਹੈ? ਤਾਵਤ ਰਾਖੈ ਇਕਤ ਕਰ ਆਣੈ। ਕਹਿੰਦੇ ਮਨ ਪਤੰਦਰ ਦੀਆਂ ਜਿਹੜੀਆਂ ਨਜਾਇਜ਼ ਡਿਮਾਂਡਾਂ ਹੈਗੀਆਂ, ਬਾਰ-ਬਾਰ ਦੌੜਦਾ ਹੈ, ਆ ਵੀ ਦੇ, ਆ ਵੀ ਦੇ, ਇੱਧਰ ਵੀ ਚੱਲ, ਆ ਵੀ ਖਿਲਾ, ਆ ਵੀ ਪਿਲਾ। ਕਹਿੰਦੇ ਇਹਦੀ ਉਹੀ ਡਿਮਾਂਡ ਮੰਨਦਾ ਹੈ ਜਿਹੜੀ ਕਿ ਜ਼ਰੂਰੀ ਹੈਗੀ ਆ। ਇੱਕ ਜਗ੍ਹਾ 'ਤੇ ਮਨ ਦੇ ਵਿਚਾਰ ਬੰਦ ਕਰ ਦਿੰਦਾ, ਇਹਦੀਆਂ ਡਿਮਾਂਡਾਂ ਜਿਹੜੀਆਂ ਹੈਗੀਆਂ ਸੁਣਦਾ ਹੀ ਨਹੀਂ ਹੈਗਾ। ਇਹ ਜਿਹੜੀਆਂ ਲਹਿਰਾਂ ਉਠਾਉਂਦਾ ਹੈ ਉਹਨਾਂ ਨੂੰ ਦੇਖਦਾ ਹੀ ਨਹੀਂ, ਦੇਖ ਕੇ ਵੀ ਨਜ਼ਰਅੰਦਾਜ਼ ਕਰ ਦਿੰਦਾ ਹੈ। ਤਾਵਤ ਰਾਖੈ ਇਕਤ ਕਰ ਆਣੈ। ਔਖਾ ਕੰਮ ਆ, ਜੀਵਤ ਮਰੈ ਹਰ ਨਾਮ ਵਖਾਣੈ। ਧਿਆਨ ਸਿਮਰਨ ਕਰੇਗਾ ਤੇ ਆ ਜਿਉਂਦੇ ਜੀ ਮਰਨ ਵਾਲੀ ਗੱਲ ਆ, ਵੀ ਸਾਹਮਣੇ ਸਵਾਦ ਆ, ਚੀਜ਼ ਪਈ ਆ, ਸਾਰਾ ਕੁਝ ਹੈਗਾ ਔਰ ਮਨ ਨੂੰ ਰੋਕਣਾ ਹੈ ਭਾਈ। ਕਾਹਦੇ ਵਾਸਤੇ? ਤੈਨੂੰ ਲੋੜ ਹੈ ਇਸ ਚੀਜ਼ ਦੀ, ਤੇਰੇ ਅੰਦਰ ਹੈ ਇਸ ਚੀਜ਼ ਦਾ ਜਿਹੜਾ ਹੈਗਾ, ਤੇਰੇ ਸਰੀਰ ਦੇ ਵਿੱਚ ਇਸ ਚੀਜ਼ ਦੀ ਭੁੱਖ, ਕਿ ਐਵੇਂ ਹੀ ਜਿਹੜਾ ਹੈਗਾ ਸਵਾਦ ਦੇ ਵਾਸਤੇ ਲੈ ਰਿਹਾ ਹੈ। ਜੀਵਤ ਮਰਾ ਹੈ, ਜਿਉਂਦੇ ਜੀ ਮਰਨਾ ਪੈਣਾ ਹੈ ਭਾਈ। ਹਰ ਨਾਮ ਵਖਾਣੇ, ਕਹਿੰਦੇ ਨਾਮ ਵਖਾਣ, ਧਿਆਨ ਸਿਮਰਨ ਕਰ ਤੇ ਆ ਜਾਏਗੀ ਤੇਰੇ ਪਾਵਰ, ਤੇਰੇ ਮਨ ਨੂੰ ਕੰਟਰੋਲ ਕਰਨ ਦੀ। ਐਸਾ ਭਗਉਤੀ ਉੱਤਮ ਹੋਏ। ਹਲੋ ਉਸੇ ਵੇਲੇ ਦੱਸਤਾ ਵੀ ਆ ਭਗਤ ਤੇ ਉੱਤਮ ਹੋ ਜਾਏਗਾ ਭਾਈ, ਆਮ ਨਹੀਂ ਰਹੇਗਾ, ਉੱਪਰ ਉੱਠ ਜਾਏਗਾ ਕਮਲ ਦੇ ਵਾਂਗੂ। ਮਾਇਆ ਦੇ ਵਿੱਚ ਰਹੇਗਾ ਪਰ ਮਾਇਆ ਤੋਂ ਉੱਪਰ ਰਹੇਗਾ। ਐਸਾ ਭਗਉਤੀ ਉੱਤਮ ਹੋਏ, ਨਾਨਕ ਸੱਚ ਸਮਾਵੇ ਸੋਏ। ਕਹਿੰਦੇ ਉਹੀ ਭਗਤ ਹੈ ਭਾਈ, ਉਸੇ ਨੇ ਸੱਚ ਦੇ ਵਿੱਚ ਸਮਾਉਣਾ ਹੈ, ਉਸੇ ਨੇ ਬ੍ਰਹਮ ਗਿਆਨੀ ਬਣਨਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖੋ ਉੱਪਰ ਕਹਿੰਦੇ ਸੋ ਭਗਉਤੀ ਜੋ ਭਗਵੰਤ ਜਾਣੇ, ਭਗਵੰਤ ਜਾਣੇ। ਹਾਂਜੀ, ਭਗਵੰਤ ਨੂੰ, ਪਰਮੇਸ਼ਰ ਨੂੰ ਜਾਣੇ, ਜੋ ਰੱਬ ਨੂੰ ਜਾਣ ਲੈਂਦਾ, ਜਿਹਨੇ ਆਪਣੇ ਚਿੱਤ ਨੂੰ ਰੋਕ ਲਿਆ, ਮਨ ਨੂੰ ਰੋਕ ਲਿਆ, ਤੇ ਜਿਹਨੇ ਆਤਮਾ ਨੂੰ ਜਾਣ ਲਿਆ। ਇੱਥੇ ਭਗਵੰਤ ਦਾ ਮਤਲਬ ਕੇਵਲ ਆਤਮਾ ਹੈ, ਕਿਸੇ ਮਨੁੱਖ ਦੀ ਗੱਲ ਨਹੀਂ ਹੋ ਰਹੀ। ਠੀਕ ਹੈ ਜੀ, ਕਿਸੇ ਦੇਵੇ ਦੇਵਤੇ ਦੀ ਗੱਲ ਨਹੀਂ ਹੋ ਰਹੀ। ਕਹਿੰਦੇ ਆ ਕਿ ਉਹ ਭਗਉਤੀ ਆ, ਉਹ ਭਗਤ ਆ। ਸੋ ਮਤਲਬ ਕੇਵਲ ਉਹੀ ਭਗਤ ਮਨੁੱਖ ਭਗਤ ਹੈ। ਭਗਤੀ ਉਹਦੀ ਅਸਲੀ ਹੈ ਜਿਹਨੇ ਰੱਬ ਨੂੰ ਜਾਣ ਲਿਆ। ਬਿਲਕੁਲ। ਤੇ ਜਿਹੜਾ ਐਵੇਂ ਤੁਰਿਆ ਹੀ ਜਾ ਰਿਹਾ ਉਹ ਭਗਤ ਨਹੀਂ ਜੀ, ਜਿਹਨੇ ਜਾਣ ਲਿਆ ਉਹ ਭਗਤ ਆ। ਬਿਲਕੁਲ। ਦੂਜੇ ਤੇ ਬਥੇਰੇ ਆ ਇੱਥੇ, ਤੁਹਾਨੂੰ ਤੇ ਤੁਸੀਂ ਉੱਥੇ ਜਾਓ, ਕੁੰਭ ਦਾ ਮੇਲਾ ਲੱਗਦਾ, ਬੜੇ ਕਰੋੜਾਂ ਲੋਕ ਪਹੁੰਚਦੇ ਉੱਥੇ। ਉਹ ਤੇ ਸਾਰੇ ਕੱਪੜੇ ਕੁਪੜੇ ਪਾ ਕੇ, ਜਟਾ ਜੁਟਾ ਵਧਾਈਆਂ, ਪੂਰੇ ਮੇਕਅਪ ਇੱਕਦਮ ਓਕੇ ਰਿਪੋਰਟ, ਜਿੱਦਾਂ ਆਪਣੇ ਤੇ ਪੰਜਾਬ ਚ
ਇਹ ਤੇ ਸਾਰੇ ਭਗਤ ਬਣੇ ਹੁਣ, ਇਹ ਸਾਰੇ ਭਗਵਤੀ ਨਹੀਂ ਜੇ ਹੈਗੇ। ਹਾਂ, ਔਰ ਰੱਬ ਨੂੰ ਜਾਣਨਾ ਗੋਰਖੀ ਸਾਹਿਬ ਦੇਖੋ, ਜੇ ਹੁਣ ਕਹਿੰਦੇ ਸੋ ਭਗਵਤੀ ਜੋ ਭਗਵੰਤ ਜਾਣੇ, ਹੁਣ ਜਿਹੜਾ ਜੇ ਮੈਂ ਜਾਣਦਾ ਹੋਵਾਂ, ਜੇ ਉਹ ਰੱਬ ਨੂੰ ਜਿਹੜਾ ਜਾਣਨ ਵਾਲਾ ਹੈ ਉਹਨੂੰ ਪਤਾ ਹੋਊਗਾ ਵੀ ਰੱਬ ਦਾ ਸੁਭਾਅ ਕੀ ਹੈ ਭਾਈ, ਰੱਬ ਕੀ ਚਾਹੁੰਦਾ ਆ, ਰੱਬ ਕੀ ਚਾਹੁੰਦਾ ਆ, ਉਹਦਾ ਸੁਭਾਅ ਕੀ ਹੈਗਾ, ਕਿਹੜੀ ਚੀਜ਼ ਤੇ ਖੁਸ਼ ਹੁੰਦਾ ਹੈ ਉਹ ਮਾਲਕ ਪਰਮਾਤਮਾ, ਬਸ ਉਹਨੂੰ ਪਤਾ ਹੋਊਗਾ। ਤੇ ਉਹ ਫਿਰ ਰੱਬ ਤਾਂ ਕਹਿੰਦਾ ਕਿ ਵੀ ਤੂੰ ਜਿਹੜਾ ਹੈਗਾ ਦੇਖ ਆਪਣੇ ਆਪ ਨੂੰ ਚੇਂਜ ਕਰ, ਆਪਣੇ ਅੰਦਰ ਦੇਖ, ਝਾੜੂ ਲਗਾ ਵੀ ਮਾਲਕ ਤਾਂ ਅੰਦਰ ਹੈ, ਤਾਂ ਮਾਲਕ ਨੇ ਪ੍ਰਗਟ ਹੋਣਾ ਹੈ। ਆਪਾਂ ਤਾਂ ਜਗ੍ਹਾ ਹੀ ਨਹੀਂ, ਆਪਾਂ ਤਾਂ ਇਹ ਮਾਇਆ ਨੂੰ ਅੰਦਰ ਬਿਠਾਇਆ ਹੋਇਆ ਹੈ ਪੂਰੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪਾਸੇ ਹੁੰਦੇ ਨਹੀਂ, ਜਗ੍ਹਾ ਖਾਲੀ ਨਹੀਂ ਕਰਦੇ, ਕਬਜ਼ਾ ਦਿੰਦੇ ਨਹੀਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਜੇਕਰ ਤੁਸੀਂ ਉੱਥੇ ਹਾਊਸਕੀਪਿੰਗ ਨਹੀਂ ਕਰੋਗੇ ਤੇ ਚੰਗੀ ਚੀਜ਼ ਕਿੱਥੋਂ ਆਊਗੀ? ਉੱਥੇ ਘਾਹ ਉੱਗਿਆ, ਜੰਗਲ ਉੱਗਿਆ, ਜੜੀਆਂ ਬੂਟੀਆਂ ਗਾ ਕੇ ਛੱਡੀਆਂ, ਤੇ ਫਿਰ ਉੱਥੇ ਫੁੱਲ ਕਿੱਥੋਂ ਉੱਗਣਗੇ? ਫੁੱਲ ਲਈ ਤੇ ਮਿਹਨਤ ਕਰਨੀ ਪੈਣੀ ਆ, ਕਿਆਰੀ ਬਣਾਉਣੀ ਪੈਣੀ ਆ, ਪਾਣੀ ਪੂਣੀ ਲਾਉਣਾ ਪੈਣਾ ਹੈ। ਸਭ ਤੋਂ ਪਹਿਲੀ ਗੱਲ ਤੇ ਤੁਹਾਨੂੰ ਕਿਸੇ ਨਰਸਰੀ ਦੇ ਕੋਲ ਜਾਣਾ ਪਊਗਾ, ਕਹਿਣ ਤੋਂ ਭਾਵ ਕਿਸੇ ਸੰਗਤ ਕੋਲ ਜਾਣਾ ਪਊਗਾ, ਫਿਰ ਤੁਹਾਨੂੰ ਫੁੱਲ ਦੇਣਗੇ। ਫੁੱਲ ਵੀ ਫਿਰ ਘਰੇ ਲਿਆਓਗੇ, ਉਹਨੂੰ ਲਾਓਗੇ, ਮਿੱਟੀ ਗਮਲੇ ਦੀ ਤਿਆਰ ਕਰੋਗੇ, ਫਿਰ ਪਾਣੀ ਪਾਓਗੇ, ਹਰ ਦਿਨ ਪਾਣੀ ਪਾ ਕੇ ਧਿਆਨ ਰੱਖਣਾ ਪਊ, ਤੇ ਫਿਰ ਗੱਲ ਬਣਨੀ ਆ, ਫਿਰ ਉਹਨੂੰ ਫੁੱਲ ਲੱਗਣੇ। ਸੋ ਮਿਹਨਤ ਤੋਂ ਬਿਨਾਂ ਤਾਂ ਕੁਝ ਵੀ ਕੰਮ ਨਹੀਂ ਹੋ ਸਕਦਾ। ਇਨਸਾਨ ਹਰ ਇੱਕ ਕੰਮ 'ਚ ਮਿਹਨਤ ਕਰਦਾ ਹੈ ਜਿੱਥੇ ਇਹਨੂੰ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ। ਰਾਤ ਨੂੰ ਇਹਨੂੰ ਕਹਿ ਦੋ ਨਾ ਕਿ ਫਲਾਨਾ ਕੰਮ ਹੋ ਜਾਏਗਾ, ਤੂੰ ਆ ਜਾ 1 ਵਜੇ ਤੁਰ ਪਏਗਾ, ਕਿਉਂਕਿ ਉੱਥੇ ਪਦਾਰਥ ਮਿਲਣਾ। ਇਹ ਬਾਣੀ ਤੇ ਉਹ ਕਹਿ ਰਹੀ ਹੈ ਕਿ ਬਈ ਜਿੰਨੇ ਪ੍ਰਮਾਤਮਾ ਨੂੰ ਜਾਣ ਲਿਆ ਕੇਵਲ ਉਹੀ ਭਗਤ ਆ। ਭਗਤੀ ਵੀ ਉਹੀ ਕੀਤੀ ਸਹੀ ਆ, ਉਹੀ ਸਫਲ ਆ। ਬਾਕੀ ਜਿਹੜੇ ਐਵੇਂ ਕਹਿੰਦੇ ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਕ ਨੇ ਰਾਮ ਖਿਲੋਣਾ ਜਾਣਾ। ਬਿਲਕੁਲ ਬਿਲਕੁਲ। ਤੇ ਉਹ ਸਭ A to Z ਇਹ 'ਚ ਮੈਂ ਤੁਸੀਂ ਆਪਾਂ ਸਾਰੇ ਜੇਕਰ ਆਉਂਦੇ ਆ ਤੇ ਫਿਰ ਆਪਾਂ ਭਗਤ ਨਹੀਂ। ਠੀਕ ਹੈ ਜੀ। ਇਹ ਨਾ ਗੋਰਖੀ ਸਾਹਿਬ ਅਗਲਾ ਸ਼ਲੋਕ ਜਿਹੜਾ ਹੈ ਮਹਾਰਾਜ ਨੇ ਇਸੇ ਤੇ ਲਾਇਆ ਹੋਇਆ ਹੈ। ਪਹਿਲਾਂ ਭਗਵਤੀ ਦੱਸ ਰਹੇ ਆ, ਫਿਰ ਅੱਗੇ ਜੇ ਲੋਕੀ ਕੀ ਕਰ ਰਹੇ ਆ ਉਹ ਵੀ ਦੱਸਣਗੇ ਪੂਰਾ ਚਮਕਾ ਕੇ। ਅੱਛਾ, ਫਿਰ ਕਹਿੰਦੇ ਆ ਤਾਵਤ ਰਾਖੇ ਇਕਤ ਕਰ ਆਣੇ, ਕਹਿੰਦੇ ਮਨ ਤੇ ਕੰਟਰੋਲ ਰੱਖਦਾ ਹੈ ਇਹ ਜਿਹੜਾ ਹੈਗਾ ਆਣਾ, ਜਿਹੜਾ ਹੈਗਾ ਇਹਨੂੰ ਪੂਰਾ ਸਹੀ ਤਰੀਕੇ ਨਾਲ ਇਹਨੂੰ ਦੇਖਦਾ ਹੈ, ਬਾਅਦ 'ਚ ਰੱਖਦਾ ਹੈ ਹਰ ਟਾਈਮ ਇਹਦੇ ਉੱਤੇ ਇੱਕ ਜਗ੍ਹਾ ਤੇ ਟਿਕਾ ਕੇ ਰੱਖਦਾ ਇਹਨੂੰ ਜਿਹੜਾ ਇੱਧਰ ਉੱਧਰ ਦੌੜਨ, ਇੱਧਰ ਉੱਧਰ ਮੂੰਹ ਮਾਰਨ ਨਹੀਂ ਦਿੰਦਾ। ਜੀਵਤ ਮਾਰਾ ਹਰ ਨਾਮ ਵਿਖਾਣੇ, ਕਹਿੰਦੇ ਨਾਲ ਨਾਲ ਧਿਆਨ ਸਿਮਰਨ ਕਰਦਾ ਹੈ ਭਾਈ। ਔਰ ਇਸ ਤਰ੍ਹਾਂ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਇਹ ਸੰਸਾਰ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਵਿੱਚੋਂ ਜਿਹੜਾ ਹੈਗਾ ਜਿਉਂਦੇ ਜੀ ਜਿਹੜਾ ਹੈਗਾ ਆਪਣੇ ਆਪ ਨੂੰ ਰੋਕਦਾ ਹੈ, ਮਾਰਦਾ ਹੈ ਮਨ ਨੂੰ। ਐਸਾ ਭਗਵਤੀ ਉੱਤਮ ਹੋਏ, ਆਇਆ ਭਗਵਤੀ ਪਾਏ, ਇਹ ਆਮ ਤੋਂ ਉੱਪਰ ਹੋ ਜਾਏਗਾ। ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਹਿ ਮਾਨ, ਪੰਚੇ ਸੋਹੇ ਦਰੇ ਰਾਜਾਨ, ਕੋਟ ਲਾਖ ਸਰਬ ਕੋ ਰਾਜਾ ਜਿਸ ਹਿਰਦੇ ਨਾਮ ਤੁਮਾਰਾ, ਨਾਨਕ ਸੱਚੇ ਸਮਾਵੇ ਸੋਏ ਉਹੀ, ਸਿਰਫ ਉਹੀ ਜਿਹੜਾ ਭਗਵੰਤ ਨੂੰ ਜਾਣਦਾ ਆ, ਜਿਹੜਾ ਉੱਪਰ ਕੁਆਲੀਫਿਕੇਸ਼ਨ ਸਾਰੀਆਂ ਹੈਗੀਆਂ, ਜਿਹਦੇ ਤੇ ਆ ਜਿਹੜੇ ਸਾਰੇ ਜਿਹੜਾ ਗਿਆਨ ਫਿੱਟ ਹੁੰਦਾ ਹੋਏ, ਉਹ ਫਿਰ ਸੱਚ ਦੇ ਵਿੱਚ ਸਮਾ ਜਾਂਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਅਗਲੇ ਬੰਨੇ ਕਹਿ ਰਹੇ ਨੇ ਕਿ ਧਾਵਤ ਰੱਖ ਕੇ ਇਕੱਠ ਕਰ ਆਣੇ। ਧਾਵਤ ਦਾ ਮਤਲਬ ਆ ਕਿ ਉਹ ਜਿਹੜਾ ਭੌਰ ਆ ਜਿਹੜਾ ਉੱਡਦਾ ਹੈ ਉਹਨੂੰ ਇੱਕਦਮ ਰੋਕ ਲੈਂਦਾ ਹੈ। ਬਿਲਕੁਲ। ਇੱਕ ਇਕਾਗਰਤਾ ਦੇ ਵਿੱਚ ਉਹ ਆਪਣੇ ਧਿਆਨ ਨੂੰ ਇਕਾਗਰ ਕਰ ਲੈਂਦਾ ਹੈ। ਬੜਾ ਪਾਵਰਫੁਲ ਬੰਦਾ ਹੈ ਜਿਹੜਾ ਏਦਾਂ ਦਾ ਕੰਮ ਕਰ ਲੈਂਦਾ ਹੈ, ਕੋਈ ਮਾਮੂਲੀ ਗੱਲ ਨਹੀਂ। ਉਹਦੇ ਲਈ ਬਾਣੀ ਦੇ ਵਿੱਚ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਤਸਦੀਕ ਕਰ ਦੇਣਗੇ ਬ੍ਰਹਮ ਗਿਆਨੀ ਕਿ ਤੁਹਾਡੇ ਪੱਲੇ ਕੀ ਹੈ। ਤੇ ਕਹਿੰਦੇ ਜੀਵਤ ਮਰੇ ਹਰ ਨਾਮ ਵਿਖਾਣੇ। ਹੁਣ ਦੇਖੋ, ਜੀਵਤ ਮਰਨਾ ਮਤਲਬ ਇੱਥੇ ਕਿਸੇ ਸਰੀਰਕ ਮੌਤ ਦੀ ਗੱਲ ਨਹੀਂ ਹੈ, ਇੱਥੇ ਹੈਗਾ ਤ੍ਰਿਸ਼ਨਾਵਾਂ ਦੀ ਮੌਤ। ਬਿਲਕੁਲ। ਜਿਸ ਇਨਸਾਨ ਦੀਆਂ ਤ੍ਰਿਸ਼ਨਾਵਾਂ ਮਰ ਗਈਆਂ ਨੇ, ਇਹ ਮਰਨੀਆਂ ਉਦਣ ਜੇ ਜਿੱਦਣ ਤੁਸੀਂ ਸੈਂਟਰਲਾਈਜ਼ ਹੋ ਗਏ, ਜਿੱਦਣ ਤੁਸੀਂ ਸਵੈ ਅਸਤ ਹੋ ਗਏ। ਵਿਮਲ ਕੀਰਤੀ ਨੂੰ ਕਿਹਾ ਸੀ ਨਾ ਉਹਨੇ ਕਿ ਤੁਹਾਡਾ ਸਵਸਥ ਕਿੱਦਾਂ ਦਾ? ਉਹ ਕਹਿੰਦਾ ਤੂੰ ਮਹਾਤਮਾ ਬੁੱਧ ਦਾ ਸ਼ਿਸ਼ ਹੋ ਕੇ, ਓਏ ਮੂਰਖਾ ਤੂੰ ਕਿਹੜੀ ਗੱਲ ਕਹਿ ਦਿੱਤੀ ਮੈਨੂੰ? ਉਹ ਤੂੰ ਮੈਨੂੰ ਪੁੱਛਣ ਦਿਆ ਮੇਰਾ ਸਵਸਥ ਕੀ ਆ? ਉਹ ਮੇਰੇ ਤਨ ਨੂੰ ਕੁਝ ਹੋ ਸਕਦਾ ਹੈ, ਮੇਰੇ ਹੱਥਾਂ ਨੂੰ ਕੁਝ ਹੋ ਸਕਦਾ, ਮੇਰੀਆਂ ਅੱਖਾਂ ਨੂੰ ਕੁਝ ਹੋ ਸਕਦਾ, ਉਹ ਮੈਨੂੰ ਕੀ ਹੋਣਾ ਹੈ? ਉਹ ਮੈਂ ਤੇ ਜੰਮਦਾ ਹੀ ਸਵਸਥ ਆ, ਮੈਂ ਸਵੈ ਦੇ ਵਿੱਚ ਅਸਤ ਆ, ਮੈਂ ਨਹੀਂ ਭਟਕਦਾ। ਉਹ ਨਾ ਮੈਨੂੰ ਕੋਈ ਬਿਮਾਰੀ ਲੱਗਦੀ ਹੈ। ਉਹ ਹਿਸਾਬ ਸਾਡਾ ਹੈ। ਉਹ ਕਹਿੰਦੇ ਆ ਕਿ
ਆ ਇਹੋ ਗੱਲ ਕਹਿ ਰਹੇ ਜੀ, ਬ੍ਰਹਮ ਗਿਆਨੀ ਇਹੋ ਗੱਲ ਸਮਝਾ ਰਹੇ, ਧਾਵਤ ਰਾਖੇ ਇੱਕ ਘਰ ਆਣੇ। ਜਿਹੜਾ ਬੰਦਾ ਧਾਵਤ ਆਪਣੀ ਧਿਆਨ ਨੂੰ ਆਪਣੇ ਅੰਦਰ ਇਕਾਗਰ ਕਰ ਲੈਂਦਾ ਹੈ, ਇੱਕ ਦੇ ਘਰ ਉਹ ਆਤਮਾ ਹੈ ਜਿੱਥੇ ਇਕਾਗਰ ਕਰ ਲੈਂਦਾ ਹੈ, ਤੇ ਫਿਰ ਕਹਿੰਦੇ ਜੀਵਤ ਮਰੇ, ਉਹਦੀਆਂ ਤ੍ਰਿਸ਼ਨਾਵਾਂ ਆਪਣੇ ਆਪ ਹੀ ਮਰ ਜਾਣੀਆਂ। ਸਾਹਿਬ ਇਹ ਵੀ ਸੱਚ ਜੀ, ਬਿਲਕੁਲ ਸੱਚ ਹੈ, ਬਿਲਕੁਲ ਇਸੇ ਵਾਸਤੇ ਤਾਂ ਧਿਆਨ ਆਪਾਂ ਲਾਉਣੇ ਆ ਭਾਈ, ਆਹੀ ਤਾਂ ਧਿਆਨ ਹੈ, ਇਹੀ ਤਾਂ ਕਹਿੰਦੇ, ਇਹੀ ਤਾਂ ਭਗਤੀ ਹੈਗੀ। ਹਾਂਜੀ ਉਹ ਵੇਖੋ ਵਿਮਲ ਕੀਰਤੀ ਦੀ ਗੱਲ ਕਿਤੇ ਘੁੰਮੀ ਜਾਂਦੀ। ਇਹੋ ਬਾਣੀ ਆਪਾਂ ਨੂੰ ਸਮਝਾ ਰਹੀ ਆ, ਬ੍ਰਹਮ ਗਿਆਨੀ ਨੂੰ ਇਹ ਸਮਝਾ ਰਹੇ ਨੇ ਕਿ ਮਹਾਰਾਜ ਕਹਿ ਰਹੇ ਨੇ ਕਿ ਬਈ ਤੇਰਾ ਮਨ ਜਦੋਂ ਇਕਾਗਰ ਹੋ ਗਿਆ, ਔਰ ਜਦੋਂ ਤੇਰਾ ਮਨ ਇਕਾਗਰ ਹੋ ਗਿਆ ਤਾਂ ਫਿਰ ਕੀ ਹੋਣਾ, ਨਾਲ ਪ੍ਰਾਪਤੀ, ਜੀਵਤ ਮਰੇ। ਤੇਰੀਆਂ ਸਾਰੀਆਂ ਫਾਲਤੂ ਦੀਆਂ ਇੱਛਾਵਾਂ ਜਿਹੜੀਆਂ ਤੇਰੇ ਤੋਂ ਦੂਰ ਹੋ ਜਾਣਗੀਆਂ, ਕਿਉਂਕਿ ਉਹ ਆਤਮਾ 'ਚ ਜਾ ਨਹੀਂ ਸਕਦੀਆਂ। ਤੇਰਾ ਧਿਆਨ ਕਿੱਥੇ ਚਲ ਗਿਆ, ਆਤਮਾ 'ਚ ਚਲ ਗਿਆ, ਤੇ ਆਤਮਾ ਦੇ ਵਿੱਚ ਸਮਾਂ ਨਹੀਂ ਜਾ ਸਕਦਾ, ਔਰ ਸਮਾਂ ਨਾ ਜਾਊ ਤੇ ਜੋ ਵੀ ਚੀਜ਼ ਸਮੇਂ 'ਚ ਹੈਗੀ ਆ ਉਹ ਵੀ ਨਹੀਂ ਉੱਥੇ ਜਾ ਸਕਦੀ। ਇਸ ਕਰਕੇ ਤੂੰ ਜੀਵਤ ਮਰ ਜਾਏਗਾ। ਨਿਜਰ ਸਾਹਿਬ ਵੇਖੋ ਕਿੰਨਾ ਗਹਿਰਾ ਕਹਿ ਗਏ ਨੇ। ਬਹੁਤ ਅੱਗੇ ਕਹਿੰਦੇ ਐਸਾ ਭਗਵਤੀ ਉੱਤਮ ਹੋਏ। ਲਓ ਤੇ ਨਾਲ ਉਹਨਾਂ ਨੇ ਸਰਟੀਫਿਕੇਟ ਵੀ ਦੇਤਾ। ਹਾਂ ਉਹ ਦੇਣਾ ਪੈਣਾ ਉਹਨਾਂ ਨੂੰ। ਉਹ ਕਹਿੰਦੇ ਕਿ ਜੇ ਕੋਈ ਬੰਦਾ ਇੱਥੋਂ ਤੱਕ ਪਹੁੰਚ ਗਿਆ ਤਾਂ ਬਹੁਤ ਵੱਡੀ ਗੱਲ ਹੋ ਗਈ ਹੈ। ਹਾਂ ਐਸਾ ਭਗਵਤੀ ਉੱਤਮ, ਕਿਉਂਕਿ ਆਤਮਾ ਚ ਚਲਾ ਗਿਆ, ਉਹਨੇ ਇੰਜਨ ਹੀ ਬੰਦ ਕਰਤਾ ਹੈ। ਇੰਜਨ ਬੰਦ ਕਰਤੇ, ਫਿਰ ਉਹ ਇੱਦਾਂ ਫਿਰ ਬੋਲਦਾ ਹੈ, ਬਾਣੀ ਚ ਬੋਲਦਾ ਹੈ। ਉੱਤੇ ਐਵੇਂ ਵੀ ਨਹੀਂ ਕਹਿੰਦੇ ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਹਿੰਦੇ ਮੇਰਾ ਕੰਮ ਕੰਪਲੀਟ ਹੋ ਚੁੱਕਿਆ ਹੈ, ਮੇਰਾ ਚਿੱਤ ਰੁਕ ਗਿਆ, ਮੇਰਾ ਮਨ ਰੁਕ ਗਿਆ। ਇਹ ਇਛਾਵਾਂ ਤ੍ਰਿਸ਼ਨਾਵਾਂ ਜਿਹੜੀਆਂ ਨਦੀਆਂ ਸਨ ਸਭ ਸੁੱਕ ਗਈਆਂ ਨੇ, ਹੁਣ ਉੱਥੇ ਪਾਣੀ ਨਹੀਂ ਹੈਗਾ। ਮੈਂ ਇੱਕ ਸੁੱਕੇ ਪੱਤੇ ਵਾਂਗੂ ਜੀਵਨ ਬਤੀਤ ਕਰ ਰਿਹਾ, ਜਿਹਦਾ ਆਪਣੀ ਕੁਝ ਇੱਛਾ ਨਹੀਂ ਹੈਗੀ। ਇੱਛਾ ਰਹਿਤ ਆ ਮੈਂ, ਹਵਾ ਆਉਂਦੀ ਹੈ, ਮੈਂ ਉੱਡ ਕੇ ਜਿੱਥੇ ਲੈ ਜਾਂਦੀ ਮੈਂ ਚਲਾ ਜਾਂਦਾ। ਕੋਈ ਠੁੱਡਾ ਮਾਰਦਾ ਹੈ ਤੇ ਮੈਂ ਰੌਲਾ ਨਹੀਂ ਪਾਉਂਦਾ, ਇੱਕਦਮ ਸ਼ਾਂਤ ਹੋ ਗਿਆ। ਮੈਂ ਚਿੱਤ ਦਾ ਸ਼ਾਂਤ ਹੋ ਜਾਣਾ ਹੀ ਜੀਵਨ ਦੇ ਵਿੱਚ ਕੰਪਲੀਟਨੈਸ ਆ, ਪੂਰਨਤਾ ਹੈ। ਔਰ ਜਿਹਦੇ ਬੰਦੇ ਦਾ ਚਿੱਤ ਸ਼ਾਂਤ ਨਹੀਂ ਹੈ, ਭਾਵੇਂ ਤੁਸੀਂ ਸੰਸਾਰ ਦੇ ਰਾਜੇ ਬਣੇ ਫਿਰੋ, ਤੇ ਫਿਰ ਸਮਝ ਲਓ ਕਿ ਅੰਦਰੋਂ ਤੇ ਬੰਦਾ ਪੂਅਰ ਹੀ ਹੈ ਨਾ, ਅੰਦਰੋਂ ਤੇ ਬੰਦਾ ਗਰੀਬ ਹੀ ਹੈ ਨਾ। ਉਹ ਵੱਖਰੀ ਗੱਲ ਆ। ਲੋਕਾਂ ਨੂੰ ਉਹਦੀ ਅਮੀਰੀ ਬੜੀ ਚੰਗੀ ਲੱਗਦੀ ਹੈ, ਪਰ ਉਸ ਬੰਦੇ ਨੂੰ ਪਤਾ ਹੈ ਕਿ ਮੈਂ ਕਾਫੀ ਗਰੀਬ ਹਾਂ। ਔਰ ਇਹੋ ਜੀਵਨ ਹੈ। ਨਾਨਕ ਸਾਹਿਬ ਕਹਿੰਦੇ ਨੇ, ਕਹਿੰਦੇ ਨਾਨਕ ਸੱਚ ਸਮਾਵੇ ਸੋਈ। ਜਿਹਨੇ ਜਿਹੜੀ ਰਿਕੁਆਇਰਮੈਂਟ ਪੂਰੀ ਕਰ ਲਈ ਹੈ, ਧਿਆਨ ਇਕਾਗਰ ਕਰਕੇ ਤੇ ਆਪਣੇ ਆਪ ਨੂੰ ਜਿਉਂਦੇ ਜੀ ਮਾਰ ਲਿਆ, ਉਹ ਕਹਿੰਦੇ ਉਹ ਸੱਚ ਸਮਾ ਗਿਆ। ਬਾਕੀ ਰਹਿ ਕੀ ਗਿਆ? ਸੱਚ ਤੇ ਹੈਗਾ ਅੱਗੇ। ਹਲਚਲ ਜਿਹੜੀ ਹੈ ਇਹ ਸੰਸਾਰ 'ਚ ਆ, ਬ੍ਰਹਮ 'ਚ ਕੋਈ ਹਲਚਲ ਨਹੀਂ ਆ। ਤੇ ਜਦੋਂ ਤੁਹਾਡੇ 'ਚ ਹਲਚਲ ਨਹੀਂ ਹੋਈ ਤੇ ਫਿਰ ਤੁਹਾਡੇ 'ਚ ਤੇ ਬ੍ਰਹਮ 'ਚ ਕੀ ਫਰਕ ਹੋਇਆ? ਬਿਲਕੁਲ ਕੋਈ ਫਰਕ ਹੈ। ਤੇ ਅੱਗੇ ਚੱਲੀਏ। ਅੱਗੇ ਜਿਹੜਾ ਹੈਗਾ, ਅੱਗੇ ਹੁਣ ਦੱਸ ਰਿਹਾ ਭਾਈ ਦੁਨੀਆ ਦੇ ਵਿੱਚ ਪ੍ਰੋਬਲਮ ਕੀ ਹੈਗੀ ਆ। ਮਹਲਾ ਤੀਜਾ, ਅੰਤਰ ਕਪਟ ਭਗਵਤੀ ਕਹਾਏ। ਲਓ ਦੇਖ ਲਓ, ਕਹਿੰਦੇ ਅੰਦਰ ਤਾਂ ਛਲ ਕਪਟ ਹੈਗਾ, ਧੋਖਾ ਹੈਗਾ। ਅੰਦਰ ਜਿਹੜੀ ਹੈਗੀ ਆ ਉਹ ਕਹਿੰਦੇ ਆਪਣੇ ਆਪ ਨੂੰ ਅੰਦਰ ਖੋਟ ਆ, ਅੰਦਰ ਮਾਇਆ ਪਦਾਰਥ ਹੈਗੇ, ਅੰਦਰ ਸਾਰੇ ਭੋਗ ਦੁਨੀਆ ਦੇ ਪਏ ਹੋਏ ਆ। ਤੇ ਉੱਪਰੋਂ ਜਿਹੜਾ ਹੈਗਾ ਬਾਣਾ ਜਿਹੜਾ ਬਣਾਇਆ ਹੋਇਆ, ਭੇਖ ਛੋੜੋ ਵੇਸ ਭੇਖ ਚਤੁਰਾਈ। ਵੇਸ ਔਰ ਭੇਖ ਭਗਵਤੀ ਦਾ ਹੈਗਾ। ਆਪਣੇ ਆਪ ਨੂੰ ਕਹਾਉਂਦਾ ਵੀ ਹੈਗਾ ਸਰਟੀਫਾਈਡ, ਮੈਂ ਤਾਂ ਸਰਟੀਫਾਈਡ ਬ੍ਰਹਮ ਗਿਆਨੀ ਹੈਗਾ। ਅੰਤਰ ਭਗਤ ਅੰਤਰ ਕਪਟ ਭਗਵਤੀ ਕਹਾਏ, ਪਾਖੰਡੇ ਪਾਰ ਬ੍ਰਹਮ ਕਦੇ ਨਾ ਪਾਏ। ਕਹਿੰਦੇ ਇਹ ਤਾਂ ਪਖੰਡਿਆ ਪਿਆ। ਇਸ ਤਰੀਕੇ ਨਾਲ ਤਾਂ ਤੂੰ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਨਾਲ, ਉਹਨੂੰ ਮਾਲਕ ਪਰਮਾਤਮਾ ਤੱਕ ਤੇਰੀ ਯਾਤਰਾ ਨਹੀਂ ਹੋ ਸਕਦੀ ਪਾਏ। ਆਤਮਾ ਤੱਕ ਤੇਰੀ ਯਾਤਰਾ ਨਹੀਂ ਹੋ ਸਕਦੀ, ਕਦੇ ਵੀ ਨਹੀਂ ਹੋ ਸਕਦੀ। ਪਰ ਨਿੰਦਾ ਕਰੇ ਅੰਤਰ ਮਲ ਲਾਏ। ਕਹਿੰਦੇ ਪਰਾਈ ਨਿੰਦਾ ਕਰ ਰਹੇ ਆ ਔਰ ਅੰਦਰ ਤੇਰੇ ਮੈਲ ਲੱਗੀ ਜਾ ਰਹੀ ਹੈ, ਤੇਰਾ ਮਨ ਮੈਲਾ ਹੋਈ ਜਾ ਰਿਹਾ ਹੈ। ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ। ਤੇ ਬਾਹਰੋਂ ਮੈਲ ਧੋ ਰਿਹਾ ਆ, ਅੰਦਰੋਂ ਤੇਰੀ ਝੂਠ ਨਹੀਂ ਜਾ ਸਕਦੀ। ਮਨ ਦੀ ਮੈਲ ਤੂੰ ਕਦੀ ਧੋਤੀ ਨਹੀਂ, ਮਨ ਨੂੰ ਕਦੀ ਨਲਾਇਆ ਹੀ ਨਹੀਂ। ਮਨ ਆਉਂਦਾ ਹੈ ਜਦ ਆਪਾਂ ਵਿਚਾਰ ਬੰਦ ਕਰਦੇ ਹਾਂ। ਸਤ ਸੰਗਤ ਸਿਓ ਬਾਦ ਰਚਾਏ। ਜਿੱਥੋਂ ਕੁਛ ਗਿਆਨ ਮਿਲਣਾ ਹੈ ਸਤ ਸੰਗਤ ਦੇ ਨਾਲ, ਉੱਥੇ ਜਿਹੜਾ ਹੈਗਾ ਬਾਦ ਵਿਵਾਦ ਕਰਦਾ ਹੈ। ਆਹ ਕਿਉਂ, ਆਹ ਕਿਸ ਤਰ੍ਹਾਂ, ਆਹ ਕੀ ਕਹਿਤਾ, ਆਹ ਕਿਸ ਤਰ੍ਹਾਂ ਹੋ ਗਿਆ। ਅਨਦਿਨ ਦੁਖੀਆ ਦੂਜੇ ਪਾਏ ਰਚਾਏ। ਕਹਿੰਦੇ ਤੂੰ ਅਨਦਿਨ ਦੁਖੀ ਰਹਿਣਾ ਹੈ ਔਰ ਦੂਸਰਾ ਭਾਵ ਹੈ ਤੇਰੇ ਅੰਦਰ, ਤੇਰੀ ਖਿੱਚ ਜਿਹੜੀ ਹੈ, ਤੇਰੀ ਬੈਂਟ ਆਫ ਮਾਈਂਡ, ਤੇਰੀ ਮਾਇਆ, ਤੇਰੀ ਦੂਸਰਾ ਜੋ ਮਾਇਆ ਮਾਲਕ ਨੇ ਪਾਈ ਹੋਈ ਹੈ, ਇਹ ਸੰਸਾਰ ਪਦਾਰਥ, ਉਹ ਹੈ ਤੇਰੀ ਇੱਛਾ।
ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ, ਔਰ ਧਿਆਨ ਸਿਮਰਨ ਕਰਦਾ ਨਹੀਂ ਹੈ। ਔਰ ਦੁਨੀਆ ਦੇ ਕਰਮ ਕਾਂਡ ਜਿਹੜਾ ਹੈਗਾ ਧਰਮ ਦੇ ਉੱਤੇ ਕਿਤੇ ਕਿਤੇ ਨਹਾ ਧੋ, ਕਿਤੇ ਕਿਤੇ ਕੁਛ ਕੀ ਕੁਛ ਪਾਠ ਕਰੀ ਜਾ ਰਿਹਾ, ਔਰ ਨਾਮ ਨੂੰ ਚੇਤਦਾ ਨਹੀਂ ਹੈਗਾ। ਪੂਰਬ ਲਿਖਿਆ ਸੋ ਮੇਟਣਾ ਨਾ ਜਾਏ, ਕਹਿੰਦੇ ਪਿਛਲੇ ਸੰਸਕਾਰ ਮਨ ਦੀ ਮੈਲ ਜਿਹੜੀ ਹੈ ਲੀਹਾਂ, ਉਹ ਤਾਂ ਤੂੰ ਮਿਟਾ, ਤੂੰ ਤਾਂ ਹੁਣ ਹੀ ਨਹੀਂ ਬੰਦ ਹੋ ਰਿਹਾ ਲੀਹਾਂ ਚੜਾਉਣ ਤੋਂ, ਤੇ ਉਹ ਪਿਛਲਾ ਜਿਹੜਾ ਹੈਗਾ ਤੇਰਾ ਜਿਹੜਾ ਹੈਗਾ ਕਿਰਤ ਕਰਮ ਜਿਹੜੇ ਹੈਗੇ ਉਹ ਕਿਵੇਂ ਮਿਟ ਜਾਣੇ ਆ ਪਿਆਰਿਆ? ਉਹ ਤਾਂ ਮੇਟਿਆ ਨਹੀਂ ਜਾ ਸਕਦਾ ਇਸ ਤਰੀਕੇ ਦੇ ਨਾਲ। ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ। ਫਿਰ ਪਿਆਰਿਆ ਤੂੰ ਇੱਥੇ ਦੁਨੀਆ ਦੇ ਵਿੱਚ ਹੀ ਘੁੰਮਦਾ ਰਹਿ, ਤੂੰ ਜਿਹੜਾ ਸਤਿਗੁਰੂ ਜੋ ਸੇਵਾ ਕਰ ਰਿਹਾ ਉਹ ਤਾਂ ਕਰ ਨਹੀਂ ਰਿਹਾ, ਤੇ ਤੂੰ ਉੱਪਰੋਂ ਜਿਹੜਾ ਹੈਗਾ ਨਕਲੀ ਭਗਵਤੀ ਜ਼ਰੂਰ ਹੈਗਾ, ਤੇ ਉਹਦੇ ਵਾਸਤੇ ਤਾਂ ਪਾਏ ਮੁਕਤ ਨਹੀਂ ਹੋ ਸਕਦਾ, ਤੇ ਹਾਲੇ ਗੇੜੇ ਕੱਢ ਲਾ ਜੂਨਾਂ ਦੇ ਵਿੱਚ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਉਹ ਦੇਖੋ ਫਿਰ ਸਮਝਾ ਰਹੇ ਨੇ ਕਿ ਅੰਦਰ ਕਪਟ ਹੈ, ਬਾਹਰ ਤੂੰ ਕਹਿੰਦਾ ਮੈਂ ਭਗੌਤੀ ਹਾਂ, ਮੈਂ ਬੜਾ ਵੱਡਾ ਸੰਤ, ਮੈਂ ਫਲਾਨਾ ਤੇ ਮੈਂ ਟਿਮਕਾ। ਦੇਖ ਲਓ ਮਨਾ ਕਰਦੇ ਆ। ਉਹ ਕਹਿੰਦੇ ਕਿ ਤੇਰੇ ਨਾਂ ਲਿਖਣ ਦੇ ਨਾਲ ਤੂੰ ਬ੍ਰਹਮ ਗਿਆਨੀ ਨਹੀਂ ਹੋ ਸਕਦਾ। ਤੂੰ ਜੇ ਕੋਈ ਹੋ ਵੀ ਰਿਹਾ ਤੇ ਸੰਸਾਰ 'ਚ ਤੈਨੂੰ ਸੋਭਾ ਮਿਲ ਜੂ, ਬੜੀ ਤੇਰੀ ਇੱਜ਼ਤ ਵੱਧ ਜੂਗੀ, ਪਰ ਪ੍ਰਮਾਤਮਾ ਦੇ ਦਰ ਤੇ ਗੱਲ ਨਹੀਂ ਬਣੇਗੀ। ਕਹਿੰਦੇ ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ। ਉਹ ਕਹਿੰਦੇ ਤੂੰ ਜਿਹੜਾ ਨਾਟਕ ਕਰ ਰਿਹਾ, ਪਖੰਡ ਕਰ ਰਿਹਾ, ਇਸ ਤਰੀਕੇ ਨਾਲ ਤੂੰ ਪ੍ਰਮਾਤਮਾ ਕੋਲ ਨਹੀਂ ਜਾ ਸਕਦਾ। ਯੂ ਕੈਨੋਟ ਗੋ। ਤੂੰ ਇੱਥੇ ਇੱਕ ਨਕਲੀ ਵਰਦੀ ਬਣਾ ਲੇਗਾ, ਨਿੱਜਾ ਸਾਹਿਬ ਆਰਮੀ ਵਾਲੇ ਅੰਦਰ ਵੰਡ ਦੇਣਗੇ ਤੁਹਾਨੂੰ ਨਾ, ਉਹ ਤਾਂ ਪੁਲਿਸ ਚ ਅੰਦਰ ਜੇਲ੍ਹ ਚ ਪਾ ਦੇਣਗੇ। ਤੇ ਫਿਰ ਪ੍ਰਮਾਤਮਾ ਦੇ ਘਰ ਆਪਾਂ ਏਦਾਂ ਕਿੱਦਾਂ ਸੋਚਦੇ ਕਿ ਆਪਾਂ ਡਰੈਸ ਖਰੀਦ ਲਈਏ ਤਾਂ ਉੱਥੇ ਵੜ ਜਾਵਾਂਗੇ? ਗਲਤ ਹੈ ਨਾ ਕੰਮ। ਬਿਲਕੁਲ, ਬਾਣੀ ਤਾਂ ਬਿਲਕੁਲ ਕਹਿ ਰਹੀ ਹੈ ਗਲਤ ਹੈ, ਬਿਲਕੁਲ ਗਲਤ ਹੈ। ਨਕਲੀ ਹੈਗੇ ਆਪਾਂ, ਨਕਲੀ ਤਾਂ ਬਣਨੀ ਨਹੀਂ ਗੱਲ। ਉਹ ਕਹਿੰਦੇ ਤੂੰ ਇੱਕ ਸਿਪਾਹੀ ਨਹੀਂ ਬਣ ਸਕਦਾ ਤੇ ਤੂੰ ਬ੍ਰਹਮ ਗਿਆਨੀ ਕਿੱਥੋਂ ਬਣ ਜਾਏਗਾ? ਸੋਚੋ, ਬਿਲਕੁਲ ਇਹੋ ਬਾਣੀ ਕਹਿ ਰਹੀ ਹੈ, ਪਰ ਲੋਕੀ ਨਹੀਂ ਸੋਚਦੇ। ਲੋਕੀ ਕਹਿੰਦੇ ਹਾਂ ਨਕਲੀ ਵਰਦੀ ਹੈ, ਪਰ ਵਰਦੀ ਬਹੁਤ ਵਧੀਆ, ਫਾਇਦਾ ਬੜਾ ਇਹਦਾ। ਹਾਂ, ਮਾੜੇ ਮੋਟੇ ਬੰਦੇ ਡਰ ਹੀ ਜਾਂਦੇ ਨਾ। ਪੁਲਿਸ ਵਾਲਿਆਂ ਨੂੰ ਤਾਂ ਪਤਾ ਹੈ ਕਿ ਨਕਲੀ ਆ। ਪਿੰਡਾਂ ਪੁੰਡਾਂ 'ਚ ਜਾਊਂਗਾ ਮੈਂ, ਉੱਥੇ ਮੇਰੀ ਠੱਗੀ ਠੋਰੀ ਚੱਲ ਜਾਏਗੀ। ਸੋ ਡਰੈਸ ਕੋਡ ਏਦਾਂ ਦੇ, ਇਸ ਕਰਕੇ ਲੋਕ ਇਸਤੇਮਾਲ ਕਰਦੇ। ਕਹਿੰਦੇ ਪਰ ਨਿੰਦਿਆ ਕਰੇ ਅੰਤਰ ਮਨ ਲਾਏ। ਦੇਖੋ ਤੁਹਾਨੂੰ ਕੱਲ ਕਿਹਾ ਸੀ ਨਾ, ਕੋਲੇ ਨੂੰ ਕੋਲਾ ਗਰਮ ਹੋਵੇ, ਕੋਲਾ ਠੰਡਾ ਹੋਵੇ, ਦੋਨੋਂ ਰੂਪਾਂ ਦੇ ਵਿੱਚ ਮਾੜਾ ਹੈ। ਜੇ ਗਰਮ ਆ ਤੇ ਤੇਰਾ ਹੱਥ ਸਾੜੂਗਾ, ਜੇ ਕਹਿੰਦੇ ਜੇ ਕੋਲਾ ਠੰਡਾ ਹੈ ਤੇ ਕਹਿੰਦੇ ਤੇਰੇ ਹੱਥ ਨੂੰ ਉਹ ਕਾਲਾ ਕਰ ਦੂਗਾ। ਕੋਲੇ ਦੀ ਸੰਗਤ ਬਹੁਤ ਮਾੜੀ ਆ, ਇਸੇ ਕਰਕੇ ਕਹਿੰਦੇ ਨਿੰਦਿਆ ਦੀ ਵੀ ਸੰਗਤ ਬਹੁਤ ਮਾੜੀ। ਨਾ ਕਰੋ ਤੇ ਨਾ ਸੁਣੋ, ਇਹ ਦੋ ਚੀਜ਼ਾਂ ਜੀ ਨਿੱਜਾ ਸਾਹਿਬ। ਬਿਲਕੁਲ ਠੀਕ ਹੈ। ਹਾਂ, ਇੱਕ ਕਹਿੰਦੇ ਨਹੀਂ ਸੁਣੀ ਲਈਏ, ਸੁਣ ਤੇ ਲਹੋਗੇ, ਕਹਿੰਦੇ ਸੁਣੀ ਵੀ ਮਾੜੀ ਆ। ਇਸੇ ਕਰਕੇ ਤੇ ਨਿੰਦਿਆ ਵਾਲੇ ਬੰਦੇ ਨੂੰ ਵੇਖ ਕੇ ਭੱਜ ਜਾਓ, ਬਹਾਨਾ ਬਣਾ ਕੇ ਨਿਕਲ ਜਾਓ, ਕਿਉਂਕਿ ਉਹਨੇ ਗੰਦ ਸੁੱਟਣਾ, ਉਹ ਆਪਾਂ ਲੈਣਾ ਨਹੀਂ। ਠੀਕ ਹੈ ਜੀ, ਕਿਉਂਕਿ ਜਿਹੜੀਆਂ ਚੀਜ਼ਾਂ ਤੁਹਾਡੇ ਅੰਦਰ ਸੁੱਟਤੀਆਂ ਉਹ ਬੀਜ ਦੇ ਰੂਪ ਸੁੱਟ ਗਿਆ। ਅੱਜ ਨਹੀਂ ਤੇ ਕੱਲ ਨੂੰ ਉਹਨਾਂ ਫਲੀ ਭੂਤ ਹੋਣਾ, ਉੱਗ ਜਾਣਾ ਗੁਰਕੀ ਸਾਹਿਬ। ਤੁਹਾਡੀ ਪੈਲੀ 'ਚ ਬੀਜ ਸੁੱਟਿਆ, ਦੱਸੋ ਨਹੀਂ ਉੱਗੂਗਾ? ਤੇ ਤੁਹਾਡੇ ਚੇਤੇ ਛੁੱਟੇ ਸ਼ਬਦ ਨਹੀਂ ਉੱਗਣਗੇ, ਉਹ ਤੇ ਉੱਗ ਗਏ, ਉਹਦੇ ਉਦਣ ਸੁੱਟਦੇ ਅਗਲੇ ਨੇ। ਔਰ ਤੁਸੀਂ ਤੇ ਬੜੇ ਚੇਤੇ ਫੋਨ ਕਰਦੇ ਜੋ ਜੀ ਭੈਣ ਜੀ ਅੱਜ ਕੀ ਹੋਇਆ ਦੱਸੋ, ਤੇ ਉਹ ਵੀ ਭੈਣ ਜੀ ਦੇ ਮਸਾਲਾ ਲਾ ਕੇ, ਜਿੱਦਾਂ ਚਾਟ ਮਸਾਲਾ ਨੇ ਜਿਸਾ ਮਿਲ ਜਾਂਦਾ ਨਾ ਇੱਥੇ। ਬਿਲਕੁਲ ਮੇਰੀਆਂ ਗੱਲਾਂ ਸਿੱਧੀਆਂ ਨੇ, ਕੀ ਕਰਾਂ, ਗੱਲਾਂ ਬੜੀਆਂ ਮਸਾਲੇਦਾਰ। ਉਹ ਮਸਾਲਾ ਪਾਉਂਦੇ ਚ ਚਾਟ ਮਸਾਲਾ ਪਾ ਕੇ ਨਾ, ਉਹ ਸਾਡੇ ਕੋਲ ਨਾ ਗਾਵਾਂ ਹੁੰਦੀਆਂ ਨਾ ਨਿੱਜਾ ਸਾਹਿਬ, ਕਈ ਵਾਰੀ ਨਾ ਤੁੜੀ ਖਾਂਦੀਆਂ ਨਹੀਂ, ਮਸਾਲਾ ਲੈ ਕੇ ਰਲਾ ਦੇਣਾ, ਮਸਾਲਾ ਅੱਖਾਂ ਬੰਦ ਕਰਕੇ ਤੁੜੀ ਖਾ ਜਾਣੀ। ਬਿਲਕੁਲ ਸਹੀ ਗੱਲ ਹੈ। ਇਸੇ ਕਰਕੇ ਨਿੰਦਿਆ ਦੇ ਵਿੱਚ ਹੋਰ ਮਸਾਲਾ ਲਾ ਕੇ ਨਾ ਉਹਨੂੰ ਟੇਸਟੀ ਬਣਾ ਦਿੰਦੇ ਨੇ ਲੋਕ। ਫਿਰ ਲੋਕ ਬੜੇ ਰਸਾਂ ਨਾਲ ਸੁਣਦੇ ਆ, ਕਿਉਂਕਿ ਆਪਣੇ ਕੋਲ ਨੇ ਜੋੜਿਆ ਹੁੰਦਾ ਨਾ ਇੰਟਰਸਟ, ਕਾਈਂਡ ਆਫ ਕਮੈਂਟਰੀ ਕਰਦਾ ਬੰਦਾ ਪੂਰਾ। ਇਹ ਵੀ ਨਸ਼ਾ ਹੈ, ਔਰ ਸੁਣਨ ਵਾਲੇ ਨੂੰ ਵੀ ਨਸ਼ਾ ਹੈ। ਔਰ ਕਈ ਲੋਕ ਅਕਸਰ ਘੰਟਾ ਗੱਲਾਂ ਕਰਦੇ ਆ, ਉਹ ਗੱਲ ਕਿਤੇ ਕਿੰਨੀ ਕੁ ਹੁੰਦੀ ਹੈ, ਗੱਲ ਤੇ 2 ਮਿੰਟ 'ਚ ਖਤਮ ਹੋ ਜਾਂਦੀ ਆ। ਇਹ ਘੰਟਾ 1.5 ਘੰਟਾ ਜਿਹੜੀ ਕਹਾਣੀ ਪਾਉਣੀ ਆ, ਇਹੋ ਮਸਾਲੇ ਨੇ। ਉਹ ਬੜੇ ਚਾਈਨੀਜ਼ ਮਸਾਲਾ ਮਿਲ ਜਾਂਦਾ, ਉਹਨੂੰ ਜੀਨਾ ਮੋਟੋ ਕਹਿੰਦੇ ਆਪਾਂ, ਆਹ ਵਿੱਚ ਪਾ ਦਿੰਦੇ ਨੇ। ਤੇ ਫਿਰ ਉਹ ਵੇਖੋ ਠੀਕ ਠਾਕ ਜੀ ਚੀਜ਼ ਹੋਵੇ, ਉਹ ਬੜੀ ਟੇਸਟੀ ਬਣਦੀ, ਬੱਚੇ ਉਹ ਖਾਈ ਜਾਂਦੇ, ਵਿਚਾਰਿਆਂ ਨੂੰ ਪਤਾ ਨੀ ਲੱਗਦਾ। ਉਹ ਹਿਸਾਬ ਜੀ। ਉਹ ਕਹਿੰਦੇ ਆ ਕਿ ਅੰਤਰਮਲ ਲਾਗੇ, ਕਹਿੰਦੇ ਪਰ ਨਿੰਦਿਆ ਕਰੇ ਅੰਤਰਮਲ ਲਾਗੇ। ਉਹ ਬੇਵਕੂਫਾ,
ਕਹਿੰਦੇ ਕਿ ਤੇਰੇ ਅੰਦਰ ਮੈਲ ਲੱਗ ਰਹੀ ਆ, ਕਿਉਂਕਿ ਪਾਈਪ ਦੇ ਵਿੱਚੋਂ ਦੀ ਗੰਦਮੰਦ ਲੰਘੂਗਾ ਨਾ ਤੇ ਪਾਈਪ ਨੂੰ ਚਿੰਬੜ ਜਾਣਾ। ਉਹ ਨਿੱਜਰ ਸਾਹਿਬ ਸਹੀ ਆ ਬਿਲਕੁਲ। ਉਹ ਕਹਿੰਦੇ ਤੇਰੇ ਕੋਲ 2 ਕੰਨ ਹੈ ਨਾ, ਇੱਕ ਕੰਨ ਥਾਣੀ ਵਾੜ ਕੇ ਬੇਸ਼ੱਕ ਦੂਜੇ ਕੰਨ ਥਾਣੀ ਕੱਢ ਵੀ ਦੇਵੇਂਗਾ ਨਾ, ਉਹਦੇ ਕੁਛ ਨਾ ਕੁਛ ਕਾਲਖ ਤੇਰੇ ਅੰਦਰ ਰੁਕ ਜਾਣੀ, ਤੇਰੇ ਚਿੱਤ ਚ। ਇਸ ਕਰਕੇ ਕਹਿੰਦੇ ਕੰਨ ਬੰਦ ਕਰ ਲਓ। ਠੀਕ ਹੈ ਜੀ। ਕਹਿੰਦੇ ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ। ਹੁਣ ਕਹਿੰਦੇ ਕਿ ਪਤੀਲਾ ਤੁਸੀਂ ਇਹਨੂੰ ਬਾਹਰੋਂ ਧੋਈ ਜਾਓ, ਨਿੱਜਰ ਸਾਹਿਬ ਹੱਥ ਨਾ ਧੋ, ਅੰਦਰ ਨਾ ਧੋ ਤੇ ਕੀ ਪਤੀਲਾ ਸਾਫ਼ ਹੋ ਜੂ ਨਾ। ਪਰ ਆਪਾਂ ਕਿੱਦਾਂ ਸੋਚਦੇ ਕਿ ਸਰੀਰ ਧੋ ਜੀਏ ਤੇ ਮਨ ਸਾਫ਼ ਹੋ ਜੂ। ਕਹਿੰਦੇ ਤਨ ਧੋਤਿਆਂ ਮਨ ਅੱਛਾ ਨਾ ਹੋਵੇ, ਬਾਣੀ ਤੇ ਕਹਿੰਦੀ। ਬਿਲਕੁਲ। ਇਸ ਕਰਕੇ ਉਹਨੂੰ ਅੱਛਾ ਕਰਨ ਦਾ ਤਰੀਕਾ ਕੀ ਹੈ? ਉਹ ਕਹਿੰਦੇ ਧਿਆਨ ਸਿਮਰਨ ਕਰੋ, ਭਗਤੀ ਕਰੋ। ਆਪਾਂ ਉਹ ਕਰਨਾ ਨਹੀਂ ਚਾਹੁੰਦੇ। ਫਿਰ ਆਪਾਂ ਕੀ ਕਰਨਾ ਚਾਹੁੰਦੇ ਹਾਂ? ਆਪਾਂ ਚਾਹੁੰਦੇ ਪਾਠ ਕੀਤਾ ਜਾਵੇ, ਸੇਵਾ ਕੀਤੀ ਜਾਵੇ, ਆਸਾਨ ਕੰਮ। ਕਿਉਂਕਿ ਧਿਆਨ ਦਾ ਮਤਲਬ ਹੀ ਹੈ ਸ਼ੁਰੂ ਤੁਹਾਡੇ ਤੇ ਹੋਣੀ ਹੈ ਤੇ ਖਤਮ ਵੀ ਗੱਲ ਤੁਹਾਡੇ ਤੇ ਹੋਣੀ ਹੈ। ਉੱਥੇ ਆਪਾਂ ਜਾਣਾ ਨਹੀਂ ਚਾਹੁੰਦੇ। ਹਾਂਜੀ ਠੀਕ ਹੈ ਜੀ। ਅਗਲੇ ਬੰਦੇ ਕਹਿ ਰਹੇ ਨੇ ਸਤਸੰਗ ਸਿਓ ਬਾਦ ਰਚਾਏ। ਬਾਦ ਸਤਸੰਗਤ ਦੇ ਨਾਲ ਵਾਦ ਵਿਵਾਦ ਕਰਦਾ ਹੈ, ਉੱਥੇ ਮੰਨਦਾ ਨਹੀਂ ਗੱਲ, ਉੱਥੇ ਆਪਣੀ ਚਲਾਉਂਦਾ। ਹਾਂ ਤੇ ਉੱਥੇ ਫਿਰ ਕਹਿੰਦੇ ਉੱਥੇ ਜਾਂਦਾ ਨਹੀਂ। ਜਾਂਦਾ ਵੀ ਹੈ ਤੇ ਵਾਦ ਵਿਵਾਦ ਕਰਦਾ ਹੈ ਜੀ। ਆਹ ਕਿਵੇਂ? ਆਹ ਬਾਣੀ ਇਸ ਤਰ੍ਹਾਂ, ਬਾਣੀ ਤਾਂ ਇਸ ਤਰ੍ਹਾਂ ਕਹਿ ਰਹੀ ਹੈ, ਤੁਸੀਂ ਆਹ ਕੀ ਕਰੀ ਜਾ ਰਹੇ ਹੋ? ਹਾਂ ਉੱਥੇ ਫਿਰ ਉਹ ਆਪਣਾ ਫਿਲਟਰ ਲਗਾ ਦਿੰਦਾ। ਉਹਦੀ ਆਪਣੀ ਜਿਹੜੀ ਕਲਰ ਬਲਾਈਂਡਨੈਸ ਵਾਲੀਆਂ ਅੱਖਾਂ ਨਾਲ ਉੱਥੇ ਲੈ ਕੇ ਉਹ ਪਹੁੰਚ ਜਾਂਦਾ। ਹਾਂ ਵੀਰ ਜੀ ਇਹ ਨਾ ਏਦਾਂ ਵੀ ਹੈਗਾ ਕਿ ਇਨਸਾਨ ਦਾ ਜਿਹੜਾ ਕੰਮ ਹੈ ਨਾ, ਉਹ ਸੋਚਦਾ ਕਿ ਦੂਜੇ ਮੈਨੂੰ ਦੇਖਣ, ਦੂਜਾ ਮੈਨੂੰ ਕਿੰਨਾ ਮੈਨੂੰ ਅਟੈਂਸ਼ਨ ਦੇਖਦਾ ਵੀ ਮੈਨੂੰ 2 ਜਣੇ ਦੇਖ ਰਹੇ ਨੇ, ਮੈਂ ਭਗਤੀ ਕਰ ਰਿਹਾ, ਮੈਨੂੰ 4 ਬੰਦੇ ਮੇਰੀ ਇੱਛਾ ਕਹਿੰਦੇ ਬੜਾ ਭਗਤ ਹੈ ਯਾਰ ਬੰਦਾ। ਉਹ ਦੂਜੇ ਤੇ ਧਿਆਨ ਹੈ, ਉਹਦੇ ਕਰਕੇ ਸਾਰੀਆਂ ਪ੍ਰੋਬਲਮਾਂ ਨੇ। ਜੇ ਉਹ ਦੂਜੇ ਤੇ ਧਿਆਨ ਹਟ ਜੇ ਤੇ ਉਹ ਜੇ ਆਪਣੇ ਤੇ ਧਿਆਨ ਆ ਜੇ ਤੇ ਸਾਰੀਆਂ ਪ੍ਰੋਬਲਮਾਂ ਸੋਲਵ। ਬਿਲਕੁਲ। ਹਾਂਜੀ ਠੀਕ ਹੈ ਜੀ। ਹੁਣ ਇੱਥੇ ਕਹਿ ਰਹੇ ਨੇ ਅੰਦਿਨ ਦੁਖੀਆ ਦੂਜੇ ਪਾਏ। ਕਹਿੰਦੇ ਭਾਵਨਾ ਤਾਂ ਮਾਇਆ ਦੀ ਹੈਗੀ, ਪਦਾਰਥਾਂ ਦੀ ਹੈਗੀ ਆ, ਤੇ ਦੁਖੀਆ ਹੀ ਰਹੂਗਾ। ਹਾਂਜੀ ਹੁਣ ਇੱਥੇ ਜਦੋਂ ਫਿਰ ਮਾਇਆ ਦੇ ਵਿੱਚ ਆਪਣਾ ਜੀਵਨ ਬਤੀਤ ਹੋਊਗਾ ਤੇ ਆਪਾਂ ਸੁਖੀ ਨਹੀਂ ਹੋ ਸਕਦੇ, ਕਿਉਂਕਿ ਜੀਵਨ ਦਾ ਮਕਸਦ ਆਪਣਾ ਗਲਤ ਹੈ ਨਾ। ਬਿਲਕੁਲ। ਫਿਰ ਉਹ ਸਮਾਧੀ ਚ ਵੀ ਬੈਠੇ ਆ ਤੇ ਉਹ ਧਿਆਨ ਤੇ ਮੱਛੀਆਂ ਚ ਹੀ ਹੈ ਨਾ। ਫਿਰ ਉਹ ਜਿੱਦਾਂ ਉਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੂੰ ਨਮਾਜ਼ ਅਦਾ ਕਰ ਰਿਹਾ ਪਰ ਤੇਰਾ ਧਿਆਨ ਤੇ ਕਿਤੇ ਗਲਤ ਜਗ੍ਹਾ ਤੇ ਆ, ਉੱਥੇ ਹੋਣਾ ਨਹੀਂ ਚਾਹੀਦਾ ਸੀ। ਤੇਰਾ ਧਿਆਨ ਤੇ ਪ੍ਰਮਾਤਮਾ ਦੀ ਹਜ਼ੂਰੀ ਚ ਹੋਣਾ ਚਾਹੀਦਾ, ਉਹਦੇ ਚਰਨਾਂ ਚ ਹੋਣਾ ਚਾਹੀਦਾ ਸੀ। ਕਿ ਜੇ ਨਮਾਜ਼ ਕਰ ਰਿਹਾ ਤੂੰ ਸਾਰੇ ਕੰਮ ਛੱਡਿਆ, ਹੁਣ ਕੇਵਲ ਤੂੰ ਨਮਾਜ਼ ਕਰ ਰਿਹਾ। ਯੂ ਮੀਨ ਯੂ ਆਰ ਡੂਇੰਗ ਓਨਲੀ ਨਮਾਜ਼, ਪਰ ਤੂੰ ਕੰਪਲੀਟ ਉੱਥੇ ਹੈਗਾ ਹੀ ਨਹੀਂ ਹੈ। ਯੂ ਆਰ ਸਮਵੇਅਰ ਐਲਸ ਐਟ ਹੋਮ, ਤਬੇਲੇ ਦੇ ਵਿੱਚ ਤੇਰਾ ਧਿਆਨ ਹੈ। ਤੇ ਇਸ ਕਰਕੇ ਤੇਰੀ ਨਮਾਜ਼ ਜਿਹੜੀ ਕਬੂਲ ਨਹੀਂ ਹੈ। ਤੇ ਬੇਸ਼ੱਕ ਤੂੰ ਤਬੇਲੇ 'ਚ ਬੈਠਾ ਹੋਏ ਤੇ ਜੇ ਤੇਰਾ ਆਤਮਾ 'ਚ ਧਿਆਨ ਹੈ, ਇਹ ਨਾ ਹੋਵੇ ਕਿ ਤੁਹਾਡਾ ਧਿਆਨ ਗੁਰਦੁਆਰੇ ਜਾਂ ਮੰਦਿਰ 'ਚ ਹੋਵੇ। ਮੈਂ ਉਹ ਕਦੇ ਨਹੀਂ ਕਹਿੰਦਾ ਜੇ ਇਹ ਕਿਤੇ ਹੋਰ ਨਾ ਸੋਚੇ ਕਿ ਤੁਸੀਂ ਕੋਈ ਫੋਟੋ 'ਚ ਧਿਆਨ ਕਰਕੇ ਬੈਠੇ ਰਹੋ ਤੇ ਕੰਮ ਕਰੀ ਜਾਓ। ਉਹ ਵੀ ਤੁਹਾਡੇ ਮਨ ਦਾ ਹੀ ਇੱਕ ਭਰਮ ਹੈ। ਧਿਆਨ ਦਾ ਮਤਲਬ ਜੋ ਤੁਸੀਂ ਕੰਮ ਕਰ ਰਹੇ ਜੋ ਤੁਹਾਡਾ ਧਿਆਨ ਉੱਥੇ ਹੋਣਾ ਚਾਹੀਦਾ, ਹੋਰ ਕਿਤੇ ਨਹੀਂ ਹੋਣਾ ਚਾਹੀਦਾ। ਉਹ ਜੋ ਮਰਜ਼ੀ ਕਰੋ, ਉਹ ਤੁਹਾਡੀ ਭਗਤੀ ਬਣ ਜਾਏਗੀ। ਹਾਂਜੀ ਅਗਲੇ ਬੰਨੇ ਚਲੇ ਨਿਜਰ ਸਾਹਿਬ। ਕਹਿੰਦੇ ਧਿਆਨ ਤਾਂ ਕਰਦਾ ਹੀ ਨਹੀਂ ਹੈ ਉਹ। ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ। ਹੋਰ ਧਰਮ ਦੇ ਉੱਤੇ ਕਰਮ ਕਾਂਡ ਕਰਦਾ ਹੈ, ਨਾਮ ਤਾਂ ਚੇਤਦਾ ਨਹੀਂ ਆ। ਤੇ ਉਹਦੇ ਨਾਲ ਫਿਰ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਪਿਛਲੀ ਲਿਖਤ ਵੀ ਨਹੀਂ ਮਿਟਦੀ ਤੇ ਨਵੀਂ ਜਿਹੜੀ ਹੈਗੀ ਹੋਰ ਉਹ ਜਿਹੜੀ ਹੈਗੀ ਵਧਾਉਣਾ ਜਿਹੜਾ ਹੈਗਾ ਉਹ ਸੰਸਕਾਰ ਹੋਰ ਵਧੀ ਜਾਂਦੇ ਆ। ਤੇ ਨਾਨਕ ਬਿਨ ਸਤਿਗੁਰ ਸੇਵੇ ਮੁਖ ਨਾ ਪਾਏ। ਕਹਿੰਦੇ ਫਿਰ ਮੁਕਤੀ ਤਾਂ ਨਹੀਂ ਹੋ ਸਕਦੀ ਪਾਏ, ਫਿਰ ਤਾਂ ਸੌਰੀ ਵਾਲੀ ਗੱਲ ਹੈ। ਹਾਂਜੀ ਵੀਰ। ਉਹ ਕਹਿੰਦੇ ਨੇ ਕਿ ਜਿੱਦਾਂ ਇੱਕ ਸਲੇਟ ਤੇ ਨਾ ਇੱਕ ਲਾਈਨਾਂ ਪਈਆਂ ਹੋਈਆਂ ਨੇ ਤੇ ਤੂੰ ਲਾਈਨਾਂ ਜਿਹੜੀਆਂ ਨਾ ਉਹ ਜੇਕਰ ਤੂੰ ਮਿਟਾਉਣਾ ਚਾਹੁੰਦਾ ਤੇ ਇਹ ਜਿਹੜੇ ਤੇਰੇ ਹੱਥ ਸਲੇਟੀ ਹੈ ਨਾ ਇਹਨੂੰ ਸਾਈਡ ਤੇ ਰੱਖ ਦੇ। ਅਸਲ ਚ ਨਿੱਜਰ ਸਾਹਿਬ ਉਹ ਸਲੇਟੀ ਦੇ ਨਾਲ ਹੀ ਲਾਈਨਾਂ ਮਿਟਾ ਰਿਹਾ ਹੈ। ਬਹੁਤ ਵਧੀਆ। ਪਰ ਉਹ ਕਹਿੰਦੇ ਉਹ ਨਹੀਂ ਮਿਟਣਗੀਆਂ ਕਿਉਂਕਿ ਪੁਰਬਲਾ ਲਿਖਿਆ ਹੈ। ਉਹ ਤੂੰ ਹੋਰ ਹੀ ਨੀਤੀ ਤੇ ਜਾਂਦਾ, ਉਹ ਲਾਈਨ ਤੇ ਮਿਟ ਗਈ ਪਰ ਤੂੰ ਹੋਰ ਚੀਜ਼ਾਂ ਵਾਹੀ ਜਾ ਰਿਹਾ ਉੱਥੇ। ਇਸ ਲਈ ਕਹਿੰਦੇ ਕਿ ਸਪੰਜ ਲਿਆ ਪਾਣੀ ਚ ਪਾ ਕੇ, ਉਹ ਹੈ ਧਿਆਨ ਸਿਮਰਨ। ਕਿ ਤੂੰ ਜਦੋਂ ਕੁਛ ਨਹੀਂ ਕਰਦਾ, ਉਹ ਯਾਦ ਹੈ ਸਾਧ ਸੰਗਤ ਜੀ ਇੱਕ ਕਹਾਣੀ, ਉਹ ਬੜੀ ਪੁਰਾਣੀ ਕਹਾਣੀ ਕਿਸੇ ਦੀ ਪਿਓਰੀ ਦੀ ਨਹੀਂ ਹੁੰਦੀ, ਜਿਹਦੇ ਹੱਥ ਚ ਆ ਕੇ ਵਰਤ ਸਕਦਾ ਬੰਦਾ। ਤੇ ਉਹ ਇੱਕ ਰਾਜਾ ਸੀ, ਉਹ ਇੱਕ ਫਕੀਰਾਂ ਦੇ ਘਰ ਚਲੇ ਗਿਆ ਡੇਰੇ। ਤੇ ਉਹ ਰਾਜਾ ਬੜਾ ਖੁਸ਼ ਤੇ ਕਹਿੰਦਾ ਆਓ ਰਾਜਾ ਸਾਹਿਬ ਤੁਹਾਨੂੰ ਆਪਣੇ ਡੇਰੇ ਚ ਤੁਹਾਨੂੰ ਘੁਮਾ ਦਈਏ। ਡੇਰੇ ਦਾ ਮਤਲਬ ਉਹਨਾਂ ਦਾ ਆਸ਼ਰਮ, ਠੀਕ ਹੈ। ਇਹ ਡੇਰੇ ਡੋਰੇ ਨਹੀਂ, ਇੱਥੇ ਬੰਦਿਆਂ ਨੇ ਬਣਾਤੇ। ਅੱਛਾ
ਉਹ ਆਸ਼ਰਮ ਚ ਗਿਆ, ਫਿਰ ਉੱਥੇ ਉਹਨੇ ਕਹਿੰਦਾ ਜੀ ਮਹਾਰਾਜ ਅਸੀਂ ਇੱਥੇ ਸੌਂਦੇ ਆ। ਕਹਿੰਦਾ ਬਹੁਤ ਵਧੀਆ, ਬਹੁਤ। ਫਿਰ ਕਹਿੰਦਾ ਇਹ ਦੇਖੋ ਮਹਾਰਾਜ ਜੀ ਹੈ ਨਾ, ਇਹ ਇੱਥੇ ਇਸ਼ਨਾਨ ਕਰਦੇ ਆ ਅਸੀਂ, ਤੇ ਜਿੰਨੇ ਬਿਕਸ਼ੂ ਹੈਗੇ ਨਾ ਉਹ ਸਾਰੇ ਇੱਥੇ ਇਸ਼ਨਾਨ ਕਰਦੇ ਆ, ਇੱਥੇ ਸਾਡੇ ਕੱਪੜੇ ਧੋਤੇ ਜਾਂਦੇ ਆ, ਇੱਥੇ ਖਾਣਾ ਪਕਾਇਆ ਜਾਂਦਾ ਹੈ, ਅਸੀਂ ਇੱਥੇ ਖਾਣਾ ਖਾਂਦੇ ਆ, ਤੇ ਇੱਥੇ ਜਦੋਂ ਅਸੀਂ ਫਰੀ ਹੁੰਦੇ ਆ ਇੱਥੇ ਧੁੱਪ ਦੇ ਵਿੱਚ ਇਸ਼ਨਾਨ ਕਰੀਦਾ। ਤੇ ਕਹਿੰਦੇ ਫਿਰ ਉਹ ਰਾਜਾ ਬੜਾ ਹੈਰਾਨ ਹੋ ਗਿਆ ਕਿ ਵਿੱਚ ਹੀ ਇੱਕ ਬੜਾ ਵੱਡਾ ਤਬੇਲਾ ਜਿਹਾ ਬਣਾਇਆ ਵਾ, ਬੜਾ ਵੱਡਾ ਹਾਲ ਬਣਾਇਆ, ਇਹ ਸਾਰਾ ਕੁਝ ਤੇ ਮੈਨੂੰ ਵਿਖਾਈ ਜਾਂਦਾ, ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ। ਤੇ ਰਾਜੇ ਨੂੰ ਕਹਿੰਦੇ ਚਲੋ ਰਾਜਾ ਜੀ ਮੈਂ ਤੁਹਾਨੂੰ ਸਾਰਾ ਦਿਖਾਤਾ ਸੀ ਆਸ਼ਰਮ, ਤੇ ਚਲੋ ਕੰਪਲੀਟ ਹੋ ਗਿਆ। ਤੇ ਰਾਜਾ ਕਹਿੰਦਾ ਕਿ ਇੱਕ ਯਾਰ ਮੈਂ ਸਾਰੇ ਆਸ਼ਰਮ ਦੇ ਵਿੱਚ ਇੱਕ ਬੜਾ ਵੱਡਾ ਜਿਹੜਾ ਹਾਲ ਜਿਹਾ ਸੀ, ਤੁਸੀਂ ਉੱਥੇ ਕੀ ਕਰਦੇ ਜੋ? ਉਹ ਕਹਿੰਦਾ ਮਹਾਰਾਜ ਅਸੀਂ ਉੱਥੇ ਕੁਝ ਵੀ ਨਹੀਂ ਕਰਦੇ, ਉੱਥੇ ਧਿਆਨ ਕਰਦੇ ਆ, ਜਿਹੜਾ ਕਰਨਾ ਉੱਥੇ ਬੰਦ ਕਰ ਦਿੰਦੇ ਆ। ਤੇ ਤੁਹਾਨੂੰ ਕੀ ਦੱਸੀ ਅਸੀਂ ਉੱਥੇ ਕੀ ਕਰਦੇ ਆ? ਉੱਥੇ ਅਸੀਂ ਕੁਛ ਹੀ ਨਹੀਂ ਕਰਦੇ। ਉੱਥੇ ਜੋ ਵੀ ਜਾਂਦਾ ਹੈ ਉਹਦਾ ਕੰਮ ਇੰਨਾ ਹੈ ਕਿ ਧਿਆਨ ਨੂੰ ਇਕਾਗਰ ਕਰਨਾ। ਜੋ ਤੂੰ ਕਰਦਾ ਹੈ ਬਾਹਰ ਕਰਦਾ ਹੈ ਉਹ ਆਸ਼ਰਮ ਦੇ ਬਾਹਰ ਕਰੀ ਜਾ, ਪਰ ਉਸ ਜਗ੍ਹਾ 'ਚ ਤੂੰ ਕੁਛ ਨਹੀਂ ਕਰਨਾ। ਨਿੱਜਰ ਸਾਹਿਬ ਸਹੀ ਗੱਲ ਹੈ? ਬਹੁਤ ਵਧੀਆ, ਬਹੁਤ ਵਧੀਆ। ਤੇ ਉਹ ਹਿਸਾਬ ਸਾਡਾ ਹੈ। ਤੇ ਬਾਣੀ ਕਹਿੰਦੀ ਆ ਕਿ ਇਹਦਾ ਤੇਰਾ ਜੀਵਨ ਜਿਹੜਾ ਹੈ ਨਾ, ਦੇਖੋ ਉਹ ਮਿਟਾਉਣਾ ਚਾਹੁੰਦਾ ਹੈ ਤੇ ਤੈਨੂੰ ਕੁਛ ਨਹੀਂ ਕਰਨਾ ਪਊਗਾ ਤੇ ਤਾਂ ਹੀ ਮਿਟਣਾ ਹੈ। ਉਹਨਾਂ ਚਿਰ ਤੱਕ ਮਿਟੇਗਾ ਨਹੀਂ ਉਹ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹਾਂ, ਤੇ ਨਾਨਕ ਬਿਨ ਸਤਿਗੁਰ ਸੇਵ ਮੋਖ ਨਾ ਪਾਏ। ਹਾਂ, ਮੁਕਤੀ ਨਹੀਂ ਮਿਲ ਸਕਦੀ। ਕਿੱਥੋਂ ਮੋਖ ਮਿਲਣੀ? ਕਿਉਂਕਿ ਉਹ ਤੂੰ ਜੋ ਕਰ ਰਿਹਾ ਉਹ ਬਿਲਕੁਲ ਓਪੋਜਿਟ ਕਹਿਣਾ ਤੈਨੂੰ ਉਹਨੇ ਕਰਨ ਵਾਸਤੇ, ਉਹ ਤੂੰ ਕਰਨਾ ਨਹੀਂ। ਤੇ ਫਿਰ ਤੈਨੂੰ ਮੁਕਤੀ ਕਿੱਥੋਂ ਮਿਲੂਗੀ? ਕਿਉਂਕਿ ਤੂੰ ਕਰਨਾ ਹੀ ਨਹੀਂ ਆ। ਬਿਲਕੁਲ। ਕਿਉਂਕਿ ਤੇਰੀਆਂ ਐਨਕਾਂ ਨੇ ਕਹਿਣਾ ਨਹੀਂ ਇਹ ਗ੍ਰੀਨ ਰੰਗ ਹੈਗਾ, ਪਰ ਉਹ ਤੈਨੂੰ ਸਮਝਾਉਣਾ ਬੜਾ ਔਖਾ ਹੈ, ਕਿਉਂਕਿ ਤੂੰ ਸੱਚਾ, ਤੈਨੂੰ ਦਿਖਦਾ ਹੀ ਪਿਆ ਗ੍ਰੀਨ ਆ, ਪਰ ਤੈਨੂੰ ਤੇ ਕਲਰ ਬਲਾਈਂਡਨੈਸ ਹੋਈ ਹੈ ਮਾਇਆ ਦੀ। ਬਿਲਕੁਲ। ਇਸ ਕਰਕੇ ਕਹਿੰਦੇ ਆ ਕਿ ਇਸ ਮੁਕਤੀ ਦਾ ਜਿਹੜਾ ਰਸਤਾ ਹੈ ਫਿਰ ਉਹ ਤੈਨੂੰ ਸੰਗਤ ਤੋਂ ਬਿਨਾਂ ਲੱਭੇਗਾ ਨਹੀਂ, ਤੈਨੂੰ ਪਤਾ ਨਹੀਂ ਲੱਗਣ ਦਿਆ। ਪਰ ਤੂੰ ਜਿੱਥੇ ਜਾਣ ਵੀ ਦਿਆਂ ਉੱਥੇ ਵੀ ਤੇਰੇ ਵਰਗੇ ਹੋਰ ਇਕੱਠੇ ਹੋਏ ਨੇ, ਉਹ ਤੈਨੂੰ ਹੋਰ ਪੱਕਾ ਕਰ ਦਿੰਦੇ ਆ। ਨਿੱਜਰ ਸਾਹਿਬ ਬਿਲਕੁਲ ਠੀਕ ਹੈ ਗੁਰਕੀ ਸਾਹਿਬ, ਬਿਲਕੁਲ ਸਹੀ ਹੈਗਾ। ਅੱਗੇ ਹੁਣ ਜਿਹੜੀ ਆਈ ਉਹ ਕਹਿੰਦੇ ਆ ਕਿ ਉਹ ਕਹਿੰਦੇ ਨਿੱਜਰ ਸਾਹਿਬ 2-4 ਕਿੱਲੇ ਪੈਲੀ ਸਾਡੇ ਨਾਂ ਤੇ ਲਾ ਦੇ, ਕਿਉਂਕਿ ਉਹ ਵੀ ਤੇ ਡੱਡੀਆਂ ਫੜਦੇ ਆ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਉੱਥੇ ਮੇਰੇ ਵਰਗਾ ਹੋਰ ਹੀ ਉੱਥੇ ਚੌੜਾ ਹੀ ਜਾਂਦਾ ਕਿ ਮੈਂ ਬੜਾ ਧਿਆਨੀ ਤੇ ਮੈਂ ਫਲਾਣਾ ਤੇ ਟਿਮਕਾ, ਕਿਉਂਕਿ ਉਹਨਾਂ ਨੇ ਸੁਪੀਰੀਅਰ ਕੰਪਲੈਕਸ ਪਾਤਾ। ਤੇ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਉਹ ਤੇ ਆਪ ਬਿਮਾਰ ਹੈਗੇ ਨੇ, ਕਲਰ ਬਲਾਈਂਡਨੈਸ ਤੇ ਉਹਨਾਂ ਨੂੰ ਵੀ ਆ। ਬਿਲਕੁਲ। ਆਪ ਭਗਵਤੀ ਨਹੀਂ ਕਹਿੰਦੇ ਕਿਉਂਕਿ ਉਹਨਾਂ ਨੂੰ ਤਾਂ ਰੱਬ ਮਿਲਿਆ ਹੀ ਨਹੀਂ ਆ, ਉਹਨਾਂ ਨੇ ਤੇ ਸੰਸਾਰ ਨੂੰ ਰੱਬ ਬਣਾ ਲਿਆ। ਹਾਂ ਬਿਲਕੁਲ। ਔਰ ਮੈਂ ਉਹਨਾਂ ਕੋ ਖੁਸ਼ ਬੜਾ ਹੈ ਕਿ ਵਾਹ ਵੀ ਵਾਹ। ਇੱਕ ਤੇ ਕਹਿੰਦੇ ਨਾ ਕਿ ਉਹ ਮੂਰਖ ਦੇ ਨਾਲ ਮੂਰਖਾਂ ਨੂੰ ਮੂਰਖ ਹੀ ਚੰਗੇ ਲੱਗਦੇ ਆ। ਬਿਲਕੁਲ। ਗੇਰ ਬਰਾਬਰ ਬਹਿ ਗਿਆ। ਹਾਂਜੀ ਨਿੱਜਰ ਸਾਹਿਬ। ਅੱਗੇ ਪੌੜੀ ਆ ਗਈ ਗੁਰਕੀ ਸਾਹਿਬ। ਦੇਖੋ ਪੌੜੀ ਜਿਹੜੀ ਹੈ ਪੂਰੀ ਦੀ ਪੂਰੀ ਦੱਸ ਰਹੀ ਹੈ ਵੀ ਜਿਨ੍ਹਾਂ ਨੇ ਧਿਆਨ ਸਿਮਰਨ ਕੀਤਾ ਹੈ, ਜਿਹੜੇ ਉਹ ਬੰਦ ਕਮਰੇ ਦੇ ਵਿੱਚ ਕੁਛ ਨਹੀਂ ਕੀਤਾ, ਜਿਨ੍ਹਾਂ ਨੇ ਆਪਣੇ ਮਨ ਨੂੰ ਰੋਕ ਲਿਆ। ਕਹਿੰਦੇ ਸਤਿਗੁਰ ਪੌੜੀ ਸਤਿਗੁਰ ਜਿਨੀ ਧਿਆਇਆ। ਇਹਨੂੰ ਧਿਆਨ ਕਹਿੰਦੀ ਹੈ ਬਾਣੀ ਭਾਈ। ਆਹ ਸਤਿਗੁਰੂ ਦੇ ਹਿਸਾਬ ਨਾਲ ਸਤਿਗੁਰੂ ਆਹ ਕਹਿ ਰਿਹਾ ਭਾਈ, ਆਹ ਬ੍ਰਹਮ ਗਿਆਨ ਆਹ ਕਹਿ ਰਿਹਾ ਕੰਮ ਕਰਨ ਵਾਸਤੇ, ਬਈ ਆਪਣੀ ਜਿਹੜੀ ਮਸ਼ੀਨਰੀ ਨੂੰ ਬੰਦ ਕਰ ਲਾ, ਚਾਬੀ ਜੇਬ 'ਚ ਪਾ ਲਾ, ਇਹ ਸੈਲਫ ਨਾ ਮਾਰ ਬਾਰ-ਬਾਰ। ਸਤਿਗੁਰ ਜਿਨੀ ਧਿਆਇਆ ਸੇ ਕੜ ਨਾ ਸਵਾਹੀ। ਦੇਖ ਲਓ, ਸਵਾਹੀ ਦਾ ਮਤਲਬ ਹੁੰਦਾ ਹੈ ਸਵੇਰੇ ਉੱਠ ਕੇ, ਹਰ ਸਵੇਰੇ ਉੱਠ ਕੇ ਕਹਿੰਦੇ ਉਹ ਨਹੀਂ ਕੱਢਦੇ। ਆਪਾਂ ਕੀ ਕਰਦੇ ਹਾਂ, ਸਵੇਰ ਤੋਂ ਜਦ ਸਰਾਣੇ ਦੇ ਉੱਤੇ ਹੁੰਦੇ ਆ ਉੱਥੋਂ ਹੀ ਕੱਢਣਾ ਸ਼ੁਰੂ ਹੋ ਜਾਂਦਾ, ਉੱਥੋਂ ਹੀ ਵਿਚਾਰ ਸ਼ੁਰੂ ਹੋ ਜਾਂਦੇ, ਦਨਾ ਦਨ ਸਾਰਾ। ਔਰ ਰਾਤ ਨੂੰ ਸੌਣ ਵੇਲੇ ਤੱਕ ਉਹ ਕੜੀ ਜਾਂਦੇ ਆ, ਉਹੀ ਵਿਚਾਰ ਕੜੀ ਜਾਣਾ। ਕੋਈ ਚੀਜ਼ ਨੂੰ ਹੁਣ ਕਾੜੀ ਜਾਓ ਤਵੇ ਰੱਖਿਆ ਹੋਇਆ ਚੁੱਲ੍ਹੇ ਦੇ ਉੱਤੇ। ਕਹਿੰਦੇ ਭਾਈ ਜਿਹੜੇ ਧਿਆਨ ਸਿਮਰਨ ਕਰਦੇ ਆ ਉਹਨਾਂ ਦੇ ਅੰਦਰ ਵਿਚਾਰ ਨਹੀਂ ਚੱਲਦੇ। ਸਵੇਰੇ ਹਰ ਰੋਜ਼ ਉਹਨਾਂ ਦੇ ਜੀਵਨ ਦੇ ਵਿੱਚ ਵਿਚਾਰ ਨਹੀਂ ਚੱਲਦੇ ਪਾਏ। ਸਵੇਰੇ ਉੱਠਦੇ ਸਾਰ ਵਿਚਾਰਾਂ 'ਚ ਨਹੀਂ ਗੁੰਮਦੇ ਪਾਏ। ਮਾਲਕ ਜਿਹੜਾ ਹੈਗਾ ਕਹਿੰਦਾ ਮੈਂ ਤੈਨੂੰ ਰਾਤ ਨੂੰ ਤੇਰਾ ਸਾਰੀਆਂ ਫਾਈਲਾਂ ਬੰਦ ਕਰਕੇ ਤੈਨੂੰ ਤੇਰੇ ਵਿਚਾਰ ਬੰਦ ਕਰ ਦਿੱਤੇ, ਤੂੰ ਸਵੇਰੇ ਉੱਠ ਕੇ ਪਤੰਦਰਾ ਸਰਾਣੇ ਦੇ ਉੱਤੇ ਹੀ ਫਿਰ ਸ਼ੁਰੂ ਕਰ ਲੈਣਾ, ਫਿਰ ਕੱਢਣਾ ਸ਼ੁਰੂ ਕਰ ਦੇਣਾ। ਸਤਿਗੁਰ ਜਿਨੀ ਧਿਆਇਆ ਸੇ ਕੜ ਨਾ ਸਵਾਹੀ। ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਆਗਾਹੀ। ਕਹਿੰਦੇ ਰੱਜ ਜਾਂਦੇ ਆ, ਉਹਨਾਂ ਨੂੰ ਕੋਈ ਵਿਚਾਰ ਕਾਹਦੇ ਆ, ਰੱਜੇ ਪਏ ਆ ਉਹ ਤਾਂ। ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ। ਉਹਨਾਂ ਨੂੰ ਜਨਮ ਮਰਨ ਦਾ ਕਾਹਦਾ ਡਰ ਆ, ਜਮਾਂ ਦਾ ਕਾਹਦਾ ਡਰ ਆ ਉਹਨਾਂ ਨੂੰ।
ਜਿਨਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ। ਜਿਨ੍ਹਾਂ ਤੇ ਮਾਲਕ ਪਰਮਾਤਮਾ ਕਿਰਪਾਲ ਹੋ ਜਾਂਦਾ ਹੈ। ਸਤਿਗੁਰ ਦੇ ਪੈਰੀ ਪੈਣ ਦਾ ਕੀ ਮਤਲਬ ਆ? ਬਈ ਸਤਿਗੁਰੂ ਦੇ ਗਿਆਨ ਨੂੰ ਮੰਨ ਲੈਣਾ। ਆ ਜੋ ਬ੍ਰਹਮ ਗਿਆਨ ਆਪਾਂ ਨੂੰ ਕਹਿ ਰਿਹਾ, ਇਹਨੂੰ ਮੰਨ ਲੈਣਾ, ਧਿਆਨ ਨੂੰ ਆਪਣੇ ਜੀਵਨ 'ਚ ਲੈ ਕੇ ਆਉਣਾ। ਜਿਨਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ। ਤਿਨ ਇੱਥੇ ਉੱਥੇ ਮੁਖ ਉਜਲੇ ਹਰ ਦਰਗੇ ਪੈਦੇ ਜਾਹੀ। ਕਹਿੰਦੇ ਇੱਥੇ ਵੀ ਤੇ ਅੱਗੇ ਵੀ, ਲੋਕ ਪਰਲੋਕ ਦੇ ਵਿੱਚ ਉਹਨਾਂ ਦੇ ਮੁਖ ਉਜਲੇ ਆ ਪਾਏ। ਪਿਆਰ ਦੇ ਉਹ ਬਹੁਤ ਬਿਲਕੁਲ ਜਿਹੜੇ ਹੈ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਿਹੜੇ ਹੈਗੇ ਸੋਭਾ ਦੇ ਨਾਲ ਜਾਂਦੇ ਆ ਪਾਏ। ਵੈਲਕਮ ਹੁੰਦੀ ਆ, ਵੈਲਕਮ ਹੁੰਦੀ ਹੈ, ਜੈ ਜੈਕਾਰ ਹੁੰਦੀ ਆ, ਪ੍ਰਕਿਰਤੀ ਜੈ ਜੈਕਾਰ ਕਰਦੀ ਆ। ਹਾਂਜੀ ਵੀਰ ਜੀ। ਹਾਂਜੀ, ਕਥਾ ਫਿਰ ਲੰਬੀ ਹੋ ਗਈ ਆ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਹਾਂਜੀ, ਕੋਈ ਨਹੀਂ ਸਰ। ਦੇਖੋ ਸਾਧ ਸੰਗਤ ਜੀ, ਇੱਥੇ ਕੀ ਕਹਿ ਰਹੇ ਨੇ? ਕਹਿੰਦੇ ਕਿ ਸਤਿਗੁਰ ਜਿਨ ਤੇ ਆਇਆ ਸੇ ਕੜ ਨਾ ਸਵਾਹੀ। ਸਵੇਰੇ ਉੱਠਦੇ, ਹਾਂ ਸਵੇਰੇ ਉੱਠਦੇ ਸਾਰ ਵਿਚਾਰਾਂ 'ਚ ਨਹੀਂ ਕੱਢਦੇ ਪਾਏ। ਹਾਂ, ਉਹ ਕੋਈ ਏਦਾਂ ਦਾ ਕੰਮ ਨਹੀਂ ਕਰਦੇ ਕਿ ਜਿਹਦੇ ਵਿੱਚ ਪ੍ਰਾਪਤੀ ਨਾ ਹੋਵੇ। ਬੇਫਜ਼ੂਲ ਦਾ ਕੰਮ, ਵਿਵੇਕ ਨਾਲ ਕੰਮ ਕਰਦੇ, ਉਹ ਕਾੜਾ ਨਹੀਂ ਬਣਾਉਂਦੇ। ਠੀਕ ਹੈ ਜੀ। ਫਿਰ ਕਹਿੰਦੇ ਸਤਿਗੁਰ ਜਿਨ ਤੇ ਆਇਆ ਸੇ ਤ੍ਰਿਪਤ ਅਕਾਇ। ਉਹ ਤ੍ਰਿਪਤ ਜਿਨ੍ਹਾਂ ਨੇ ਗੁਰੂ ਦਾ ਗਿਆਨ ਲਿਆ, ਆਪਣੇ ਕੋਲ ਬ੍ਰਹਮ ਗਿਆਨੀਆਂ ਦਾ ਗਿਆਨ। ਬ੍ਰਹਮ ਗਿਆਨੀ ਕਹਿੰਦੇ ਕਿ ਬਈ ਤੂੰ ਮਾਇਆ ਨੂੰ ਛੱਡ ਦੇ। ਇਹ ਨਾ ਮਾਇਆ ਨੂੰ ਛੱਡ ਦੇ, ਮਤਲਬ ਇਹ ਨਹੀਂ ਕਹਿੰਦੇ ਮਾਇਆ ਛੱਡ ਦੇ। ਉਹ ਕਹਿੰਦੇ ਕਿ ਤੂੰ ਵਿਚਾਰ ਮਾਇਆ ਤੋਂ ਨਾ ਭੱਜ, ਤੂੰ ਕੇਵਲ ਭਗਤੀ ਕਰ। ਨਿਜਾ ਸਾਹਿਬ ਆਪਣੇ ਜੀਵਨ ਦਾ ਕੁਝ ਹਿੱਸਾ ਭਗਤੀ ਨੂੰ ਦੇ। ਬਿਲਕੁਲ। ਕਹਿਣ ਤੋਂ ਮਾਇਆ ਨੂੰ ਛੱਡਣ ਦਾ ਮਤਲਬ ਇਹ ਨਹੀਂ ਕਹਿੰਦੇ ਕਿ ਮਾਇਆ ਛੱਡ ਕੇ ਤੇ ਤੂੰ ਸੰਨਿਆਸੀ ਹੋ ਜਾ। ਨਾ ਨਾ ਨਾ, ਮਾਇਆ ਮੇਰੀ ਨਾ ਰਾਮ। ਬਿਲਕੁਲ। ਮਹਾਰਾਜ ਤਾਂ ਕਹਿੰਦੇ, ਬਾਣੀ ਤਾਂ ਕਹਿੰਦੀ ਸਵੇਰੇ ਸ਼ਾਮ ਦੀ ਭਗਤੀ ਕਰ ਲਾ ਪਿਆਰਿਆ। ਬਸ ਦਸਵੰਧ ਦੇ ਦੇ ਬਸ ਸਵੇਰੇ ਸ਼ਾਮ ਦਾ। ਬਾਕੀ 20 ਘੰਟੇ ਜਿਹੜੇ 22 ਘੰਟੇ ਤੂੰ ਆਪਣੇ ਜਿੱਤੇ ਮਰਜੀ ਯੂਜ਼ ਕਰ ਲਾ, ਪਰ ਤੂੰ ਸਵੇਰੇ ਸ਼ਾਮ ਦੀ ਭਗਤੀ ਕਰ। ਭਗਤੀ ਨੂੰ ਆਪਣੇ ਜੀਵਨ 'ਚ ਲੈ ਕੇ ਆ। ਮਾਇਆ ਦਾ ਚਿੰਤਨ ਕਹਿੰਦੇ ਵੀਰ ਜੀ, ਚਿੰਤਨ ਵਾਰ-ਵਾਰ ਉਹਨੂੰ ਚੇਤੇ ਕਰੀਏ। ਠੀਕ ਹੈ ਜੀ। ਕਹਿੰਦੇ ਫਿਰ ਜਿਨ ਸਤਿਗੁਰੂ ਜਿਨ ਤੇ ਆਇਆ ਸੇ ਤ੍ਰਿਪਤ ਅਕਾਇ। ਉਹ ਫਿਰ ਤ੍ਰਿਪਤ ਹੋ ਜਾਓਗੇ, ਸੰਤੁਸ਼ਟ ਹੋ ਜਾਓਗੇ। ਸਤਿਗੁਰੂ ਜਿਨ ਤੇ ਆਇਆ ਤਿੰਨ ਜਮ ਡਰਨਾ ਹੈ। ਤੇ ਜਦੋਂ ਤੁਸੀਂ ਆਪਣਾ ਪੇਪਰ ਵਧੀਆ ਪਾਸ ਕਰੋਗੇ ਤੇ ਫਿਰ ਤੁਹਾਨੂੰ ਪੇਪਰਾਂ ਦੀ ਟੈਨਸ਼ਨ ਥੋੜੀ ਹੈ। ਤੁਹਾਨੂੰ ਪਤਾ ਹੈ ਤੁਸੀਂ ਕੀ ਲਿਖਿਆ। ਸਹੀ ਨੇ ਜੀ ਸਾਹਿਬ? ਬਿਲਕੁਲ। ਜਿਹੜੇ ਇੰਟੈਲੀਜੈਂਟ ਬੱਚੇ ਹੁੰਦੇ ਉਹ ਪਹਿਲਾਂ ਦੱਸ ਦਿੰਦੇ ਮੰਮੀ ਨੂੰ, ਮੰਮੀ ਏਦਾਂ ਦਾ ਪੇਪਰ ਹੀ ਤੇ ਮੈਂ ਇੰਨੇ ਨੰਬਰਾਂ ਦਾ ਪੇਪਰ ਕਰ ਗਿਆ ਤੇ ਮੈਨੂੰ ਪਤਾ ਕਿ 70-80 ਨੰਬਰ ਮੇਰੇ ਆ ਜਾਣੇ। ਤੇ ਜਿਹਨੂੰ ਵਿਚਾਰੇ ਨੂੰ ਪਤਾ ਨਹੀਂ, ਉਹ ਫਿਰ ਸਮਝ ਲਓ ਕਿ ਅੰਦਾਜ਼ੇ ਨਾਲ ਤੁੱਕੇ ਤੱਕੀ ਮਾਰ ਕੇ ਆ ਮੇਰੇ ਵਰਗਾ। ਬਿਲਕੁਲ। ਤੇ ਲੱਗ ਗਿਆ ਨਹੀਂ ਤੀਰ ਨਹੀਂ ਤੇ ਤੁੱਕਾ। ਤੇ ਉਹ ਕਹਿੰਦੇ ਕਿ ਉਹਨਾਂ ਨੂੰ ਕੋਈ ਡਰ ਨਹੀਂ ਹੈ, ਕਿਉਂਕਿ ਉਹਨਾਂ ਨੂੰ ਪਤਾ ਲਿਖਿਆ ਕੀ ਉਹਨਾਂ ਨੇ। ਉਹਨਾਂ ਦਾ ਜੀਵਨ ਕਿੱਦਾਂ ਦਾ, ਲਿਖਣ ਦਾ ਮਤਲਬ ਕੋਈ ਕਿਤਾਬ 'ਚ ਲਿਖ ਨਹੀਂ ਗਏ। ਉਹਨਾਂ ਨੇ ਜੀਵਨ ਕਿੱਦਾਂ ਦਾ ਬਤੀਤ ਕੀਤਾ ਉਹਨਾਂ ਨੂੰ ਪਤਾ ਹੈ। ਤੇ ਉਹਨਾਂ ਨੂੰ ਫਿਰ ਡਰ ਵੀ ਨਹੀਂ ਕੋਈ। ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੇ। ਜਿਨ੍ਹਾਂ ਦੇ ਕਿਰਪਾਲ ਆ ਮਾਲਕ ਪਰਮਾਤਮਾ, ਉਹੀ ਸਤਿਗੁਰੂ ਦਾ ਗਿਆਨ ਲੈਂਦੇ ਆ ਪਾਏ। ਉਹੀ ਸਤਿਗੁਰੂ ਦੀ ਗੱਲ ਮੰਨਦੇ ਆ। ਤੇ ਜਿਹੜੇ ਮੰਨਦੇ ਆ, ਜਿਹੜੇ ਧਿਆਨ ਕਰਦੇ ਆ, ਇੱਥੇ ਉੱਤੇ ਲੋਕ ਪਰਲੋਕ ਦੇ ਵਿੱਚ ਉਹਨਾਂ ਦੇ ਮੁਖ ਉਜਲ ਹੁੰਦੇ ਆ। ਪਰਮਾਤਮਾ ਉਹਨਾਂ ਦੇ ਮਾਲਕ ਦੀ ਦਰਗਾਹ 'ਚ ਵੈਲਕਮ ਹੁੰਦੀ ਹੈ। ਹਾਂਜੀ ਵੀਰ ਜੀ। ਸਹੀ। ਤਿੰਨ ਇੱਥੇ ਉੱਤੇ ਮੁਖ ਉਜਲੇ। ਦੇਖੋ ਪਤਾ ਕੀ ਆ, ਹਾਰਮੋਨੀਆ ਵਾ। ਆਪਾਂ ਹਾਰਮੋਨੀਆ ਜਿਹੜਾ ਹੁੰਦਾ ਨਾ, ਬਾਣੀ 'ਚ ਇੱਕ ਤੁਕ ਆਉਂਦੀ ਹੈ, ਜਿੰਨਾ ਨਾਮ ਤੇ ਆਇਆ ਗੈ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਤੇ ਖੇਤੀ ਛੁੱਟੀ ਨਾਲ। ਮਸਕਤ ਦਾ ਮਤਲਬ ਹੁੰਦਾ ਮਿਹਨਤ। ਹੁਣ ਦੇਖੋ ਹਾਰਮੋਨੀਏ ਦੇ ਵਿੱਚ ਕੋਈ ਸੰਗੀਤ ਪੈਦਾ ਹੋ ਰਿਹਾ, ਉਸ ਸੰਗੀਤ ਨੂੰ ਤੁਸੀਂ ਕੁਝ ਵੀ ਨਹੀਂ ਕਰ ਸਕਦੇ, ਕਿਉਂਕਿ ਤੇ ਨਿਜਤ ਉਹ ਤਾਂ ਪੈਦਾ ਹੋ ਚੁੱਕਿਆ। ਇੱਕ ਕੰਮ ਕੀਤਾ ਜਾ ਸਕਦਾ ਹੈ ਕਿ ਜਿਹੜਾ ਸੰਗੀਤ ਪੈਦਾ ਕਰ ਰਿਹਾ ਹੈ, ਉਹ ਪੈਦਾ ਕਰਨ ਤੋਂ ਪਹਿਲਾਂ ਉਹਨੂੰ ਸਹੀ ਤਰੀਕੇ ਨਾਲ ਪੈਦਾ ਕਰੇ। ਜਿਹੜੀ ਚੀਜ਼ ਪੈਦਾ ਹੋ ਚੁੱਕੀ ਨਿਜਤ ਸਾਹਿਬ, ਉਹ ਤੇ ਐਕਸ਼ਨ ਨੇ, ਕਿਉਂਕਿ ਸਾਡੇ ਅੰਦਰ ਜਿਹੜੇ ਵਿਚਾਰ ਨੇ ਉਹ ਆਲਰੇਡੀ ਉਸ ਚੀਜ਼ ਨੂੰ ਪੈਦਾ ਕਰ ਰਹੇ ਨੇ। ਹੁਣ ਜਿਹੜਾ ਚੰਗਾ ਸੰਗੀਤ ਪੈਦਾ ਕਰਨਾ ਹੈ ਤੇ ਉਹਦੇ ਲਈ ਰਿਆਜ਼ ਕਰਨਾ ਪਊਗਾ, ਮਿਹਨਤ ਕਰਨੀ ਪਊਗੀ, ਕਿਸੇ ਚੰਗੇ ਗੁਰੂ ਕੋਲ ਜਾਣਾ ਪਊਗਾ, ਉੱਥੋਂ ਗਿਆਨ ਲੈਣਾ ਪਊਗਾ। ਫਿਰ ਦੱਸੂਗਾ ਕਿ ਵੀ ਇਹਦੇ ਸੁੱਚਾਂ ਨੂੰ ਕਿੱਦਾਂ ਨੱਪਣਾ ਹੈ, ਕਿੰਨੀ ਹਵਾ ਭਰਨੀ ਹੈ। ਫਿਰ ਇੱਕ ਚੰਗਾ ਉਹ ਹਾਰਮੋਨੀਆ ਦਾ ਟੈਕਨੀਸ਼ੀਅਨ ਕਹਿ ਲਓ, ਜਾਂ ਉਹਨੂੰ ਵਜਾਉਣ ਵਾਲਾ ਬੰਦਾ ਆਰਟਿਸਟ ਬਣ ਸਕਦਾ, ਸੰਗੀਤਕਾਰ।
ਹਾਂ ਸੰਗੀਤਕਾਰ, ਜਿਹਨੇ ਇੱਕ ਚੰਗਾ ਸੰਗੀਤ ਪੈਦਾ ਕਰਨਾ। ਤੇ ਇੱਥੇ ਬਾਣੀ ਸਾਨੂੰ ਇਹ ਕਹਿ ਰਹੀ ਆ ਕਿ ਜੇ ਤੂੰ ਕੁਝ ਕਰਨਾ ਵੀ ਚਾਹੁੰਦਾ ਹੈ ਨਾ, ਤੂੰ ਏਦਾਂ ਕਰਕੇ ਆਪਣੇ ਧਿਆਨ ਨੂੰ ਇਕਾਗਰ ਕਰ ਲਾ, ਤੇ ਤਾਂ ਜੋ ਜਿਹੜੇ ਤੇਰੇ ਜੀਵਨ ਦੇ ਉਲਝੇਵੇਂ ਆ, ਜੋ ਉਲਝਣਾ ਨੇ, ਉਹ ਸੁਲਝ ਜਾਣ ਔਰ ਤੂੰ ਚੰਗਾ ਇੱਕ ਸੰਗੀਤਕਾਰ ਬਣ ਜਾਏ। ਉਹ ਤੇਰਾ ਜੀਵਨ ਜਿਹੜਾ ਇੱਕ ਸੰਗੀਤ ਬਣ ਜਾਏ, ਬਸ ਇੰਨਾ ਹੀ ਕੰਮ ਹੈ। ਫਿਰ ਉਸ ਲਈ ਕਹਿੰਦੇ ਘਾਲਣਾ ਹੈ, ਮਿਹਨਤ ਆ, ਕਿਉਂਕਿ ਉਹ ਜਿਹੜੇ ਗਲਤ ਤਰੀਕੇ ਨਾਲ ਸਿੱਖ ਲਿਆ ਹੈ ਉਹਨੂੰ ਸਹੀ ਕਰਨਾ ਪਊਗਾ ਪਹਿਲਾਂ। ਔਰ ਜਿਹੜੇ ਸੋਚ ਗਲਤ ਨੱਪਣੇ ਸਿੱਖ ਲਿਆ, ਜਿਹੜਾ ਸੋਚ ਪਹਿਲਾਂ ਨੱਪਣਾ ਸੀ ਆਪਾਂ ਨੂੰ ਬਾਅਦ ਚ ਨੱਪਦੇ ਆ, ਤੇ ਜਿਹਨੂੰ ਬਾਅਦ ਚ ਨੱਪਣਾ ਨੂੰ ਆਪਾਂ ਪਹਿਲਾਂ ਨੱਪ ਦਿੰਦੇ ਆ। ਤੇ ਇਸੇ ਕਰਕੇ ਗਲਤ ਸੰਗੀਤ ਪੈਦਾ ਹੋ ਰਿਹਾ ਨਾ ਜ਼ਿੰਦਗੀ ਚ। ਤੇ ਜਮਾ ਦਾ ਭਾਵ ਵੀ ਕਿਉਂ ਪੈਦਾ ਹੋ ਰਿਹਾ? ਕਿਉਂਕਿ ਉਹ ਜਦੋਂ ਗਲਤ ਤਰੀਕੇ ਨਾਲ ਗਾਵਾਂਗੇ ਤੇ ਉਹ ਸਭ ਤੋਂ ਪਹਿਲੀ ਗੱਲ ਤੇ ਤੁਹਾਨੂੰ ਕਿਸੇ ਨੇ ਪਸੰਦ ਹੀ ਨਹੀਂ ਕਰਨਾ। ਹੁਣ ਬੇਸ਼ੱਕ ਤੁਹਾਨੂੰ ਸੰਗੀਤ ਨਹੀਂ ਆਉਂਦਾ, ਕੋਈ ਬੰਦਾ ਬੇਸੁਰਾ ਗਾਵੇ ਨਾ, ਤੁਸੀਂ ਉੱਥੋਂ ਭੱਜ ਜਾਓਗੇ। ਨਾ ਵੀ ਭੱਜੋਗੇ, ਤੁਸੀਂ ਸੋਚੋਗੇ ਇਹਨੂੰ ਬੰਦ ਕਰੋ, ਇਹ ਕੀ ਬੋਲ ਰਿਹਾ। ਬੇਸ਼ੱਕ ਤੁਹਾਨੂੰ ਸੰਗੀਤ ਦਾ ਊੜਾ ਐੜਾ ਕੁਛ ਵੀ ਨਹੀਂ ਪਤਾ, ਪਰ ਤੁਹਾਡੇ ਕੰਨਾਂ ਨੂੰ ਪਤਾ ਹੈ ਇਹ ਬੰਦਾ ਸੁਰ ਚ ਗਾ ਰਿਹਾ ਜਾਂ ਬੇਸੁਰ ਹੈ। ਠੀਕ ਹੈ ਜੀ, ਇਸੇ ਤਰ੍ਹਾਂ ਜੀਵਨ ਹੈ। ਫਿਰ ਉਹ ਕਹਿੰਦੇ ਨੇ ਆਖਿਰ ਤੁਕ ਚ ਉਹ ਕਹਿ ਰਹੇ ਨੇ, ਤੇ ਉਹ ਉਜਲੇ ਹੋ ਜਾਂਦੇ ਨੇ ਦਰਗਾਹ ਤੇ, ਉਹਨਾਂ ਨੂੰ ਸੋਭਾ ਮਿਲਦੀ ਹੈ, ਕਿਉਂਕਿ ਜਿਨ੍ਹਾਂ ਨੇ ਘਾਲਣਾ ਕਾਲੀ ਹੈ। ਤੇ ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ ਵੀਰ ਜੀ, ਬਿਲਕੁਲ ਵਧੀਆ। ਉਹ ਅਰਦਾਸ ਕਰ ਲੈਣਾ ਜੀ ਜਿਨ੍ਹਾਂ ਨੇ ਕਹੀ ਸੀ ਉਹ ਬੀਬੀ ਨੇ। ਹਾਂਜੀ ਵੀਰ ਜੀ। ਹਾਂਜੀ ਹਾਂਜੀ ਹਾਂਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਮਿਹਰ ਕਰੋ। ਗਰੀਬ ਨਵਾਜ਼ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸੁਣ ਕੇ ਮਾਫ ਕਰੋ। ਕਿ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਇਹ ਮੇਰੇ ਪਿਤਾ ਇੱਕ ਅਰਦਾਸ ਆਈ ਹੈ। ਇੱਕ ਤੇ ਮਾਤਾ ਦੀ ਅਰਦਾਸ, ਉਹ ਕਹਿੰਦੇ ਨੇ ਕਿ ਉਹਨਾਂ ਨੂੰ ਸਿਰ ਦਰਦ ਦੀ ਪ੍ਰੋਬਲਮ ਹੈ, ਸਿਰ 'ਚ ਦਰਦ ਬਹੁਤ ਹੋ ਰਹੀ ਹੈ। ਆਪ ਉਹਨਾਂ ਨੂੰ ਤੰਦਰੁਸਤੀ ਬਖਸ਼ੋ ਤਾਂ ਜੋ ਉਹਨਾਂ ਨੂੰ ਇਸ ਦੁੱਖ ਤੋਂ ਮੁਕਤੀ ਮਿਲ ਜੇ। ਮੇਰੇ ਪਿਤਾ ਇੱਕ ਭੈਣ ਅਰਦਾਸ ਕਰ ਰਹੀ ਹੈ, ਉਹਨਾਂ ਦਾ ਪਤੀ ਲੋੜ ਤੋਂ ਜ਼ਿਆਦਾ ਸ਼ਰਾਬ ਪੀ ਰਹੇ ਨੇ ਤੇ ਘਰ ਦੇ ਵਿੱਚ ਕਾਫੀ ਕਲੇਸ਼ ਹੈ। ਮਿਹਰ ਕਰੋ ਮੇਰੇ ਪਿਤਾ ਨੇ ਦੋਨਾਂ ਨੂੰ ਸਮੱਤ ਬਖਸ਼ੋ ਤਾਂ ਜੋ ਜੀਵਨ ਇੱਕ ਸੰਗੀਤਮਈ ਤਰੀਕੇ ਨਾਲ ਚੱਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ। ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।